ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहणे सियाणे TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 11 अप्रैल 2023 29 चेत नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲਫਾ ਵਿਟਮਿਨ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਟਾਕਟਨ ਕੈਲੀਫੋਰਨੀਆ ਤੋਂ ਵੀਰ ਜਸਵੀਰ ਸਿੰਘ ਗਰਚਾ ਜੀ ਵੱਲੋਂ। ਸੋ ਇਹਨਾਂ ਨੇ ਇਹੋ ਸੁਨੇਹਾ ਦਿੱਤਾ ਹੈ ਕਿ ਅਸੀਂ ਹੁਣ ਖਾਲਸਾ ਸਾਜਨਾ ਦਿਵਸ ਮਨਾਉਣ ਜਾ ਰਹੇ ਹਾਂ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਹਕੂਮਤ ਦੇ ਜ਼ਬਰ ਦੀ ਦਾਸਤਾਨ ਤੇ ਵੱਧ ਤੋਂ ਵੱਧ ਹਮਲਾ ਮਾਰ ਕੇ ਉਹਨਾਂ ਨੂੰ ਕਟਾਰੇ ਵਿੱਚ ਖੜਾ ਕੀਤਾ ਜਾਵੇ। ਜਿਹੜੇ ਲੋਕ ਹਕੂਮਤ ਦੇ ਨੁਮਾਇੰਦਿਆਂ ਨੂੰ ਅਵਾਰਡ ਦੇ ਰਹੇ ਨੇ ਜਾਂ ਹਕੂਮਤ ਦਾ ਪੱਖ ਪੂਰਦਿਆਂ ਕੌਮ ਦੀ ਪਿੱਠ ਲਵਾ ਰਹੇ ਨੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ। ਅਮਰੀਕਾ ਵਿੱਚ ਇਹਨਾਂ ਨੂੰ ਨੱਥ ਪਾਵੀ ਜਾਏ ਔਰ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਾਡਾ ਕੋਈ ਹੱਲ ਨਹੀਂ ਹੋਣਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਸਵੀਰ ਸਿੰਘ ਗਰਚਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਸਲਕੁਸ਼ੀ ਜਾਂ ਜੈਨੋਸਾਈਡ ਲਫ਼ਜ਼ ਬੜੇ ਜਿਹੜੇ ਖੌਫਨਾਕ ਤੇ ਡਰਾਵਨੇ ਨੇ ਪਰ ਅਫਸੋਸ ਜਿਹੜੀਆਂ ਕੌਮਾਂ ਇਸ ਦਾ ਸ਼ਿਕਾਰ ਹੁੰਦੀਆਂ ਨੇ ਉਹਨਾਂ ਨੂੰ ਆਪਣਾ ਜੈਨੋਸਾਈਡ ਰੈਕਗਨਾਈਜ਼ ਕਰਾਉਣ ਲਈ ਵੀ ਜਿਹੜੀ ਘਾਲਣਾ ਹੈ ਉਹ ਘਾਲਣੀ ਪੈਂਦੀ ਹੈ। ਸੋ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਤੋਂ 39 ਸਾਲ ਬਾਅਦ ਕੈਲੀਫੋਰਨੀਆ ਸਿੱਖ ਸੰਗਤਾਂ ਨੇ ਇੱਕ ਵੱਡੀ ਕਾਮਯਾਬੀ ਜਿਹੜੀ ਉਹ ਹਾਸਲ ਕੀਤੀ ਹੈ ਔਰ ਕੈਲੀਫੋਰਨੀਆ ਸਟੇਟ ਦੀ ਅਸੈਂਬਲੀ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਵਜੋਂ ਜਿਹੜੀ ਮਾਨਤਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜਸਪੀਰ ਸਿੰਘ ਗਰਚਾ ਜਿਹੜੇ ਸਟਾਕਟਨ ਦੇ ਵਿੱਚ ਨੇ ਸਫਲ ਕਾਰੋਬਾਰੀ ਨੇ ਵੈਸੇ ਮੁੱਢਲੇ ਤੌਰ ਤੇ ਖਾਲਿਸਤਾਨੀ ਐਕਟਿਵਿਸਟ ਨੇ ਜੀ ਚੰਗੇ ਸ਼ਾਇਰ ਵੀ ਨੇ ਗਾਇਕ ਵੀ ਨੇ ਆਪ ਹੀ ਲਿਖਦੇ ਨੇ ਆਪ ਹੀ ਗਾਉਂਦੇ ਨੇ ਔਰ ਪ੍ਰੋਫੈਸ਼ਨਲੀ ਜਦੋਂ ਉਹਨਾਂ ਨੂੰ ਵਕਤ ਮਿਲਦਾ ਹੈ ਉਹ ਆਪਣੇ ਕੋਈ ਨਾ ਕੋਈ ਸੌਂਗ ਰਿਲੀਜ਼ ਕਰਦੇ ਰਹਿੰਦੇ ਨੇ। ਵੈਰੀ ਗੁੱਡ। ਹਮੇਸ਼ਾ ਹੀ ਜਦੋਂ ਵੀ ਉਹਨਾਂ ਦੇ ਨਾਲ ਮਿਲਣ ਦਾ ਵੀ ਇਤਫਾਕ ਹੁੰਦਾ ਤੁਹਾਨੂੰ ਇੱਕ ਉਤਸ਼ਾਹ ਮਹਿਸੂਸ ਹੁੰਦਾ ਹੈ। ਕੁਝ ਪਰਸਨੈਲਿਟੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਮਿਟਮੈਂਟ ਵੀ ਹੁੰਦੀ ਹੈ ਔਰ ਉਹਨਾਂ ਦੇ ਵਿੱਚ ਉਹਨਾਂ ਦਾ ਹੱਸਣ ਖੇਡਣ ਵਾਲਾ ਮਿਜ਼ਾਜ ਵੀ ਹੁੰਦਾ ਔਰ ਗੁੱਸਾ ਨਾ ਕਰਨ ਵਾਲੀ ਰੁਚੀ ਵੀ ਹੁੰਦੀ ਹੈ। ਸੋ ਉਹਨਾਂ ਨੇ ਕਿਉਂਕਿ ਅਸੀਂ ਵੀ ਇਸ ਵੀਕਐਂਡ ਸਟਾਕਟਨ ਜਾ ਰਹੇ ਜਿਹੜਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸਭ ਤੋਂ ਪੁਰਾਣਾ ਹਿਸਟੋਰੀਕਲ ਗੁਰਦੁਆਰਾ ਹੈ ਜੀ ਅਮਰੀਕਾ ਦੇ ਵਿੱਚ ਔਰ ਇਹ ਗਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ ਹੈ। ਅਸਲ ਦੇ ਵਿੱਚ ਇਸ ਦੀ ਫਾਊਂਡੇਸ਼ਨ ਹੀ ਉਹ ਸੰਤ ਤੇਜਾ ਸਿੰਘ ਔਰ ਉਸ ਜ਼ਮਾਨੇ 'ਚ ਬਾਬਾ ਸੋਹਣ ਸਿੰਘ ਪਕਰਾ ਬਾਬਾ ਵਿਸਾਖਾ ਸਿੰਘ ਇਸ ਲੈਵਲ ਦੇ ਗਦਰੀ ਔਰ ਉਸ ਧਰਤੀ ਦੇ ਉੱਤੇ ਕਰਤਾਰ ਸਿੰਘ ਸਰਾਭਾ ਵਰਗੀ ਰੈਵੋਲੂਸ਼ਨਰੀ ਰੂਹ ਉਸ ਨੇ ਵੀ ਗਦਰ ਗੂੰਜਾਂ ਪਾਈਆਂ ਹੋਈਆਂ ਨੇ। ਉਸ ਦੀ ਇੱਕ ਆਪਣੀ ਇਤਿਹਾਸਕ ਅਹਿਮੀਅਤ ਹੈ ਔਰ ਸਟਾਕਟਨ ਦਾ ਇਹੀ ਗੁਰਦੁਆਰਾ ਸਾਹਿਬ ਜੂਨ 84 ਤੋਂ ਬਾਅਦ ਖਾਲਿਸਤਾਨ ਦੀ ਤਹਿਰੀਕ ਦਾ ਵੀ ਗੜ੍ਹ ਹੈ ਔਰ ਇਹ ਯੂਨੀਕ ਗੁਰਦੁਆਰਾ ਸਾਹਿਬ ਹੈ ਜਿੱਥੇ ਨਿਸ਼ਾਨ ਸਾਹਿਬ ਦੇ ਨਾਲ ਇੱਕ
ਖਾਲਿਸਤਾਨ ਦਾ ਖਾਲਿਸਤਾਨ ਦਾ ਝੰਡਾ ਵੀ ਜਿਹੜਾ ਨਿਸ਼ਾਨ ਸਾਹਿਬ ਤੋਂ ਥੋੜਾ ਨੀਵਾਂ ਹੈ ਜੀ ਉਹ ਝੁਲਾਇਆ ਗਿਆ ਔਰ ਲਗਾਤਾਰਤਾ ਨਾਲ ਉੱਥੇ ਖਾਲਿਸਤਾਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ। ਬਿਲਕੁਲ। ਔਰ ਹੁਣ ਵੀ ਜਿਹੜਾ ਉਹਨਾਂ ਦਾ ਐਨੂਅਲ ਨਗਰ ਕੀਰਤਨ ਹੈ ਉਹ ਆਉਣ ਵਾਲੇ ਐਤਵਾਰ ਹੈ, ਲੇਕਿਨ ਆਲਰੇਡੀ ਅੱਜ ਉੱਥੋਂ ਦੇ ਮੁੱਖ ਸੇਵਾਦਾਰ ਰਵਿੰਦਰ ਸਿੰਘ, ਜਿਹਨਾਂ ਨੂੰ ਅਸੀਂ ਤਾਂ ਪਿਆਰ ਨਾਲ ਰਿੰਪੀ ਕਹਿੰਦੇ ਹਾਂ, ਉਹਨਾਂ ਨਾਲ ਵੀ ਗੱਲਬਾਤ ਹੋ ਰਹੀ ਸੀ। ਉਹਨਾਂ ਨੇ ਕਿਹਾ ਜੀ ਕਿ ਸੰਗਤਾਂ ਦਾ ਹੜ੍ਹ ਆਇਆ ਹੋਇਆ ਹੈ, ਵਾਹ ਨਾਈਸ ਕੀਰਤਨੀ ਜਥੇ ਕਥਾਵਾਚਕ ਪਹਿਲਾਂ ਹੀ ਕਈ ਹਫ਼ਤੇ ਪਹਿਲਾਂ ਸ਼ੁਰੂ ਹੋ ਜਾਂਦੇ ਨੇ ਜੀ। ਔਰ ਉਹਨਾਂ ਦਾ ਫਿਰ ਇਹ ਵੀ ਵਿਸ਼ੇਸ਼ ਉਦਮ ਹੁੰਦਾ ਹੈ, ਤੁਸੀਂ ਸਟਾਕਟਨ ਜਾਓ ਤੇ ਇਸ ਨਗਰ ਕੀਰਤਨ 'ਚ ਤੁਹਾਨੂੰ ਸੈਂਕੜਿਆਂ ਭੁਜੰਗਣਾ ਜਿਹੜੇ ਨੇ ਉਹ ਖਾਲਸਾਈ ਬਾਣਿਆਂ 'ਚ ਗੱਤਕਾ ਖੇਡਦੇ ਨਜ਼ਰ ਆਉਣਗੇ। ਜੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਜਿਹੜਾ ਇਸ ਪਾਸੇ ਵੀ ਧਿਆਨ ਹੁੰਦਾ ਹੈ ਕਿ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ, ਖਾਲਸਾਈ ਪਰੰਪਰਾ ਨਾਲ ਜੋੜਨਾ। ਅੱਛਾ। ਔਰ ਇਸ ਦੇ ਨਾਲ ਤੁਸੀਂ ਉੱਥੇ ਇੱਕ ਸੇਵਾ ਦਾ ਕੁੰਭ ਵੀ ਦੇਖ ਸਕਦੇ ਹੋ, ਕਿਉਂਕਿ ਜਿੰਨੀ ਹੱਥੀਂ ਸੇਵਾ ਆਲੇ ਦੁਆਲੇ, ਕਿਉਂਕਿ ਸਟਾਕਟਨ ਸਭ ਤੋਂ ਪੁਰਾਣਾ ਗੁਰਦੁਆਰਾ ਆਲਮੋਸਟ 115-16 ਸਾਲ ਪਹਿਲਾਂ ਦਾ ਬਣਿਆ ਹੋਇਆ। ਹਾਲਾਂਕਿ ਜਦੋਂ ਇਹ ਗੁਰਦੁਆਰਾ ਸਾਹਿਬ ਸੀ ਉਦੋਂ ਨੇੜੇ ਤੇੜੇ ਤਾਂ ਨਹੀਂ ਸੀ, ਹੁਣ ਤਾਂ ਉਹਦੀ ਵਿਸਿਨਿਟੀ 'ਚ ਮੋਡੈਸਟੋ, ਟ੍ਰੇਸੀ, ਲਿਵਿੰਗਸਟਨ ਔਰ ਦੂਸਰੇ ਪਾਸੇ ਸੈਕਰਾਮੈਂਟੋ ਤੱਕ ਪੂਰੀ ਗੁਰਦੁਆਰਿਆਂ ਦੀ ਸਟ੍ਰਿੰਗ ਆਫ ਗੁਰਦੁਆਰਾ ਹੈ। ਲੇਕਿਨ ਅੱਜ ਵੀ ਇਸ ਮੁਕਾਮ ਦਾ ਜਾਂ ਇਸ ਗੁਰਦੁਆਰਾ ਸਾਹਿਬ ਦੀ ਇੱਕ ਆਪਣੀ ਅਹਿਮੀਅਤ ਹੈ। ਔਰ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਦੇ ਲਈ ਦੂਰ ਦੁਰਾਡਿਓਂ ਜਿਹੜੇ ਨੌਜਵਾਨ ਨੇ ਔਰ ਗੱਤਕਾ ਟੀਮਾਂ ਵੀ ਆਉਂਦੀਆਂ ਨੇ। ਔਰ ਦੂਸਰਾ ਪਾਰਟ ਜਿਹੜਾ ਬਹੁਤ ਸਾਰੇ ਗੁਰਦੁਆਰਿਆਂ ਦੇ ਏਜੰਡੇ 'ਚ ਸ਼ਾਮਲ ਨਹੀਂ ਹੁੰਦਾ ਕਿ ਉੱਥੇ ਲਗਾਤਾਰਤਾ ਨਾਲ ਅੰਮ੍ਰਿਤ ਸੰਚਾਰ ਮੁਹਿੰਮ ਵੀ ਹੁੰਦੀ ਹੈ। ਔਰ ਹੁਣ ਵੀ ਖਾਲਸਾ ਸਾਜਨਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤ ਸੰਚਾਰ, ਜਿਹੜੇ ਅੰਮ੍ਰਿਤ ਬਲਾਖੀ ਨੇ ਅੰਮ੍ਰਿਤ ਦੀ ਦਾਤ ਵੀ ਲੈਣਗੇ, ਫਿਰ ਉਸ ਦਿਨ ਵੀ ਅੰਮ੍ਰਿਤ ਸੰਚਾਰ ਹੋਏਗਾ। ਔਰ ਲਗਾਤਾਰਤਾ ਨਾਲ ਉਹਨਾਂ ਦਾ ਇਹ ਪ੍ਰੋਗਰਾਮ ਚੱਲਦਾ ਰਹਿੰਦਾ। ਪੰਜਾਬ 'ਚ ਕੀ ਹੋ ਰਿਹਾ ਹੈ ਉਸ ਬਾਰੇ ਵੀ ਉਹ ਪੂਰੇ ਸਜਗ ਹੀ ਨਹੀਂ ਰਹਿੰਦੇ, ਪੂਰੀ ਸਪੋਰਟ ਹੁੰਦੀ ਹੈ ਉਹਨਾਂ ਦੀ। ਔਰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਬਣੇ ਤਾਂ ਫਿਰ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਪੈਦਾਇਸ਼ੀ ਪਿੰਡ ਰੋਡੇ, ਜਿੱਥੇ ਉਹਨਾਂ ਦੀ ਦਸਤਾਰਬੰਦੀ ਹੋਈ, ਉਹਦੇ 'ਚ ਖਾਸ ਅਨਾਉਂਸਮੈਂਟ ਵੀ ਹੋਈ ਕਿ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਦੀ ਸੰਗਤ ਵੱਲੋਂ, ਮੈਨੇਜਮੈਂਟ ਵੱਲੋਂ ਵੀ ਦਸਤਾਰ ਭੇਜੀ ਗਈ ਹੈ। ਸੋ ਪੰਜਾਬ ਦੇ ਹਰ ਇਸ਼ੂ ਦੇ ਉੱਤੇ ਜਿਹੜਾ ਉਹਨਾਂ ਦੀ ਪਹੁੰਚ ਅਗਾਂਹ ਵਧੂ ਹੁੰਦੀ ਹੈ। ਇਹ ਨਹੀਂ ਹੈ ਕਿ ਵੀ ਜਿਵੇਂ ਅੱਜ ਅਸੀਂ ਦੇਖਦੇ ਹਾਂ, ਔਰ ਅੱਜ ਹੀ ਭੈਣ ਜੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਲੰਬੇ ਵਕਤ ਤੋਂ, ਉਹਨਾਂ ਦੀ ਬੜੀ ਉਦਾਸ ਆਵਾਜ਼ ਦੇ ਵਿੱਚ ਕਾਲ ਸੀ ਤੇ ਉਹਨਾਂ ਨੇ ਕਿਹਾ ਜੀ ਕਿ ਬੇਨਤੀ ਕਰੋ ਇਹਨਾਂ ਨੂੰ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਓ। ਤੇ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਔਰ ਇੱਕ ਲਾਈਨ ਜਿਹੜੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਕਿ ਜ਼ੁਬਾਂ पे राज था जिनको, जुबां पे नाज था जिनको, वो बेजुबान निकले। ਬਿਲਕੁਲ। ਕਿ ਵੀ ਜਿਹੜੇ ਇੰਨੀਆਂ ਗੱਲਾਂ ਕਰਨ ਵਾਲੇ ਸੀ, ਉਹ ਜਿਹੜੇ ਇੰਨੇ ਦਾਅਵੇ ਮਾਰਨ ਵਾਲੇ ਸੀ, ਉਹ ਤੁਹਾਨੂੰ ਕਿਤੇ ਅਰਾਊਂਡ ਨਜ਼ਰ ਹੀ ਨਹੀਂ ਆਉਂਦੇ। ਔਰ ਬਿਲਕੁਲ ਚਲੋ ਕੁਛ ਤਾਂ ਚੁੱਪ ਕਰ ਗਏ, ਉਹਨਾਂ ਦੀ ਜ਼ੁਬਾਨ ਨੂੰ ਲਕਵਾ ਮਾਰ ਗਿਆ, ਇਹ ਵੀ ਸਮਝ ਆ ਸਕਦਾ, ਪਰ ਕਈਆਂ ਦੀ ਜ਼ੁਬਾਨ ਜਿਹੜੀ ਹੈ ਉਹ ਟਵਿਸਟਡ ਹੋ ਗਈ, ਉਹਨਾਂ 'ਚ ਪੁੱਠੀਆਂ ਗੱਲਾਂ ਨਿਕਲ ਰਹੀਆਂ ਨੇ। ਸੋ ਇਹ ਸਾਰੇ ਦੇ ਚੱਲਦੇ ਆ ਅਫਸੋਸ ਵੀ ਹੁੰਦਾ। ਮੈਂ ਵੀ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹੀ ਹਾਲ 26 ਜਨਵਰੀ ਤੋਂ ਬਾਅਦ ਜਦੋਂ ਦੀਪ ਸਿੱਧੂ ਨੇ ਖਾਲਸਾਈ ਪਰਚਮ ਲਹਿਰਾਇਆ ਸੀ, ਜੁਗਰਾਜ ਸਿੰਘ ਨੇ ਲਹਿਰਾਇਆ, ਦੀਪ ਸਿੱਧੂ ਮੋਟੀਵੇਸ਼ਨ ਸੀ, ਤੇ ਉਸ ਤੋਂ ਬਾਅਦ ਵੀ ਜਿਵੇਂ ਇੱਕ ਤਬਕਾ ਪੂਰੀ ਤਰ੍ਹਾਂ ਜਿਹੜਾ ਹੈ ਉਹ ਉਸ ਬਿਮਾਰੀ ਦਾ ਸ਼ਿਕਾਰ ਹੋ ਕੇ ਆਪਣੇ ਸਿਰ 'ਚ ਹੀ ਸਵਾਹ ਪਾ ਰਿਹਾ ਸੀ, ਜਿਸ ਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਉਹ ਜਿਹੜਾ ਤੁਹਾਡੇ ਤੇ ਟੌਰਚਰ ਕਰ ਰਿਹਾ, ਤੁਹਾਡੇ ਤੇ ਜ਼ੁਲਮ ਕਰ ਰਿਹਾ, ਉਸ ਦੇ ਨਾਲ ਹੀ ਤੁਸੀਂ ਜਿਹੜਾ ਹੈ ਉਹ ਪਿਆਰ ਕਰਨ ਲੱਗ ਜਾਂਦੇ ਹੋ। ਸੋ ਇਸ ਕਿਸਮ ਦਾ ਇੱਕ ਵਰਤਾਰਾ, ਇੱਕ ਡਰ ਦੇ ਥੱਲੇ, ਇੱਕ ਜਿਹੜੇ ਨੇ ਉਹ ਬਿਲਕੁਲ ਨੈਗੇਟਿਵਿਟੀ, ਕਈਆਂ ਨੂੰ ਫਿਰ ਮਰਿਆਦਾ ਯਾਦ ਆ ਜਾਂਦੀ ਹੈ, ਉਦੋਂ ਕਿ ਉਹ ਇਤਿਹਾਸ ਸੁਣਾਉਣ ਲੱਗ ਜਾਂਦੇ ਨੇ। ਸੋ ਇਸ ਸਾਰੇ ਦੇ ਚੱਲਦੇ ਆ, ਜਿਵੇਂ ਵੀਰ ਜਸਪੀਰ ਸਿੰਘ ਗਰਚਾ ਨੇ ਕਿਹਾ ਕਿ ਵੀ ਉਹ ਜੇ ਵੀ ਨੇ, ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਇੱਥੇ ਜਿਹੜੇ ਉਹ ਰੈਂਟਾ ਸਿੱਖ ਪਹਾੜੇ ਦੇ ਟੱਟੂ ਨੇ, ਉਹਨਾਂ ਨੇ ਵਾਸ਼ਿੰਗਟਨ 'ਚ ਜਦੋਂ ਕਿ ਐਨ ਇੱਕ ਪਾਸੇ ਕੈਪੀਟਲ ਹਿੱਲ ਮਾਰਚ ਹੋ ਰਿਹਾ ਸੀ, 6ਵੀਂ ਜਿਹੜੀ ਹੈ ਸਿੱਖ ਡੇ ਫਰੀडम ਮਾਰਚ, ਉੱਥੇ ਨਾਲ ਦੀ ਨਾਲ ਹੀ ਦੂਸਰੇ ਪਾਸੇ ਉਹ ਰੈਂਟਾ ਸਿੱਖ ਜਿਹੜੇ ਨੇ ਇੱਕ ਫੰਕਸ਼ਨ ਕਰਕੇ ਉਹਦੇ 'ਚ ਕੁਛ ਨੂੰ ਜਿਹੜੇ ਨੇ ਉਹ ਸਿੱਖ ਹੀਰੋ ਅਵਾਰਡ ਦੇ ਰਹੇ ਸੀ, ਜਿਨ੍ਹਾਂ 'ਚ ਤਰਨਜੀਤ ਸਿੰਘ ਸੰਧੂ ਜਿਹੜਾ ਐਂਬੈਸਡਰ ਹੈ ਇੱਥੇ ਲਾਇਆ ਹੋਇਆ, ਐਕਸਟੈਂਸ਼ਨ ਜਿਹਨੂੰ ਦੇ ਰਹੇ ਨੇ, ਉਹਨੂੰ ਵੀ ਦੇ ਰਹੇ ਸੀ। ਔਰ ਉਹ ਵੀ ਬੜਾ ਸਿੱਖੀ ਦੀ ਗੱਲ ਕਰਦੇ ਆ ਕਿ ਜੀ ਸਿੱਖੀ ਤਾਂ ਯੂਨਿਟੀ ਦਾ ਨਾਂ ਹੈ ਔਰ
ਭੇਦਭਾਵ ਨਹੀਂ ਹੋਣਾ ਚਾਹੀਦਾ। ਯਾਨੀ ਇਹ ਉਸ ਤਰੀਕੇ ਦੇ ਨਾਲ ਕਿ ਜੋ ਸਾਡੇ ਤੇ ਜ਼ੁਲਮ ਹੋ ਰਹੇ ਨੇ, ਜਿਸ ਪਾਸੇ ਸਾਨੂੰ ਅੱਜ ਧੱਕਿਆ ਜਾ ਰਿਹਾ, ਪੰਜਾਬ ਨੂੰ ਇੱਕ ਵਾਰੀ ਫੇਰ ਉਹਨਾਂ ਨੇ ਪੰਜਾਬ ਅੰਡਰ ਸੀਜ ਹੈ, ਸਿਵਲ ਲਿਬਰਟੀਜ਼ ਕੁਚਲੀਆਂ ਜਾ ਰਹੀਆਂ। ਜਿਵੇਂ ਕਿਸੇ ਨੂੰ ਇਹ ਗੱਲ ਅੱਖਰ ਦੀ ਨਹੀਂ ਹੈ ਕਿ ਜੀ ਚੰਗੇ ਭਲੇ ਬੰਦੇ ਨੂੰ ਤੁਸੀਂ ਕਿਵੇਂ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਚੁੱਕ ਕੇ 2000 ਮੀਲ ਦੂਰ ਕਾਲਾ ਪਾਣੀ ਭੇਜ ਸਕਦੇ ਹੋ। ਲੇਕਿਨ ਉਹਨਾਂ ਨੂੰ ਲੱਗਦਾ ਵੀ ਇਹ ਸਾਨੂੰ ਥੋੜੀ ਸਾਡੇ ਨਾਲ ਹੋ ਰਿਹਾ, ਇਹ ਤਾਂ ਆਮ ਵਰਤਾ। ਔਰ ਉਹ ਕਹਿਣਗੇ, ਔਰ ਉੱਥੇ ਬੈਠੇ ਵੀ ਕਹਿਣਗੇ ਜੀ ਇਹ ਗਲਤ ਪ੍ਰਚਾਰਿਆ ਜਾ ਰਿਹਾ ਕਿ ਪੰਜਾਬ 'ਚ ਕੁਛ ਹੋ ਰਿਹਾ। ਪੰਜਾਬ ਬਿਲਕੁਲ ਸ਼ਾਂਤ ਹੈ, ਪੰਜਾਬ ਬਿਲਕੁਲ। ਔਰ ਇੱਕ ਜਿਹੜੇ ਅਕਾਲੀ ਔਰ ਦੂਸਰੇ ਜਿਹੜੇ ਇਸ ਸਾਰੇ 'ਚੋਂ ਸਿਆਸੀ ਲਾਹਾ ਵੀ ਲੈਣਾ ਚਾਹੁੰਦੇ ਨੇ, ਸਿੱਖਾਂ ਦੀ ਪਲਸ ਤੇ ਹੱਥ ਵੀ ਰੱਖਣਾ ਚਾਹੁੰਦੇ ਨੇ, ਪਰ ਨਾਲ ਦੀ ਨਾਲ ਇਹ ਕਹਿਣਗੇ ਜੀ ਸਭ ਜਿਹੜਾ ਇਹ ਏਜੰਸੀਆਂ ਦਾ ਕੰਮ ਹੈ, ਉਹਨਾਂ ਨੇ ਹੀ ਭੜਕਾਟ ਪੈਦਾ ਕੀਤੀ, ਉਹਨਾਂ ਨੇ ਇਹ ਉਹ ਈਵਨ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦੇ ਸਾਥੀਆਂ ਦੇ ਨਾਲ ਜੋ ਕੁਝ ਹੋ ਰਿਹਾ ਹੈ, ਉਸ ਨੂੰ ਵੀ ਉਹ ਜਿਹੜਾ ਹੈ ਉਸ ਸਾਜ਼ਿਸ਼ ਦੇ ਥੱਲੇ ਜਿਵੇਂ ਕਿ ਉਹ ਇੱਕ ਏਜੰਸੀਆਂ ਦਾ ਮੋਹਰਾ ਹੋਏ ਇਵੇਂ ਪ੍ਰੈਜ਼ੈਂਟ ਕਰਨ ਦੀ ਗੱਲ ਕਰ ਰਹੇ ਨੇ। ਸੋ ਦੇਖੋ ਗੱਲ ਇਹ ਹੈ ਕਿ ਵੀ ਸਾਡੇ ਵੀਰ ਸਰ ਜਤਿੰਦਰ ਸਿੰਘ ਪਨੇਸਰ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਨੇ ਕਿ ਭਾਈ ਜੇ ਕੋਈ ਯਤਨ ਜੋ ਤੁਸੀਂ 20 ਸਾਲ ਪਹਿਲਾਂ ਕੀਤਾ ਉਹਦੇ ਲਈ ਜੋ ਤੁਸੀਂ ਇਨਸਟਰੂਮੈਂਟ ਯੂਜ਼ ਕੀਤੇ ਜਾਂ ਜੋ ਤੁਹਾਡਾ ਤੌਰ ਤਰੀਕਾ ਸੀ ਤੇ ਜੋ ਨਤੀਜਾ ਨਿਕਲਿਆ, ਜੇ 20 ਸਾਲ ਬਾਅਦ ਵੀ ਤੁਸੀਂ ਉਹੀ ਇਨਸਟਰੂਮੈਂਟ ਯੂਜ਼ ਕਰੋਗੇ, ਉਹੀ ਤੌਰ ਤਰੀਕਾ ਤੁਹਾਡਾ ਹੋਏਗਾ ਤੇ ਰਿਜ਼ਲਟ ਉਹੀ ਨਿਕਲੇਗਾ ਜਿਹੜਾ 20 ਸਾਲ ਪਹਿਲਾਂ ਨਿਕਲਿਆ ਸੀ। ਹੁਣ ਇਹ ਇਸ ਲਈ ਹੈ ਕਿ ਵੀ ਇਹੀ ਵਰਤਾਰਾ ਅਸੀਂ ਜਦੋਂ ਇਹ ਮੰਨ ਕੇ ਤੁਰਦੇ ਹਾਂ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਨੇ ਮਿਲਾਇਨ ਵੀ ਕਰਨਾ ਹੈ, ਉਹਨਾਂ ਨੇ ਝੂਠ ਵੀ ਜਿਹੜਾ ਪ੍ਰਚਾਰਨਾ ਹੈ, ਪਰੋਸਣਾ ਹੈ, ਉਹਨਾਂ ਨੇ ਦਮਨ ਵੀ ਕਰਨਾ ਹੈ, ਉਹਨਾਂ ਨੇ ਦੂਜਾ ਵੀ ਕਰਨਾ ਹੈ, ਉਹਨਾਂ ਨੇ ਤੁਹਾਡੇ 'ਚ ਵੀ ਅੱਡ ਅੱਡ ਜਿਹੜੇ ਨੇ ਉਹ ਫਿਰਕੇ ਖੜੇ ਕਰਨੇ ਨੇ। ਪਰ ਔਰ ਇਹ ਅਸੀਂ ਵਰਤਾਰਾ 47 ਤੋਂ ਬਾਅਦ ਇਨ ਜਨਰਲ 80ਵਿਆਂ ਤੋਂ ਬਾਅਦ ਇਨ ਪਰਟੀਕੂਲਰ ਦੇਖਦੇ ਹਾਂ। ਪਰ ਜੇ ਹਰ ਵਾਰ ਅਸੀਂ ਅਗੇਨ ਆਪਣਿਆਂ ਨੂੰ ਹੀ ਸਮਝਾਉਣ ਤੇ ਰਹਿਣਾ ਔਰ ਸਾਡਾ ਵਰਤਾਰਾ ਵੀ ਬਿਲਕੁਲ ਉਹੀ ਹੋਣਾ ਜੋ 39 ਸਾਲ ਪਹਿਲਾਂ ਸੀ, ਜੇ ਜੂਨ 84 ਦੇ ਹਵਾਲੇ ਨਾਲ ਗੱਲ ਕਰੀਏ ਤਾਂ ਫਿਰ ਨਤੀਜਾ ਅੱਜ ਵੀ ਉਹੀ ਨਿਕਲੇਗਾ। ਜਿੰਨੇ ਕੁ ਤੁਹਾਡੇ ਤਿਆਰ ਹੁੰਦੇ ਨੇ ਅਵੇਅਰਨੈਸ ਵਾਲੇ ਔਰ ਜਾਗਰੂਕ ਤੁਹਾਡੀ ਨੌਜਵਾਨੀ, ਉਹ ਉਹਨਾਂ ਨੇ ਜੇਲ੍ਹਾਂ 'ਚ ਗਾਲ ਦੇਣੀ ਹੈ ਜਿਵੇਂ ਅੱਗੇ ਗਾਲੇ ਨੇ। ਹੁਣ ਅਸੀਂ ਅੱਜ ਬੈਠੇ ਆ ਮੋਰਚਾ ਲਾ ਕੇ, ਕੌਮੀ ਇਨਸਾਫ ਮੋਰਚਾ, 30-32 ਸਾਲ ਦੇ ਬੈਠੇ ਨੇ, ਬੰਦੀ ਸਿੰਘ ਰਿਹਾ ਕਰੋ, ਨਵੇਂ ਉਹ ਚੁੱਕ ਕੇ ਅੰਦਰ ਸੁੱਟ ਰਹੇ ਨੇ ਜਿਨ੍ਹਾਂ ਨੂੰ ਦੀ ਕੋਈ ਹੈ ਨਹੀਂ ਹੈ, ਔਰ ਜਿਹੜੇ ਵੀ ਇਸ 'ਚ ਥੋੜਾ ਬਹੁਤ ਨਜ਼ਰ ਵੀ ਆ ਰਿਹਾ ਜੀ ਦੌੜ ਭੱਜ ਕਰ ਰਹੇ ਨੇ, ਉਹ ਵੀ ਗੋਂਗਲੂਆਂ ਤੋਂ ਮਿੱਟੀ ਲਾ ਰਹੇ ਨੇ, ਕੋਈ ਸੀਰੀਅਸ ਐਫਰਟ ਨਹੀਂ ਹੈ। ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਵੀਰ ਜਸਬੀਰ ਸਿੰਘ ਗਰਚਾ ਦਾ, ਕਿਉਂਕਿ ਉਹ ਖੁਦ ਵੀ ਜਿਹੜੀ ਇਹ ਕੌਮ ਦੀ ਇੱਕ ਇਸ ਕਿਸਮ ਦੀ ਇੱਕ ਪ੍ਰਸਤੀ ਵਾਲੀ ਇੱਕ ਅਸੀਂ ਜਦੋਂ ਇੱਕ ਹਾਰ ਨੂੰ ਵੀ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਡਿਫੀਟਿਸਟ ਮੈਂਟੈਲਿਟੀ ਵਾਲੇ ਲੋਕ ਵੀ ਨਾਲ ਨੇ, ਰੈਂਟਾ ਸਿੱਖ ਵੀ ਨਾਲ ਨੇ। ਪਰ ਜਿਵੇਂ ਅਸੀਂ ਹਮੇਸ਼ਾ ਇਹ ਗੱਲ ਫੇਥ ਨਾਲ ਕਹਿੰਦੇ ਹਾਂ ਕਿ ਗੁਰੂ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਨੇ, ਅਸੀਂ ਪਹਿਲਾਂ ਵੀ ਬੀਤੀਆਂ ਸਦੀਆਂ 'ਚ ਵੀ ਟਫ ਟਾਈਮਸ 'ਚੋਂ ਗੁਜ਼ਰੇ। ਸਾਡੀ ਹਮੇਸ਼ਾ ਜਿਹੜੀ ਲੜਾਈ ਹੈ ਉਹ ਤਾਂ ਸਿੱਧੀ ਰਹੀ, ਟੂ ਬੀ ਔਰ ਨਾਟ ਟੂ ਬੀ। ਅਸੀਂ ਗੁਰੂ ਤੇ ਭਰੋਸਾ ਰੱਖ ਕੇ ਆਪਣਾ ਨਾ ਕਦੇ ਪਾਤਸ਼ਾਹੀ ਦਾਵਾ ਛੱਡਿਆ, ਨਾ ਸਾਡਾ ਕਦੇ ਈਮਾਨ ਕਮਜ਼ੋਰ ਹੋਇਆ, ਔਰ ਅਸੀਂ ਇਹ ਮੰਨ ਕੇ ਤੁਰੇ ਹਾਂ ਹਮੇਸ਼ਾ ਹੀ ਕਿ ਭਾਈ ਅਸੀਂ ਜਿੰਨੇ ਮਰਜ਼ੀ ਔਖੀ ਘਾਟੀ 'ਚੋਂ ਵੈਲੀ ਆਫ ਡੈਥ 'ਚੋਂ ਗੁਜ਼ਰੀਏ, 10ਵੇਂ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਔਰ ਬਹੁਤ ਜਲਦ ਜਿਹੜਾ ਜਿਉਂ-ਜਿਉਂ ਜ਼ਾਲਮ ਦਾ ਵਾਰ, ਜ਼ਾਲਮ ਦੇ ਜ਼ੁਲਮ, ਜ਼ਾਲਮ ਦਾ ਦਮਨ ਚੱਕਰ ਤੇਜ਼ੀ ਨਾਲ ਚੱਲ ਰਿਹਾ ਹੈ, ਤਿਉਂ-ਤਿਉਂ ਸਾਡੀ ਮੰਜ਼ਿਲ ਜਿਹੜੀ ਹੈ ਉਹ ਕਰੀਬ ਆ ਰਹੀ ਹੈ। ਔਰ ਮੈਂ ਸਮਝਦਾ ਵੀ ਜਿਵੇਂ ਤੁਸੀਂ ਵੀ ਇਹ ਕਿਹਾ ਕਿ ਇੱਕ ਪਾਸੇ ਜਿਹੜੀਆਂ ਕੌਮਾਂ ਨਸਲਕੁਸ਼ੀ ਦਾ ਸ਼ਿਕਾਰ ਹੁੰਦੀਆਂ ਨੇ, ਐਥਨੀਸਿਟੀ ਦਾ ਵਾਈਪ ਆਊਟ ਕਰਨਾ ਜਿਸ ਨੂੰ ਐਥਨਿਕ ਕਲੀਨਜ਼ਿੰਗ ਕਹਿੰਦੇ ਨੇ, ਉਸ ਦਾ ਸ਼ਿਕਾਰ ਹੁੰਦੀਆਂ ਨੇ। ਉਸ ਦੇ ਲਈ ਹੋਲੋਕਾਸਟ ਲਫ਼ਜ਼ ਤਾਂ ਯਹੂਦੀਆਂ ਨੇ ਆਪਣੇ ਨਾਂ ਹੀ ਟ੍ਰੇਡਮਾਰਕ ਲੈ ਲਿਆ ਹੋਇਆ, ਦੂਸਰਿਆਂ ਨੂੰ ਵਰਤਣ ਨਹੀਂ ਦਿੰਦੇ। ਅਸੀਂ ਘੱਲੂਕਾਰਾ ਲਫ਼ਜ਼ ਇਸ ਦੇ ਲਈ 18ਵੀਂ ਸਦੀ 'ਚ ਘੜਿਆ ਸੀ। ਹੁਣ ਉਹ ਤਾਂ ਉਸ 'ਚੋਂ ਗੁਜ਼ਰ ਰਹੇ ਹੁੰਦੇ ਨੇ, ਉਹਨਾਂ ਦਾ ਘਾਣ ਬੱਚਾ ਪੀੜਿਆ ਜਾ ਰਿਹਾ ਹੁੰਦਾ ਹੈ, ਉਹਨਾਂ ਦੀਆਂ ਔਰਤਾਂ ਬੇਪੱਤ ਹੋ ਰਹੀਆਂ ਹੁੰਦੀਆਂ ਨੇ, ਉਹਨਾਂ ਦਾ ਘਰ ਘਾਟ, ਨਿਸ਼ਾਨੀਆਂ, ਇਤਿਹਾਸ, ਕਲਚਰ, ਤਹਿਜ਼ੀਬ, ਬੋਲੀ, ਰੀਸੋਰਸ, ਆਰਥਿਕਤਾ ਸਭ ਕੁਝ ਤਬਾਹ ਕੀਤੀ ਜਾ ਰਹੀ ਹੁੰਦੀ ਹੈ। ਪਰ
ਜਿਹੜੇ ਦੂਰ ਦਰਾਡੇ ਬੈਠੇ ਲੋਕ ਨੇ ਉਹਨਾਂ ਤੱਕ ਤਾਂ ਉਹੀ ਕਹਾਣੀ, ਉਹੀ ਨੈਰੇਟਿਵ, ਜਿਵੇਂ ਅਫਰੀਕਨ ਪ੍ਰੋਵਰਬ ਦੀ ਅਸੀਂ ਗੱਲ ਕਰਦੇ ਹਾਂ ਕਿ ਸ਼ੇਰ ਔਰ ਸ਼ਿਕਾਰੀ ਦੀ ਲੜਾਈ ਜਿਹੜੀ ਕਹਾਣੀ ਹੈ ਉਹ ਤਾਂ ਸ਼ਿਕਾਰੀ ਦੀ ਸੁਣਾਈ ਜਾਂਦੀ ਕਿਉਂਕਿ ਸ਼ਿਕਾਰੀ ਜਿੱਤਦਾ ਹੈ। ਸੋ ਉਹ ਕਿਉਂਕਿ ਜਦੋਂ ਅਸੀਂ ਜ਼ਿਕਰ ਕਰਾਂਗੇ ਕਿ ਵੀ ਜਿਹੜੇ ਜਦੋਂ ਨਸਲ ਕੁਸ਼ੀਆਂ ਦੀ ਗੱਲ ਹੁੰਦੀ ਹੈ, ਜਿੱਥੇ ਜਿੱਥੇ ਵੀ ਹਿਸਟਰੀ ਦੇ ਵਿੱਚ ਜਿਨ੍ਹਾਂ ਕਬੀਲਿਆਂ ਨੇ, ਕੌਮਾਂ ਨੇ, ਮੁਲਕਾਂ ਨੇ ਆਪਣੀਆਂ ਅਕਲੀਅਤਾਂ ਨਾਲ ਜਾਂ ਰਾਈਵਲ ਕਬੀਲਿਆਂ ਦੇ ਨਾਲ ਕੀਤੀ, ਜਦੋਂ ਅਸੀਂ ਕਬੀਲਿਆਂ ਦੀ ਦੇਖਦੇ ਹਾਂ, ਸਾਡੇ ਸਾਹਮਣੇ ਰਵਾਂਡਨ ਜੈਨੋਸਾਈਡ ਹੈ ਜਿਹੜਾ ਦੋ ਕਬੀਲਿਆਂ ਦੇ ਵਿਚਾਲੇ ਹੈ, ਟੁਟਸੀ ਔਰ ਹੁਟਸੀ, ਔਰ ਕਿਵੇਂ ਉਹਨਾਂ ਨੇ ਮਿਲੀਅਨ ਤੋਂ ਜ਼ਿਆਦਾ ਆਪਣੇ ਹੀ ਲੋਕ ਮਾਰੇ ਦੋਨਾਂ ਕਬੀਲਿਆਂ ਨੇ। ਸੋ ਉਹਦਾ ਇੱਕ ਫੈਕਟਰ ਇਹ ਹੁੰਦਾ ਡਿਨਾਇਲ। ਉਹ ਬੇਸ਼ੱਕ ਐਂਡ 'ਚ ਹੁੰਦਾ ਕਿ ਜਿਹਦੇ 'ਚ ਉਹ ਮੁਨਕਰ ਹੁੰਦੇ ਨੇ, ਉਹ ਉਹਦੇ ਲਈ ਉਹਨਾਂ ਨੂੰ ਹੀ ਜ਼ਿੰਮੇਵਾਰ ਦੱਸਦੇ ਨੇ। ਉਹਨਾਂ ਕੌਮਾਂ ਦਾ ਜਿਨ੍ਹਾਂ ਦਾ ਹੋ ਰਿਹਾ ਹੁੰਦਾ ਉਹਨਾਂ 'ਚ ਵੀ ਇੱਕ ਵੱਡਾ ਤਬਕਾ ਹੁੰਦਾ ਜਿਹੜਾ ਇਹ ਕਹੇਗਾ ਕਿ ਜੀ ਜੇ ਅਸੀਂ ਇਵੇਂ ਨਾ ਕਰਦੇ ਤੇ ਸਾਡੇ ਨਾਲ ਇਵੇਂ ਕਿਵੇਂ ਹੁੰਦਾ। ਜਿਵੇਂ ਜੇ ਸਿੱਖਾਂ ਦੇ ਕੰਟੈਕਸਟ 'ਚ ਜੇ ਪਿੰਡਾਂ ਵਾਲੇ ਹਥਿਆਰ ਨਾ ਚੁੱਕਦੇ, ਅਕਾਲ ਤਖਤ ਤੇ ਹਥਿਆਰ ਲੈ ਕੇ ਨਾ ਬੈਠੇ ਹੁੰਦੇ ਤਾਂ ਸਰਕਾਰ ਨੂੰ ਹਮਲਾ ਕਰਨ ਦਾ ਬਹਾਨਾ ਹੀ ਨਾ ਮਿਲਦਾ। ਜਾਂ ਅੱਜ ਦੇ ਕੰਟੈਕਸਟ ਕਹਿਣਗੇ ਜੀ ਜੇ ਅਜਨਾਲੇ ਦੇ ਥਾਣੇ ਦਾ ਘਿਰਾਓ ਕਰਕੇ ਥਾਣੇ ਤੇ ਕਬਜ਼ਾ ਨਾ ਕਰ ਲੈਂਦੇ ਅੰਮ੍ਰਿਤਪਾਲ ਸਿੰਘ ਹੋਰੀ ਤੇ ਫਿਰ ਇਹ ਵਾਪਰਨਾ ਹੀ ਨਹੀਂ ਸੀ। ਸੋ ਇੱਕ ਪਾਸੇ ਆਪਣੇ ਹੁੰਦੇ ਨੇ ਜਿਹੜੇ ਉਸ ਵਰਤਾਰੇ ਲਈ ਆਪਣਿਆਂ ਨੂੰ ਹੀ ਜ਼ਿੰਮੇਵਾਰ ਦੱਸ ਰਹੇ ਹੁੰਦੇ ਨੇ, ਤੇ ਹਕੂਮਤ ਨੇ ਉਹਨੂੰ ਇਸ ਪੱਧਰ ਤੇ ਪ੍ਰਚਾਰਿਆ ਹੁੰਦਾ ਹੈ ਕਿ ਬਹੁਤ ਵਾਰ ਬਾਹਰਲੇ ਜਿਹੜੇ ਅੱਜ ਜਦੋਂ ਅਸੀਂ ਵੈਸਟਰਨ ਵਰਲਡ ਦੀ ਗੱਲ ਕਰਦੇ ਹਾਂ ਜਾਂ UN ਚਾਰਟਰਸ ਦੀ ਗੱਲ ਕਰਦੇ ਹਾਂ ਜਾਂ ਜੈਨੋਸਾਈਡ ਜੇ ਮਾਨਤਾ ਮਿਲਦੀ ਹੈ ਕਿਸੇ ਨੂੰ, ਉਸ ਦੀ ਫਿਰ ਅਕਾਊਂਟੇਬਿਲਟੀ ਹੁੰਦੀ ਹੈ, ਉਹਦੇ ਹੀਲਿੰਗ ਟੱਚ ਦੀ ਗੱਲ ਹੁੰਦੀ ਹੈ, ਉਸ ਦਾ ਜਿਹੜੀ ਹੈ ਉਹ ਉਸ ਦੀ ਰੈਪਰੇਸ਼ਨ ਜਾਂ ਉਹਦੇ ਮੁਆਵਜ਼ੇ ਕੰਪਨਸੇਸ਼ਨ ਲੈਣ ਦੀ ਗੱਲ ਹੁੰਦੀ ਹੈ, ਜਿਵੇਂ ਅੱਡ-ਅੱਡ ਕੰਟੈਕਸਟ ਨੇ। ਔਰ ਮੈਂ ਸਮਝਦਾ ਵੀ ਜਦੋਂ ਅਸੀਂ ਡਾਇਸਪੋਰਾ ਕਮਿਊਨਿਟੀਜ਼ ਦੀ ਗੱਲ ਕਰਦੇ ਹਾਂ, ਬਹੁਤ ਕੁਛ ਜਿਹੜਾ ਜੇ ਅਸੀਂ ਪ੍ਰੈਸੀਡੈਂਟ ਦੇ ਤੌਰ ਤੇ ਇਸਤੇਮਾਲ ਕਰੀਏ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਅੱਜ ਇਜ਼ਰਾਈਲ ਕਰ ਰਿਹਾ ਆਪਣੇ ਸ਼ਹਿਰੀਆਂ ਨਾਲ ਵੀ, ਫਲਸਤੀਨੀਆਂ ਨਾਲ ਵੀ, ਉਸ ਨੂੰ ਅਸੀਂ ਹਮੇਸ਼ਾ ਕੰਡੈਮ ਕਰਦੇ ਹਾਂ। ਪਰ ਤੁਸੀਂ ਐਜ਼ ਏ ਪ੍ਰੈਸੀਡੈਂਟ ਤਾਂ ਕੋਟ ਕਰਦੇ ਹੋ ਕਿ ਡਾਇਸਪੋਰਾ ਜੂਇਸ਼ ਕਮਿਊਨਿਟੀ ਨੇ ਕੀ ਰੋਲ ਪਲੇ ਕੀਤਾ ਜੋ ਕਿ ਨਾਜ਼ੀਆਂ ਨੇ ਕੀਤਾ, ਈਸਟਰਨ ਯੂਰਪ 'ਚ ਹੋਇਆ, ਉਹਨਾਂ ਦੇ ਨਾਲ ਉਸ ਨੂੰ ਹਾਈਲਾਈਟ ਕਰਨ ਦੇ ਲਈ ਫਿਰ ਉਸ ਦੀਆਂ ਉਹਨਾਂ ਨੇ ਯਾਦਗਾਰਾਂ ਵੀ ਸਥਾਪਿਤ ਕਰਵਾਈਆਂ। ਉਹ ਅੱਜ ਤੁਸੀਂ ਦੁਨੀਆ ਦੇ ਹਰ ਵੱਡੇ ਮੁਲਕ ਦੀ ਕੈਪੀਟਲ ਦੇ ਵਿੱਚ ਹੋਲੋਕਾਸਟ ਮਿਊਜ਼ੀਅਮ ਦੇਖੋਗੇ। ਫਿਰ ਉਸ ਦੀਆਂ ਉਹਨਾਂ ਨੇ ਕੰਪਨਸੇਸ਼ਨ ਅੱਜ ਤੱਕ ਵੀ ਜਰਮਨੀ ਦੇ ਔਰ ਦੂਜੇ ਨਕਸ਼ਦਮ ਕੀਤਾ ਹੁੰਦਾ, ਉਹਨਾਂ ਨੂੰ ਜਿਹੜਾ ਉਹ ਜਵਾਬਦੇਹ ਬਣਾਇਆ। ਫਿਰ ਜਿਹੜੇ ਪਰਪੀਟ੍ਰੇਟਰ ਨੇ ਨਾਜ਼ੀਆਂ ਨੂੰ ਖਾਸ ਤੌਰ ਤੇ ਕਿਵੇਂ ਮੋਸਾਦ ਨੇ ਔਰ ਉਹਨਾਂ 'ਚ ਆਈਕਮੈਨ ਵਰਗੇ ਜਿਨ੍ਹਾਂ ਨੂੰ ਅਰਜਨਟੀਨਾ ਤੋਂ ਬੋਰੀ 'ਚ ਬੰਦ ਕਰਕੇ ਲਿਆ ਕੇ ਟਰਾਈ ਕਰਕੇ ਹੈਂਗ ਕੀਤਾ, ਉਹ ਸਜ਼ਾ ਯਾਫਤਾ ਕਰਨਾ। ਫਿਰ ਬਾਰ-ਬਾਰ ਰਿਮਾਈਂਡ ਕਰਵਾਉਂਦੇ ਰਹਿਣਾ ਆਪਣੇ ਲੋਕਾਂ ਨੂੰ ਵੀ, ਦੁਨੀਆ ਨੂੰ ਵੀ। ਭਾਵੇਂ ਅੱਜ ਇਜ਼ਰਾਈਲ ਖੁਦ ਜਿਹੜਾ ਉਹ ਪਰਪੀਟ੍ਰੇਟਰ ਬਣਿਆ ਹੋਇਆ ਹੈ ਜੈਨੋਸਾਈਡ ਦਾ ਫਲਸਤੀਨੀਆਂ ਦੇ ਖਿਲਾਫ, ਪਰ ਅੱਜ ਵੀ 75 ਸਾਲ ਤੋਂ ਬਾਅਦ, 80 ਸਾਲ ਬਾਅਦ, ਜੇ ਅਸੀਂ 1930 ਤੋਂ ਹੀ ਦੇਖਦੇ ਹਾਂ 80+ ਈਅਰ, ਉਹ ਆਪਣੇ ਆਪ ਨੂੰ ਐਜ਼ ਏ ਵਿਕਟਮ ਹੀ ਪਲੇ ਕਰਦਾ। ਹੁਣ ਸਾਡੀ ਪ੍ਰੋਬਲਮ ਇਹ ਰਹੀ, ਔਰ ਮੈਂ ਅਕਸਰ ਇਹ ਗੱਲ ਅੱਗੇ ਵੀ ਇੱਕ ਵਾਰ ਕਹੀ ਸੀ ਕਿ ਪਹਿਲੀ ਵਾਰ ਮੈਂ ਜਦੋਂ 92 ਦੇ ਵਿੱਚ ਵਾਸ਼ਿੰਗਟਨ DC ਆਇਆ ਤੇ ਮੁਵਾਇਦ ਹੁਸੈਨ, ਉਦੋਂ ਈਸਟਰਨ ਟਾਈਮ ਅਖਬਾਰ ਵੀ ਕੱਢਦੇ ਸੀ, ਔਰ ਉਹਨਾਂ ਦੇ ਬ੍ਰਦਰ ਮੁਸ਼ਾਹਿਦ ਹੁਸੈਨ ਪਾਕਿਸਤਾਨ ਦੀ ਸੈਨੇਟ ਦੇ ਚੇਅਰਮੈਨ ਵੀ ਰਹੇ ਔਰ ਐਡਵਾਈਜ਼ਰ ਵੀ ਰਹੇ ਅੱਡ-ਅੱਡ ਮੌਕਿਆਂ ਤੇ। ਸੋ ਮੁਵਾਇਦ ਹੁਸੈਨ ਉਹਨਾਂ ਦੇ ਨਾਲ ਮੁਲਾਕਾਤ ਹੋਈ, ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਭਾਈ ਆ ਸਾਡੇ ਨਾਲ ਹੋ ਰਿਹਾ, ਔਰ ਅਸੀਂ ਉਦੋਂ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਅਸੀਂ ਰੱਖੀ ਹੋਈ ਸੀ, ਉਹਦੇ 'ਚ ਵੀ ਉਹ ਆਏ ਤੇ ਮੇਰੀ ਗੱਲ ਸੁਣਦੇ ਰਹੇ ਧਿਆਨ ਨਾਲ, ਤੇ ਮੈਨੂੰ ਇਹ ਕਹਿੰਦੇ ਕਿ ਵੀ ਤੁਹਾਡੀ ਗੱਲ ਤਾਂ ਮੈਂ ਸੁਣੀ ਹੈ ਪਰ ਮੇਰਾ ਯਕੀਨ ਕਰਨ ਨੂੰ ਜੀ ਨਹੀਂ ਕਰਦਾ, ਕਿਉਂਕਿ ਸਾਡੇ ਮਨਾਂ ਦੇ ਵਿੱਚ ਸਿੱਖ ਦਾ ਤਾਂ ਇਮੇਜ ਬਣਿਆ ਹੋਇਆ ਵੀ 6-6 ਫੁੱਟਾ ਸਿੱਖ ਜਿਹਦੇ ਤੋਂ ਸਭ ਡਰਦੇ ਨੇ, ਤੇ ਜਦੋਂ ਤੁਸੀਂ ਹੁਣ ਸਾਨੂੰ ਇਹ ਕਹਿ ਰਹੇ ਵੀ ਜਿਹੜਾ ਹਿੰਦੂ ਇੰਡੀਆ ਦਾ ਇਮੇਜ ਹੈ ਸਾਡੇ ਮਨ 'ਚ, ਉਹ ਤਾਂ ਬਈਏ 5-5 ਫੁੱਟ ਦੇ, ਔਰ ਹੁਣ ਜੇ ਤੁਸੀਂ ਇਹ ਕਹੋ ਕਿ ਉਹ ਬਈਆ ਸਿੱਖ ਨੂੰ ਕੁੱਟ ਰਿਹਾ, ਯਕੀਨ ਨਹੀਂ ਆਉਂਦਾ ਕਿ ਬਈ ਇਹ ਤਾਂ ਹੋ ਸਕਦਾ ਜੇ ਕੋਈ ਇਹ ਕਹੇ ਵੀ ਤੁਸੀਂ ਕੁੱਟ ਰਿਹਾ ਉਹਨਾਂ ਨੂੰ। ਤੇ ਮੈਂ ਉਹਨਾਂ ਨੂੰ ਕਿਹਾ ਜੀ ਗੱਲ ਤੁਹਾਡੀ ਸ਼ਾਇਦ ਜੋ ਤੁਹਾਡਾ ਪਰਸਪੈਕਟਿਵ ਹੈ ਉਹ ਵੀ ਗਲਤ ਨਾ ਹੋਏ, ਪਰ ਇਹ ਹੈ ਵੀ ਸਾਨੂੰ ਰੋਣਾ ਵੀ ਨਹੀਂ ਆਉਂਦਾ, ਕਿਉਂਕਿ ਹੁਣ ਤੱਕ ਅਸੀਂ ਤਾਂ ਦੂਸਰਿਆਂ ਦੇ ਹੱਕਾਂ ਦੀ ਰਾਖੀ ਕਰਦੇ ਰਹੇ। ਬੇਸ਼ੱਕ 18ਵੀਂ ਸਦੀ 'ਚ ਅਸੀਂ ਮੁਗਲਾਂ ਨਾਲ ਜਾਂ ਅਫਗਾਨਾਂ ਨਾਲ ਜਾਂ ਸਾਡਾ ਹੋਇਆ ਉਹ ਬਰਾਬਰ ਜੇ ਦੀਆਂ ਲੜਾਈਆਂ ਸੀ, ਜਦੋਂ ਸਾਡਾ ਹੱਥ ਉੱਤੇ ਹੋਇਆ ਅਸੀਂ ਆਪਣਾ
ਜਿਹੜਾ ਉਹ ਹਿਸਾਬ ਕੀਤਾ ਬਰਾਬਰ ਜਦੋਂ ਉਹਨਾਂ ਦਾ ਹੋਇਆ ਉਹਨਾਂ ਨੇ ਕੀਤਾ। ਸੋ ਉਸ ਕਿਸਮ ਦਾ ਸਾਨੂੰ ਹੁੰਦਾ ਵੀ, ਇਸ ਲਈ ਅਸੀਂ ਆਪਣੇ ਸ਼ਹੀਦਾਂ ਨੂੰ ਜਿਹੜੇ ਜੰਗ ਦੇ ਮੈਦਾਨ 'ਚ ਨੇ ਉਹਨਾਂ ਤੋਂ ਅਸੀਂ ਸੈਲੀਬ੍ਰੇਟ ਕਰਦੇ ਹਾਂ। ਜਦੋਂ ਬੇਗੁਨਾਹ ਮਾਰੇ ਗਏ ਉਹਨੂੰ ਅਸੀਂ ਘੱਲੂਘਾਰੇ ਕਹਿ ਕੇ ਯਾਦ ਕਰਦੇ, ਪਰ ਉਦੋਂ ਵੀ ਅਸੀਂ ਘੱਲੂਘਾਰਿਆਂ ਦੇ ਮੌਕਿਆਂ ਤੇ ਵੀ ਆਪਣੇ ਸ਼ਹੀਦੀਆਂ ਦੇ ਮੌਕੇ ਤੇ ਵੀ ਅਸੀਂ ਕੋਈ ਛਾਤੀਆਂ ਨਹੀਂ ਪਿੱਟਦੇ, ਕੋਈ ਸੋਗ ਨਹੀਂ ਕਰਦੇ। ਅਸੀਂ ਰਾਦਰ ਉਹਨੂੰ ਜੋੜ ਮੇਲਾ ਕਹਿੰਦੇ, ਸ਼ਹੀਦੀ ਜੋੜ ਮੇਲਾ, ਕਿ ਭਾਈ ਇਹਨਾਂ ਦੀ ਬਦੌਲਤ ਅਸੀਂ ਜੁੜ ਵੀ ਰਹੇ ਹਾਂ ਔਰ ਆਪਣੇ ਕੌਜ਼ ਨਾਲ ਵੀ, ਗੁਰੂ ਦੇ ਨਾਲ ਵੀ, ਔਰ ਗੁਰੂ ਪੰਥ ਦੀ ਤਾਕਤ ਵੀ। ਹੁਣ ਸ਼ਾਇਦ ਇਹ ਵੀ ਇੱਕ ਕਾਰਨ ਰਿਹਾ ਕਿ ਲੰਬਾ ਵਕਤ 84 ਤੋਂ ਬਾਅਦ ਵੀ ਪੰਜਾਬ 'ਚ ਹਿਊਮਨ ਰਾਈਟਸ ਦੀ ਡਾਕੂਮੈਂਟੇਸ਼ਨ ਕਿਵੇਂ ਕੀਤੀ ਜਾਂਦੀ ਹੈ, ਕਿਵੇਂ ਕਰਨੀ ਹੈ, ਜਾਂ ਉਸ ਪਲ ਲੜਨ ਭਿੜਨ ਲਈ ਤਾਂ ਸਪਿਰਿਟ ਰਹੀ ਪੂਰੇ 10 ਸਾਲ। ਉਹਨਾਂ ਦੀ ਸਟੇਟ ਨੂੰ ਵੱਟੋ ਵੱਟ ਪਾ ਕੇ ਰੱਖਿਆ ਪੰਜਾਬ 'ਚ, ਇਹਨੂੰ ਕੋਈ ਇਸ ਤੋਂ ਇਨਕਾਰੀ ਨਹੀਂ ਹੋ ਸਕਦਾ। ਲੇਕਿਨ ਬਹੁਤ ਅਸੀਂ ਸਲੋ ਸੀ। ਫਿਰ ਸਾਨੂੰ ਇਸ ਗੱਲ ਦਾ ਵੀ ਨਹੀਂ ਸੀ ਅਹਿਸਾਸ ਕਿ ਵੀ ਇਹ ਜਿਹੜਾ ਜੈਨੋਸਾਈਡ ਰੈਕਗਨਾਈਜ਼ ਕਰਵਾਉਣ ਦੀ ਲਾਈਨ ਹੁੰਦੀ ਹੈ, ਇਹਦਾ ਫਰਦਰ ਕੀ ਹੈ, ਸਾਡੇ ਕੌਜ਼ ਖਾਲਿਸਤਾਨ ਲਈ ਕਿਵੇਂ ਹੈਲਪਫੁਲ ਹੋਏਗੀ, ਜਾਂ ਕਿਵੇਂ ਅਸੀਂ, ਅੱਜ ਤਾਂ ਬੇਸ਼ੱਕ ਹਾਲਾਤ ਡਿਫਰੈਂਟ ਹੋਣ, ਪਰ ਕਿਸੇ ਸਟੇਜ ਤੇ ਇਹ ਸਾਡੀ ਪਰਸੀਕਿਊਸ਼ਨ ਦੀ ਹਿਸਟਰੀ ਸਾਡੇ ਨੇਸ਼ਨ ਸਟੇਟ ਦੇ ਕਲੇਮ ਨੂੰ UN ਚਾਰਟਰ ਦੇ ਥੱਲੇ ਜਾਂ ਇੰਟਰਨੈਸ਼ਨਲ ਪਾਵਰਸ ਦੇ ਉਸ ਜਿਹੜਾ ਉਹਨਾਂ ਦਾ ਪ੍ਰਭਾਵ ਲੈਣ ਲਈ ਕਿਵੇਂ ਯੂਜ਼ਫੁਲ ਹੋਏਗੀ। ਲੇਕਿਨ ਭਾਵੇਂ ਅਸੀਂ ਲੇਟ ਹੀ ਇਸ ਪਾਸੇ ਵੱਲ ਤੁਰੇ, ਲੇਕਿਨ ਇਸ ਪਾਸੇ ਐਫਰਟ ਸ਼ੁਰੂ ਹੋਇਆ ਕਿ ਭਾਈ ਚਲੋ ਬਾਕੀ ਤਾਂ ਇਹਨਾਂ ਦੇ ਨਾਲ ਹਿਸਾਬ ਫਿਰ ਕਰਾਂਗੇ। ਲੇਕਿਨ ਨਵੰਬਰ 84 ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 30,000 ਦੇ ਕਰੀਬ ਸਿੱਖ ਦਿੱਲੀ ਤੋਂ ਲੈ ਕੇ ਬੋਕਾਰੋ ਤੋਂ ਹੁੰਦੇ ਹੋਏ ਈਵਨ ਤਮਿਲਨਾਡੂ ਤੱਕ ਮਾਰੇ ਗਏ ਬਰੂਟਲ ਤਰੀਕੇ ਦੇ ਨਾਲ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਉਹਨਾਂ ਦਾ ਇਹੀ ਕਸੂਰ ਸੀ ਕਿ ਉਹ ਸਿੱਖ ਸੀ, ਔਰ ਉਸ ਨੂੰ ਸਟੇਟ ਨੇ ਸਪਾਂਸਰ ਕੀਤਾ, ਸਟੇਟ ਨੇ ਪਲਾਨ ਕੀਤਾ। ਰਾਜੀਵ ਗਾਂਧੀ ਦੀ ਜਿਹੜੀ ਹੈ ਉਹ ਪ੍ਰਧਾਨ, ਉਹਦੀ ਪ੍ਰਾਈਮ ਮਿਨਿਸਟਰਸ਼ਿਪ ਦੇ ਥੱਲੇ ਸਭ ਕੁਝ ਹੋਇਆ। ਔਰ ਇਹ ਬਿਲਕੁਲ ਹਰ ਲਿਹਾਜ਼ ਨਾਲ ਜਿਹੜੀਆਂ 10 ਸਟੇਜਸ ਆਫ ਜੈਨੋਸਾਈਡ ਜਿਹਨੂੰ UN ਨੇ ਵੀ ਰੈਕਗਨਾਈਜ਼ ਕੀਤਾ ਹੋਇਆ, ਔਰ ਅਸੀਂ ਡਿਸਕਸ ਕਰਾਂਗੇ ਆਉਣ ਵਾਲੇ ਸੈਗਮੈਂਟਸ ਵੀ ਉਹਦੇ ਥੱਲੇ ਬਿਲਕੁਲ ਇਹ ਨਸਲਕੁਸ਼ੀ ਹੈ। ਲੇਕਿਨ ਹੁਣ ਜੇ ਤੁਸੀਂ ਅਮਰੀਕਾ ਦੀਆਂ ਸਟੇਟਾਂ ਦੇ ਵਿੱਚ ਕਰਵਾਉਣਾ ਹੈ, ਅਸੀਂ ਨੰਬਰ ਦੇ ਪੱਖੋਂ ਵੀ ਉਦੋਂ ਤਾਂ ਭਾਵੇਂ 25-30 ਸਾਲ ਪਹਿਲਾਂ ਸਾਡੀ ਗਿਣਤੀ ਜ਼ਿਆਦਾ ਸੀ। ਅੱਜ ਜਿਸ ਤੇਜ਼ੀ ਨਾਲ ਹਿੰਦੂ ਤੋਂ ਵੀ ਇਸ ਮੁਲਕ 'ਚ ਆਏ ਨੇ, ਕਿਉਂਕਿ ਮੈਂ ਹਿੰਦੂ ਤੋਂ ਵੀ ਹੁਣ ਇਸ ਲਈ ਕਹਿ ਰਿਹਾ ਵੀ ਉਹ ਉਦੋਂ ਪਹਿਲੇ ਪੀਰੀਅਡ 'ਚ ਤਾਂ ਨਾਰਥ ਦਾ ਹਿੰਦੂ ਹੈ ਕਿ ਸਾਊਥ ਦਾ ਹੈ, ਕਿਹਦੀ ਹਮਦਰਦ, ਹੁਣ ਤਾਂ ਸਾਰੇ ਹੀ ਹਿੰਦੂ ਤੋਂ ਵੀ ਖਾਤੇ ਜੀ ਵੱਜਦੇ ਨੇ। ਔਰ ਇਸ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹਨੂੰ ਹਿੰਦੂ ਤੋਂ ਅੱਡ ਕਰਕੇ ਦੇਖ, ਜਦੋਂ ਅਸੀਂ ਹਿੰਦੂ ਤਵੀ ਕਹਿੰਦੇ ਹਾਂ ਤੇ ਹਿੰਦੂਤਵਾਦੀ ਆਈਡੀਓਲੋਜੀ ਨਾਲ ਜੁੜੇ ਹੋਏ, ਸਾਡਾ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਨਾਲ ਕੋਈ ਜਿਹੜਾ ਕੋਈ ਵੈਰ ਵਿਰੋਧ ਨਹੀਂ ਹੈ। ਉਹ ਆਪਣਾ ਜੋ ਉਹਨਾਂ ਦਾ ਅਕੀਦਾ ਉਹ ਕਰੀ ਜਾਣ, ਪਰ ਇਹ ਆਈਡੀਓਲੋਜੀ ਹਿੰਦੂ ਤਵੀ ਇਸ ਵੇਲੇ ਔਰ ਹੁਣ ਦੇ ਦੌਰ 'ਚ ਤਾਂ ਪੂਰਾ ਐਗਰੈਸਿਵ ਹੋ ਕੇ ਜੇ ਤੁਸੀਂ ਡੈਮੋਨਸਟ੍ਰੇਸ਼ਨ ਕਰਦੇ ਹੋ, ਉਹ ਬਰਾਬਰ ਆ ਕੇ ਤੁਹਾਨੂੰ ਪ੍ਰੋਵੋਕ ਕਰਦੇ ਨੇ। ਔਰ ਉਸ ਕਿਸਮ ਦਾ ਮਾਹੌਲ ਹਰ ਥਾਂ ਤੇ ਉਹ ਜਿਹੜੇ ਨੇ ਉਹ ਚੜ ਕੇ ਰਹਿਣ ਵਾਲੀ ਲਾਈਨ ਉਹਨਾਂ ਨੇ ਲਈ ਹੋਈ ਹੈ। ਲੇਕਿਨ ਪਹਿਲੇ ਪੀਰੀਅਡ 'ਚ ਵੀ ਜਦੋਂ ਅਜੇ ਇਸ ਕਿਸਮ ਦਾ ਐਗਰੈਸਿਵ ਹਿੰਦੂਤਵਾ ਨਹੀਂ ਵੀ ਸੀ, ਉਹਨਾਂ ਦਾ ਬਹੁਤ ਜ਼ਿਆਦਾ ਇਨਫਲੂਐਂਸ ਸੀ, ਪੈਸਾ ਉਹਨਾਂ ਦੇ ਕੋਲ ਸੀ, ਭਾਵੇਂ ਨੰਬਰ ਉਹਨਾਂ ਦਾ ਸਾਡੇ ਜਿੰਨਾ ਹੀ ਸੀ। ਸੋ ਉਸ ਦੌਰ ਦੇ ਵਿੱਚ ਮੈਂ ਸਮਝਦਾ ਹਾਂ ਕਿ ਬਈ ਪਹਿਲਾਂ ਇਹ ਕ੍ਰੈਡਿਟ ਸਾਡੀ ਸਟੇਟ ਆਫ ਕਨੈਟੀਕਟ, ਸਟੇਟ ਆਫ ਨਿਊ ਜਰਸੀ, ਸਟੇਟ ਆਫ ਪੈਨਸਿਲਵੇਨੀਆ ਨੂੰ ਜਾਂਦਾ ਹੈ। ਇਹਨਾਂ ਤਿੰਨਾਂ ਸਟੇਟਾਂ ਦੇ ਵਿੱਚ ਕਿਤੇ ਸੈਨੇਟ ਨੇ, ਕਿਤੇ ਅਸੈਂਬਲੀ ਨੇ, ਕਿਤੇ ਯੂਨੈਨਿਮਸ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਐਜ਼ ਏ ਨਸਲਕੁਸ਼ੀ ਆਪਣੀਆਂ ਸਟੇਟਾਂ ਦੀਆਂ ਅਸੈਂਬਲੀਜ਼ ਵੱਲੋਂ, ਸੈਨੇਟ ਵੱਲੋਂ ਰੈਕਗਨਾਈਜ਼ ਕਰਵਾਇਆ। ਬਹੁਤ ਲੌਬੀ ਉਸ ਦੇ ਅਗੇਂਸਟ ਵੀ ਹੁੰਦੀ ਰਹੀ ਬਰਾਬਰ ਤੇ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਸ ਜਿਹੜੀ ਕਾਮਯਾਬੀ ਦਾ ਪਾਠ ਚੱਲ ਰਿਹਾ ਸੀ, ਗੱਲ ਇਹ ਨਹੀਂ ਹੈ ਇਹਦੇ 'ਚ ਕੋਈ ਇਹ ਵੀ ਕਹੇਗਾ ਜੀ ਨਸਲਕੁਸ਼ੀ ਮੰਨੀ ਗਈ, ਇਹਨੂੰ ਵਧਾਈਆਂ ਦੇਣ ਦਾ, ਇਹ ਨਹੀਂ ਹੈ। ਗੱਲ ਇਹ ਹੈ ਕਿ ਵੀ ਇੱਕ ਪਾਸੇ ਜਿੱਥੇ ਅੱਜ ਇੰਟਰਨੈਸ਼ਨਲੀ ਇੰਡੀਆ ਨੇ ਫਰੰਟ ਪੂਰੀ ਤਰ੍ਹਾਂ ਖੋਲ੍ਹਿਆ ਹੋਇਆ 4 ਮੁਲਕਾਂ ਦੇ ਸਿੱਖਾਂ ਨੂੰ ਤਾਂ ਬਦਨਾਮ ਕਰਨ ਦੇ ਲਈ ਔਰ ਉਹਨਾਂ ਸਰਕਾਰਾਂ ਨੂੰ ਦਬਾਅ 'ਚ ਲੈਣ ਲਈ, ਅਮਰੀਕਾ, ਕੈਨੇਡਾ, US ਔਰ ਆਸਟ੍ਰੇਲੀਆ, ਉਹਨਾਂ ਨੇ ਆਪਣੇ ਸਾਰੇ ਜਿਹੜੇ ਨੇ ਉਹ ਪ੍ਰੈਸ਼ਰ ਟੈਕਟਿਕ ਓਪਨ ਕੀਤੇ ਹੋਏ ਨੇ। ਇਹਨਾਂ ਮੁਲਕਾਂ ਦੇ ਐਂਬੈਸਡਰਸ, ਹਾਈ ਕਮਿਸ਼ਨ, ਚਾਰਜ ਡੀ ਅਫੇਅਰਸ ਨੂੰ ਤਲਬ ਕਰਕੇ ਪ੍ਰੋਟੈਸਟ ਕਿ ਜੀ ਇਹ ਉਹ ਦੂਜਾ ਉਹਨਾਂ ਦਾ ਪ੍ਰਚਾਰ ਤੰਤਰ, ਪ੍ਰੋਪੇਗੈਂਡਾ ਚੱਲ ਹੀ ਰਿਹਾ ਨੈਗੇਟਿਵ ਪੂਰਾ। ਔਰ ਇਸ ਸਭ ਦੇ ਹੁੰਦਿਆਂ ਵੀ ਜਿਹੜੀ ਅਚੀਵਮੈਂਟ ਬੀਤੇ ਕੱਲ, ਹਾਲਾਂ ਜਦੋਂ ਮੈਂ ਅੰਦਰ ਆਇਆ ਪ੍ਰੋਗਰਾਮ ਆਲਰੇਡੀ ਚੱਲ ਪਿਆ ਸੀ, ਉਦੋਂ ਤੱਕ ਮੈਨੂੰ ਇਹ ਖਬਰ ਤਾਂ ਮਿਲ ਗਈ ਸੀ,
ਲੇਕਿਨ ਮੈਂ ਓਰੀਜਨਲ ਰੈਜ਼ੋਲੂਸ਼ਨ ਚਾਹੁੰਦਾ ਸੀ ਕਿ ਵੀ ਹਾਲਾਂਕਿ ਕੈਲੀਫੋਰਨੀਆ ਅਸੈਂਬਲੀ ਨੇ ਸ਼ਾਇਦ 2015 ਜਾਂ 16 ਦੇ ਵਿੱਚ ਵੀ ਇਹਨੂੰ ਪਾਸ ਕੀਤਾ ਸੀ, ਪਰ ਉਦੋਂ ਮੈਸੈਕਰ ਤੇ ਆ ਕੇ ਗੱਲ ਰੁਕ ਗਈ ਸੀ। ਸਿੱਖ ਮੈਸੈਕਰ ਜਾਂ ਦੂਸਰਾ ਜੈਨੋਸਾਈਡ ਲਫ਼ਜ਼ ਜਿਹੜਾ ਉਹਦੇ ਤੇ ਓਬਜੈਕਸ਼ਨ ਹੋ ਗਿਆ ਸੀ, ਕਿਉਂਕਿ ਇਸ ਦਾ ਮਤਲਬ ਹੋਏਗਾ ਹੁਣ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਅਸੀਂ ਇਹ ਜਿਹੜਾ ਈਵਨ ਸਟੇਟਸ ਦੇ ਵਿੱਚ ਇਹ ਪਾਸ ਕਰਵਾਉਣ ਦੀ ਲਾਈਨ ਹੈ, ਇਸ ਤੋਂ ਨੈਕਸਟ ਸਟੈਪ ਹੋਏਗਾ ਇਸ ਨੂੰ ਫੈਡਰਲ ਲੈਵਲ ਤੇ US ਕਾਂਗਰਸ ਦੇ ਵਿੱਚ ਰੈਕਗਨਾਈਜ਼ ਕਰਵਾਉਣਾ ਕਿ ਨਵੰਬਰ 84 ਸਿੱਖ ਨਸਲਕੁਸ਼ੀ ਵਾਂਸ ਹੋ ਰੈਕਗਨਾਈਜ਼ ਹੁੰਦਾ ਹੈ, ਫਿਰ ਇੰਡੀਆ ਨੂੰ ਇੰਟਰਨੈਸ਼ਨਲ ਪਲੇਟਫਾਰਮ ਤੇ ਘੜੀਸਣਾ, ਅਕਾਊਂਟੇਬਿਲਿਟੀ, ਪਰਪੀਟੇਟਰਸ ਆਫ ਜੈਨੋਸਾਈਡ ਨੂੰ ਸਜ਼ਾ ਯਾਫਤਾ ਕਰਨਾ, ਫਿਰ ਕਿਸੇ ਨਾ ਕਿਸੇ ਮੁਲਕ ਨੇ ਜੇ ਕਦੇ ਲੱਤ ਲਾਈ ਇਹਨਾਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਘੜੀਸ ਕੇ ਲਿਜਾਣਾ, ਔਰ ਆਪਣਿਆਂ ਨੂੰ ਵੀ ਇਹ ਸਮਝਾਉਣ ਦੇ ਲਈ ਕਿ ਭਾਈ ਜਦੋਂ ਜੈਨੋਸਾਈਡ ਕਿਸੇ ਕੌਮ ਦਾ ਹੋ ਜਾਂਦਾ ਹੈ ਔਰ ਉਹ ਲਗਾਤਾਰਤਾ ਨਾਲ ਜੈਨੋਸਾਈਡ, ਔਰ ਅੱਜ ਜਦੋਂ ਇਹ ਮਤਾ ਪਿਛਲੇ ਕੱਲ ਪਾਸ ਹੁੰਦਾ ਹੈ, ਅਸੀਂ ਪੰਜਾਬ 'ਚ ਦੇਖ ਸਕਦੇ ਹਾਂ ਕਿ ਅੱਜ ਉਹੀ ਹਾਲਾਤ ਬਣਾ ਦਿੱਤੇ ਗਏ ਨੇ ਜੋ 1980 ਦੇ ਨੇ। ਔਰ ਇਹਦੇ 'ਚ ਬਹੁਤ ਵਾਰ ਜਦੋਂ ਅਸੀਂ ਹਮੇਸ਼ਾ ਇਸ ਗੱਲ ਦੀ ਐਡਵੋਕੇਸੀ ਕਰਦੇ ਹਾਂ ਕਿ ਵੀ ਸਾਨੂੰ ਵਿਦਨ ਦਾ ਸਿਸਟਮ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਤੱਕ ਸਾਨੂੰ ਪਹੁੰਚਣਾ ਚਾਹੀਦਾ ਹੈ, ਔਰ ਉਸ ਦੇ ਲਈ ਵੀ ਮੈਂ ਸਮਝਦਾ ਵੀ ਨੈਕਸਟ ਜਨਰੇਸ਼ਨ ਤਿਆਰ ਹੈ। ਪਿਛਲੇ ਪੀਰੀਅਡ 'ਚ ਜਦੋਂ ਕੈਲੀਫੋਰਨੀਆ ਅਸੈਂਬਲੀ ਦੀਆਂ ਇਲੈਕਸ਼ਨਸ ਹੋਈਆਂ ਤੇ ਬੇਟੀ ਜਸਮੀਤ ਕੌਰ ਬੈਂਸ ਬੇਕਰਸਫੀਲਡ ਤੋਂ ਜਿਹੜੀ ਹੈ ਉਹ ਅਸੈਂਬਲੀ ਵੂਮਨ ਚੁਣੀ ਗਈ, ਪਹਿਲੀ ਜਿਹੜੀ ਹੈ ਸਿੱਖ ਬੀਬੀ ਅਸੈਂਬਲੀ ਦੇ ਵਿੱਚ ਗਈ। ਔਰ ਮੈਂ ਤਾਂ ਇਸ ਪਰਿਵਾਰ ਨੂੰ, ਇਹਨਾਂ ਦੇ ਪਿਤਾ ਜੀ ਸਰ ਦਵਿੰਦਰ ਸਿੰਘ ਬੈਂਸ ਭਾਈ ਰੇਸ਼ਮ ਸਿੰਘ ਹੋਰਾਂ ਦੇ ਨਾਲ ਲਗਾਤਾਰਤਾ ਨਾਲ ਇੱਕ ਰੇਡੀਓ ਪ੍ਰੋਗਰਾਮ ਵੀ ਚਲਾਉਂਦੇ ਰਹੇ। ਬੇਕਰਸਫੀਲਡ ਜਦੋਂ ਵੀ ਜਾਣਾ ਮਿਲਣਾ, ਉਹਨਾਂ ਨੇ ਪੂਰਾ ਸਿੱਖੀ ਵੈਲਿਊਜ਼ ਦੇ ਵਿੱਚ ਰਚਿਆ ਹੋਇਆ ਪਰਿਵਾਰ, ਔਰ ਸੋਲਿਡ ਜਿਹੜੀ ਹੈ ਉਹਨਾਂ ਦੀ ਸਿੱਖੀ ਦੇ ਨਾਲ ਮੁਹੱਬਤ ਔਰ ਕਨਸੈਪਟ ਦੀ ਕਲੀਅਰੈਂਸ। ਔਰ ਕੱਲ ਜਦੋਂ ਜਸਮੀਤ ਕੌਰ ਬੈਂਸ ਨੇ ਬਾਕੀ ਅਸੈਂਬਲੀਮੈਨ ਜਿਨ੍ਹਾਂ ਨੂੰ ਉਹਨੇ ਤਿਆਰ ਕੀਤਾ ਉਹਦੇ ਨਾਲ ਉਹਨੇ ਆਪਣਾ ਇਹ ਮਤਾ ਪੇਸ਼ ਕੀਤਾ ਔਰ ਯੂਨੈਨਿਮਸਲੀ ਕੈਲੀਫੋਰਨੀਆ ਅਸੈਂਬਲੀ ਨੇ ਇਹਨੂੰ ਪਾਸ ਕੀਤਾ। ਨੈਕਸਟ ਸਟੈਪ ਸੈਨੇਟ ਹੋਏਗਾ, ਫਿਰ ਗਵਰਨਰ ਦੇ ਦਸਤਖਤ ਹੋਣਗੇ। ਔਰ ਉਸ ਤੋਂ ਬਾਅਦ ਕੱਲ ਹੀ ਜਦੋਂ ਸਟਾਕਟਨ ਦੇ ਗੁਰਦੁਆਰਾ ਸਾਹਿਬ ਉਹਨਾਂ ਦੇ ਨਾਲ ਬਾਕੀ ਸਿੱਖ ਲੀਡਰਸ਼ਿਪ ਵੀ ਆਈ, ਔਰ ਦਰਸ਼ਕ ਪਿਕਚਰਸ ਔਰ ਦੂਸਰਾ ਦੇਖ ਸਕਦੇ ਨੇ, ਉਹਦਾ ਬਰੀਫ ਬੱਚੀ ਦਾ ਐਡਰੈਸ ਸੀ ਜਸਮੀਤ ਕੌਰ ਦਾ। ਉਹਨੇ ਆਪਣੀ ਮਾਤਾ ਪਿਤਾ ਦਾ ਸ਼ੁਕਰੀਆ ਕੀਤਾ, ਆਪਣੀ ਦਾਦੀ ਮਾਂ ਦਾ ਕੀਤਾ ਕਿ ਉਹਨਾਂ ਨੇ ਮੈਨੂੰ ਬਚਪਨ ਤੋਂ ਇਹ ਦੱਸਿਆ ਸੀ ਕਿ ਭਾਈ ਅਸੀਂ ਸਿੱਖੀ ਦੀ ਕੀ ਅਹਿਮੀਅਤ ਹੈ, ਸਾਡੇ ਨਾਲ ਕੀ ਹੋਇਆ, ਅਸੀਂ ਕਿਸ ਚੋਂ ਗੁਜ਼ਰੇ। ਉਹਨੇ ਕਿਹਾ ਵੀ ਉਸ ਦਾ ਹੀ ਨਤੀਜਾ ਹੈ ਕਿ ਮੈਂ ਅੱਜ ਇਸ ਮੁਕਾਮ ਤੱਕ ਵੀ ਪਹੁੰਚੀ ਹਾਂ, ਔਰ ਗੁਰੂ ਨੇ ਮੇਰੇ ਤੋਂ ਇਹ ਸੇਵਾ ਲਈ ਹੈ ਕਿ ਕੈਲੀਫੋਰਨੀਆ ਦੀ, ਹਾਲਾਂ ਐਫਰਟ ਪਹਿਲਾਂ ਵੀ ਹੁੰਦੇ ਰਹੇ ਲੇਕਿਨ ਇਹ ਗੁਰੂ ਨੇ ਕ੍ਰੈਡਿਟ ਜਿਹਨੂੰ ਦੇਣਾ ਹੁੰਦਾ ਹੈ ਉਹਨੂੰ ਹੀ ਹੁੰਦਾ ਹੈ। ਸੋ ਅਸੀਂ ਜਿੱਥੇ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਬਹੁਤ ਪੋਜ਼ਿਟਿਵ ਸਟੈਪ ਫਾਰਵਰਡ ਹੈ, ਔਰ ਮੈਂ ਘੜੀ ਵੱਲ ਵੀ ਦੇਖ ਰਿਹਾ, ਔਰ ਇਹ ਜਿਹੜਾ ਉਹਨਾਂ ਦਾ ਰੈਜ਼ੋਲੂਸ਼ਨ ਹੈ ਦਰਸ਼ਕ ਉਹਦੇ ਵੀ ਦੇਖ ਸਕਦੇ ਨੇ ਕੈਲੀਫੋਰਨੀਆ ਲੈਜਿਸਲੇਚਰ ਦੇ ਥੱਲੇ, ਔਰ ਉਹਦੇ 'ਚ ਉਹਨਾਂ ਨੇ ਇਹ ਸਿੱਖ ਜੈਨੋਸਾਈਡ this measure would condemn November 1984 anti-Sikh violence in India as genocide and would urge the United States Congress to formally recognize and condemn the November 1984 anti-Sikh violence in India as genocide। ਇਹ ਰੈਜ਼ੋਲੂਸ਼ਨ ਦੇ ਟੌਪ ਦੇ ਉੱਤੇ ਹੀ ਹੈ ਕਿ ਭਾਈ ਇਹ ਅਸੀਂ ਰਿਜ਼ੋਲਵ ਕਰਦੇ ਹਾਂ ਕਿ ਵੀ ਇਵੇਂ ਹੋਏਗਾ, ਔਰ US ਕਾਂਗਰਸ ਨੂੰ ਕਿਹਾ ਕਿ ਇਹਨੂੰ ਐਜ਼ ਏ ਜੈਨੋਸਾਈਡ ਰੈਕਗਨਾਈਜ਼ ਕਰੋ ਔਰ ਇੰਡੀਆ ਨੂੰ ਇਸ ਦੇ ਉੱਤੇ ਅਕਾਊਂਟੇਬਲ ਬਣਾਓ। ਔਰ ਫਿਰ ਜਿਹੜਾ ਉਹ ਕਾਲਮ ਹੁੰਦਾ ਵੀ ਕੀ ਹੈ, ਵੇਅਰ ਐਜ਼ the Sikh community which originated in Punjab, a region of South Asia, now in Pakistan and India, began immigrating to United States over 100 years ago and has played an important role in building agriculture, infrastructure and communities across United States and California। ਕਿ ਭਾਈ ਅਸੀਂ ਕਿਵੇਂ 100 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਆਏ, ਕਿਹੜੇ ਫੀਲਡ 'ਚ ਅਸੀਂ हैं, 30 ਮਿਲੀਅਨ ਤੋਂ ਜ਼ਿਆਦਾ ਅਸੀਂ ਜਿਹੜੇ हैं ਉਹ ਵਸਦੇ ਹੈ ਦੁਨੀਆ ਭਰ ਦੇ ਵਿੱਚ, ਮਿਲੀਅਨ ਤੋਂ ਜ਼ਿਆਦਾ ਸਿੱਖ ਅਮਰੀਕਾ ਦੇ ਵਿੱਚ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਵੇਅਰ ਐਜ਼ ਸਿਸਟਮੈਟਿਕ ਐਂਡ ਆਰਕੈਸਟ੍ਰੇਟਡ ਜੈਨੋਸਾਈਡਲ ਵਾਇਲੈਂਸ ਵਾਜ਼ ਪਰਪੀਟ੍ਰੇਟਡ ਅਗੇਂਸਟ ਸਿੱਖਸ ਇਨ ਨਵੰਬਰ 1984 in the capital territory of Delhi, the states of Jharkhand, Madhya Pradesh, Haryana, Uttarakhand, Bihar, Uttar Pradesh, West Bengal, Himachal Pradesh, Rajasthan, Odisha, Chhattisgarh, Tripura, Tamil Nadu, Gujarat, Andhra Pradesh, Kerala and Maharashtra and the Union Territory of Jammu and Kashmir। ਇਹ ਸਾਰੀਆਂ ਸਟੇਟਾਂ
ਕਿ ਬੜੇ ਵਿਉਂਤਬੱਧ ਤਰੀਕੇ ਨਾਲ ਨਵੰਬਰ 84 ਸਿੱਖਾਂ ਦੇ ਖਿਲਾਫ ਨਸਲਕੁਸ਼ੀ ਹੋਈ। ਅੱਛਾ। Whereas during the anti-Sikh genocide, Sikhs were assaulted, tortured, burned alive, and murdered, and Sikh women, many of whom lost their families during the genocide, were sexually assaulted and raped by the groups of attackers. ਕਿ ਭਾਈ ਆ ਜ਼ੁਲਮ ਹੋਏ ਔਰ ਬੀਬੀਆਂ ਦੇ ਨਾਲ ਜਿਹੜੇ ਆ ਮਾਸ ਰੇਪਸ ਹੋਏ, ਜਬਰ ਜਨਾਹ ਹੋਏ। Whereas Sikh homes, businesses and gurdwaras were looted, damaged and destroyed during the genocide, causing the intentional destruction of many Sikh families, communities, homes and businesses। ਕਿ ਕਾਰੋਬਾਰ ਸਾਡੇ ਗੁਰਦੁਆਰੇ ਤਬਾਹ ਕੀਤੇ ਗਏ ਇਸ ਇੰਟੈਂਟ ਨਾਲ ਵੀ ਇਹਨਾਂ ਦਾ ਕੁਛ ਨਹੀਂ ਰਹਿਣ ਦੇਣਾ। Whereas the Indian government through official and members of parliament and with the support of police led genocidal and participated in and failed to intervene to prevent the genocide। ਕਿ ਇਹ ਸਾਰੇ ਨੂੰ ਜਿਹੜੇ ਉਹਨਾਂ ਦੇ MP ਸੀ ਹੁਣ ਤਾਂ HKL ਭਗਤ, ਸਜਨ ਕੁਮਾਰ, ਜਗਦੀਸ਼ ਟਾਈਟਲਰ, ਇਹ ਸਾਰੇ ਸਾਹਮਣੇ ਨੇ ਵੀ ਉਹਨਾਂ ਨੇ ਲੀਡ ਕੀਤਾ। ਜੀ। Whereas over 3 days in November 1984, over 30,000 Sikhs were murdered। ਕਿ 3 ਦਿਨਾਂ ਦੇ ਵਿੱਚ ਨਵੰਬਰ ਦੇ ਪਹਿਲੇ ਜਿਹੜੇ ਨੇ 30,000 ਤੋਂ ਜ਼ਿਆਦਾ ਸਿੱਖ ਜਿਹੜੇ ਨੇ ਮਾਰੇ ਗਏ। ਹੁਣ ਇਹ ਹੁੰਦਾ ਸੀ ਜੀ ਇੰਡੀਅਨ ਗਵਰਨਮੈਂਟ ਜਦੋਂ ਫਿਗਰ ਦਿੰਦੀ ਹੈ 3000 ਦਿੱਲੀ ਦੇ ਵਿੱਚ, ਬਸ ਉਹ 500 ਕਿਸੇ ਹੋਰ ਚ ਪਾ ਦਿੰਦੇ। ਹੁਣ ਕਿਉਂਕਿ 30,000 ਫਿਗਰ ਨਿਊ ਜਰਸੀ ਦੇ ਰੈਜ਼ੋਲੂਸ਼ਨ ਚ ਆਈ, ਕਨੈਟੀਕਟ ਵਾਲੇ ਚ ਆਈ, ਪੈਨਸਿਲਵੇਨੀਆ, ਹੁਣ ਇਹ ਫਿਗਰ ਜਿਹੜੀ ਹੈ ਤੁਸੀਂ ਕੰਫਰਟੇਬਲੀ ਕਿਤੇ ਵੀ ਕੋਟ ਕਰ ਸਕਦੇ ਹੋ ਕਿ ਆਲਰੇਡੀ ਇਸ ਨੂੰ ਰੈਕਗਨੀਸ਼ਨ ਹੈ ਕਿ 30,000 ਸਿੱਖ ਉਹਨਾਂ ਨੇ ਜਿਹੜੇ ਨੇ ਉਹ ਮਰਡਰ ਕੀਤੇ ਨੇ। Whereas the widow colony in Delhi still houses Sikh women who were assaulted, raped, tortured and forced to witness the dismemberment, burning and murder of their families and who are still calling for justice against the perpetrators। ਕਿ ਦਿੱਲੀ ਦੇ ਵਿੱਚ ਵਿਡੋ ਕਾਲੋਨੀ ਅੱਜ ਵੀ ਮੌਜੂਦ ਹੈ। ਉਹਨਾਂ ਦੇ ਜਿਹੜਾ ਹਸਬੈਂਡਸ ਨਾਲ, ਉਹਨਾਂ ਦੇ ਭਰਾਵਾਂ ਨਾਲ, ਪਰਿਵਾਰਾਂ ਨਾਲ ਕੀ ਹੋਇਆ ਇਹ ਜਿਹੜੇ ਨੇ ਔਰ ਅੱਜ ਤੱਕ ਵੀ ਉਹ ਜਸਟਿਸ ਦੀ ਮੰਗ ਕਰ ਰਹੀਆਂ ਨੇ ਕਿ ਭਾਈ ਜਿਹੜੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਯਾਫਤਾ ਕੀਤਾ ਜਾਏ। Whereas the Sikh community in the United States has not recovered from the physical and psychological trauma of genocide as they keep alive the memory of those who were killed and will never forget the anti-Sikh genocide। ਕਿ ਇੰਨੇ ਵਰੇ 39 ਵਰੇ ਬੀਤਣ ਬਾਅਦ ਵੀ ਅਜੇ ਤੱਕ ਸਰੀਰਕ ਔਰ ਮਨੋਵਿਗਿਆਨਕ ਤੌਰ ਤੇ ਸਿੱਖ ਜਿਹੜੇ ਨੇ ਉਹ ਇਸ ਸਦਮੇ ਚੋਂ ਨਹੀਂ ਉਭਰੇ ਨੇ। ਉਹ ਉਸਨਾਂ ਦੀ ਯਾਦ ਨੂੰ ਹਮੇਸ਼ਾ ਰੱਖਦੇ ਨੇ ਔਰ ਉਹ ਕਦੇ ਵੀ ਨਹੀਂ ਭੁੱਲਣਗੇ। Whereas ਫਿਰ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਦੇ ਜਿਹੜੀ ਕਨਵੈਨਸ਼ਨ ਹੈ ਆਰਟੀਕਲ 2 ਔਰ ਦੂਸਰਾ ਇਹ ਸਾਰੇ ਕੋਟ ਕੀਤੇ ਨੇ ਕਿ ਜੈਨੋਸਾਈਡ ਕਹਿੰਦੇ ਕਿ ਉਹਨਾਂ ਨੇ। ਫਿਰ ਉਹਨਾਂ ਨੇ ਨਿਊ ਜਰਸੀ ਔਰ ਪੈਨਸਿਲਵੇਨੀਆ ਔਰ ਦੂਸਰੀਆਂ ਜਿਹੜੀਆਂ ਸਟੇਟਾਂ ਦਾ ਜ਼ਿਕਰ ਕੀਤਾ ਅਮਰੀਕਾ ਦੀਆਂ ਜਿਹਦੇ 'ਚ ਕਿ ਜੈਨੋਸਾਈਡ ਰੈਕਗਨਾਈਜ਼ ਹੋਇਆ। ਫਿਰ ਉਹਨਾਂ ਕਿਹਾ whereas recognizing the state sponsored violence and targeted Sikhs across India is an important and historical step towards justice, accountability and reconciliation which should be an example to other governments, now therefore be it। ਕਿ ਬੜਾ ਜ਼ਰੂਰੀ ਹੈ ਕਿ ਇਹਨੂੰ ਰੈਕਗਨਾਈਜ਼ ਕੀਤਾ ਜਾਏ ਤਾਂ ਕਿ ਜਵਾਬਦੇਹੀ ਹੋਏ, ਇਨਸਾਫ ਹੋਏ ਔਰ ਜ਼ਖਮ ਭਰਨ ਦੀ ਪ੍ਰੋਸੈਸ ਸ਼ੁਰੂ ਹੋਏ। ਇਸ ਲਈ resolved by the Assembly and Senate of the state of California jointly that the legislature of the state of California condemns the November 1984 anti-Sikh violence in India as genocide and be it further resolved that the legislature of state of California urges the United States Congress to formally recognize and condemn the November 1984 anti-Sikh violence in India and genocide and be it further। ਫਿਰ ਜਿਵੇਂ ਹੁੰਦਾ ਹੈ ਕਿ ਵੀ ਮੈਜੋਰਟੀ ਲੀਡਰ, ਮਾਈਨੋਰਟੀ ਲੀਡਰ ਸਾਰਿਆਂ ਨੂੰ। ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਯੂਨੈਨਿਮਸਲੀ ਡੈਮੋਕ੍ਰੈਟ, ਰਿਪਬਲਿਕਨ, ਦੂਜੇ ਔਰ ਉਸ ਵੱਡੀ ਗਿਣਤੀ ਸਿੱਖ ਸੰਗਤਾਂ ਵੀ ਚੈਂਬਰ 'ਚ ਪਹੁੰਚੀਆਂ ਹੋਈਆਂ ਸੀ ਔਰ ਅਸੀਂ ਜਿੱਥੇ ਸਮੁੱਚੀਆਂ ਸੰਗਤਾਂ ਨੂੰ ਉਹਨਾਂ ਦਾ ਐਫਰਟ ਔਰ ਇਹ ਜਿਹੜਾ ਵੀ ਇਸ ਕਿਸਮ ਦੀ ਪ੍ਰਾਪਤੀ ਹੁੰਦੀ ਹੈ ਸਾਨੂੰ ਤਾਂ ਫਰੂਟ ਨਜ਼ਰ ਆਉਂਦਾ ਹੈ ਪਰ ਉਸ ਦੇ ਪਿੱਛੇ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਉਸ ਨੂੰ ਵੱਤਰ ਲਿਆਉਣ, ਬੀਜ ਬੀਜਣ, ਚੋਸਲਾ ਕਰਕੇ ਉਸ ਦੇ ਪਿੱਛੇ ਕਿੰਨੇ ਸਾਲਾਂ ਦਾ ਐਫਰਟ ਹੈ। ਉਹਨਾਂ ਸਭ ਨੂੰ ਮੁਬਾਰਕਬਾਦ ਦਿੰਦੇ ਆ ਔਰ ਬੱਚੀ ਜਸਮੀਤ ਕੌਰ ਬੈਂਸ ਮੈਂ ਸਮਝਦਾ
ਵੀ ਸ਼ੀ ਹੈਜ਼ ਕ੍ਰੀਏਟਡ ਅ ਹਿਸਟਰੀ ਬਿਲਕੁਲ ਔਰ ਉਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤੇ ਤਹਿ ਦਿਲ ਤੋਂ ਧੰਨਵਾਦ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਨਸਲਕੁਸ਼ੀ ਦਾ ਜਿਹੜਾ ਵਰਤਾਰਾ ਹੈ ਕਿਸੇ ਵੀ ਖਿੱਤੇ ਜਾਂ ਮੁਲਕ ਵਿੱਚ ਇੱਕ ਵਿਉਂਤਪੰਨ ਤਰੀਕੇ ਨਾਲ ਵਰਤਾਇਆ ਜਾਂਦਾ ਹੈ। ਝੂਠਾ ਪ੍ਰਚਾਰ ਇਸ ਦੀ ਜਿਹੜੀ ਮੁੱਖ ਕੜੀ ਹੁੰਦਾ ਹੈ। ਸੋ ਇਹ ਸੰਭਵ ਉਦੋਂ ਹੁੰਦਾ ਹੈ ਜਦੋਂ ਚੰਗੇ ਲੋਕ ਚੁੱਪੀ ਵੱਟ ਲੈਂਦੇ ਨੇ ਔਰ ਹਰ ਨਸਲਕੁਸ਼ੀ ਲਈ ਇਹ ਤਬਕਾ ਸਭ ਤੋਂ ਜ਼ਿਆਦਾ ਜਿਹੜਾ ਜ਼ਿੰਮੇਵਾਰ ਹੁੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬੇਸ਼ੱਕ ਅਸੀਂ ਪਿਛਲੇ ਆਲਮੋਸਟ 11 ਸਾਲ ਤੋਂ ਹੀ ਲਗਾਤਾਰਤਾ ਨਾਲ ਜਦੋਂ ਜੂਨ ਦਾ ਮਹੀਨਾ ਹੁੰਦਾ ਹੈ ਜਾਂ ਨਵੰਬਰ ਦਾ ਹੁੰਦਾ ਹੈ, ਔਰ ਉਸ ਤੋਂ ਇਲਾਵਾ ਵੀ ਜੈਨੋਸਾਈਡ ਨਾਲ ਸੰਬੰਧਿਤ ਕੋਈ ਨਾ ਕੋਈ ਟੌਪਿਕ ਡਿਸਕਸ ਕਰਦੇ ਹਾਂ। ਇਸ ਦਾ ਮੁੱਖ ਮਕਸਦ ਇਹ ਵੀ ਹੁੰਦਾ ਹੈ, ਸ਼ਾਇਦ ਬਹੁਤ ਸਾਰੇ ਜਿਹੜੇ ਤਾਂ 11 ਸਾਲ ਤੋਂ ਹੀ ਫੋਲੋ ਕਰਦੇ ਨੇ ਜਾਂ ਲਗਾਤਾਰਤਾ ਨਾਲ, ਉਹਨਾਂ ਲਈ ਤਾਂ ਕੁਝ ਚੀਜ਼ਾਂ ਰਿਪੀਟ ਹੁੰਦੀਆਂ ਹੋਣਗੀਆਂ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਨਵੇਂ ਨੌਜਵਾਨ ਵੀ ਔਰ ਨਵੇਂ ਵਿਊਅਰਸ ਵੀ ਨਾਲ ਜੁੜਦੇ ਨੇ। ਔਰ ਉਹਨਾਂ ਦੇ ਲਈ ਜੇ ਹੋਰ ਤਾਂ ਕੋਈ ਯੂਨੀਵਰਸਿਟੀਆਂ, ਕਾਲਜਾਂ ਜਾਂ ਗੁਰਦੁਆਰਿਆਂ 'ਚ ਤਾਂ ਕਿਸੇ ਨੇ ਕਲਾਸਾਂ ਨਹੀਂ ਲਾਈਆਂ ਹੋਈਆਂ ਕਿ ਭਾਈ ਇਹ ਦੱਸਿਆ ਜਾਏ ਕਿ ਨਸਲਕੁਸ਼ੀ ਹੁੰਦੀ ਕੀ ਹੈ, ਕਿਵੇਂ ਸਾਡੇ ਨਾਲ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਹੋਈ, ਸਾਡੇ ਤੇ ਜਿਹੜੀ ਟੋਟਲ ਵਾਰ ਭਰਪਾ ਕੀਤੀ ਗਈ ਜੂਨ ਦੇ ਪਹਿਲੇ ਹਫ਼ਤੇ। ਬੇਸ਼ੱਕ ਮਾਰਕ ਤਾਂ ਸਾਨੂੰ ਉਹਨਾਂ ਨੇ 15 ਅਗਸਤ 1947 ਤੋਂ ਬਾਅਦ ਹੀ, ਜਦੋਂ ਇੱਕ ਕ੍ਰਿਮੀਨਲ ਟ੍ਰਾਈਬ ਐਲਾਨ ਦਿੱਤਾ, ਜਰਾਇਮ ਪੇਸ਼ਾ ਕਬੀਲਾ, ਸੋ ਅਸੀਂ ਉਹਨਾਂ ਦੀ ਰਡਾਰ ਸਕਰੀਨ ਤੇ ਸੀ। ਉਹਨਾਂ ਨੇ ਸਾਨੂੰ ਕਿਵੇਂ ਡਿਪਰਾਈਵ ਕੀਤਾ ਨੌਕਰੀਆਂ 'ਚੋਂ, ਸਾਡੀ ਪਰਸੈਂਟੇਜ ਖਾਸ ਤੌਰ ਤੇ ਫੌਜ 'ਚ ਜਿੱਥੇ ਰਿਜ਼ਰਵੇਸ਼ਨ ਕੋਟਾ ਸੀ ਅੰਗਰੇਜ਼ਾਂ ਦੇ ਪੀਰੀਅਡ, ਸਭ ਤੋਂ ਪਹਿਲਾਂ ਉਹ ਕੱਢਿਆ। ਫਿਰ ਉਹਨਾਂ ਨੇ ਕਿਵੇਂ ਸਿੱਖ ਰੈਜੀਮੈਂਟਲ ਸੈਂਟਰ ਮੇਰਠ, ਜਿੱਥੇ ਸਿੱਖਾਂ ਦਾ ਸੀ, ਸਿੱਖ ਫੌਜ ਦਾ, ਉਹਨੂੰ ਚੁੱਕ ਕੇ ਸੈਂਕੜਿਆਂ ਮੀਲ ਦੂਰ ਰਾਮਗੜ੍ਹ ਬਿਹਾਰ 'ਚ ਲੈ ਗਏ, ਹੁਣ ਤਾਂ ਝਾਰਖੰਡ 'ਚ ਹੈ। ਔਰ ਮੈਂ ਕਿਸੇ ਸਾਬਕਾ ਨੇਵੀ ਆਲਾ ਅਫਸਰ ਦੀ ਇੰਟਰਵਿਊ ਦੇਖ ਰਿਹਾ ਸੀ, ਉਹਨੇ ਕਿਹਾ ਜੀ ਮਤਲਬ ਜਦੋਂ ਮੇਰਠ ਸੀ ਜਵਾਨ ਆਪਣੇ ਉੱਥੇ ਰੈਜੀਮੈਂਟਲ ਸੈਂਟਰ 'ਚ ਹੀ ਹੁੰਦੇ ਸੀ ਜ਼ਿਆਦਾ, ਤੇ ਪੰਜਾਬ ਜਦੋਂ ਕਿਸੇ ਦੇ ਬੱਚੇ ਦਾ ਕੋਈ ਜਨਮ ਦਿਨ ਹੈ, ਕਿਸੇ ਦਾ ਵਿਆਹ ਹੈ, ਕਿਸੇ ਦਾ ਦੂਸਰਾ, ਤੇ ਨਹੀਂ ਵੀ ਛੁੱਟੀ ਤਾਂ ਸਾਲ 'ਚ 2 ਮਹੀਨੇ ਹੀ ਮਿਲਦੀ ਸੀ, ਵੀ ਭੱਜ ਕੇ ਜਾ ਕੇ ਮੇਰਠ ਹੁੰਦਾ ਸੀ, ਮਿਲ ਆਉਂਦੇ ਸੀ, ਉਹਨਾਂ ਨੂੰ ਮਿਠਾਈ ਵੀ ਦੇ ਆਉਂਦੇ ਸੀ, ਉਹਨਾਂ ਜਿਹੜਾ ਸਵੇਰੇ ਜਾ ਕੇ ਸ਼ਾਮੀ ਘਰੇ ਮੁੜ ਆਉਂਦੇ ਸੀ। ਹੁਣ ਜੇ ਦੁਸ਼ਮਣ ਨੂੰ ਇਹ ਲੱਗਦਾ ਸੀ ਕਿ ਵੀ ਜੇ ਰੈਜੀਮੈਂਟਲ ਸੈਂਟਰ ਇਹ ਦਿੱਲੀ ਦੇ ਇੰਨਾ ਨੇੜੇ ਹੈ, ਉਹਨਾਂ ਨੇ ਤਾਂ ਮਾਰ ਕੀਤਾ ਸੀ ਵੀ ਜੋ ਸਿੱਖਾਂ ਨਾਲ ਕਰਨਾ, ਉਹਨਾਂ ਨੇ ਇਹ ਕਿ ਵੀ ਇੱਥੋਂ ਤਾਂ ਸਿੱਖ ਫੌਜ ਉੱਠ ਕੇ ਦਿੱਲੀ ਆ ਜਾਏਗੀ। ਔਰ ਇਹੀ ਗੱਲ ਜੇ ਜੂਨ 84 ਦੇ ਹਮਲੇ ਵੇਲੇ ਤੁਸੀਂ ਇਮੇਜਿਨ ਕਰੋ ਕਿ ਮੇਰਠ 'ਚ ਹੁੰਦਾ ਸਿੱਖ ਰੈਜੀਮੈਂਟਲ ਸੈਂਟਰ, ਤੇ ਉਹ ਇਹ ਸਿੱਖਾਂ ਦੀ ਨਸਲਕੁਸ਼ੀ ਨਹੀਂ ਸੀ ਹੋਣ ਦੇਣੀ। ਉਹਨਾਂ ਨੇ ਤਾਂ ਦਿੱਲੀ ਘੇਰ ਲੈਣੀ ਸੀ। ਉਹਨਾਂ ਨੇ ਸੈਂਕੜਿਆਂ ਮੀਲ ਦੂਰ ਜਿਹੜਾ ਉਹ ਲਿਜਾ ਕੇ ਉੱਥੇ ਰਾਮਗੜ੍ਹ ਕਰਤਾ। ਜੇ ਉੱਥੋਂ ਨਿਕਲੇ ਵੀ 5-6 ਹਜ਼ਾਰ ਸਿੰਘ ਜਿਹੜੇ ਨੇ ਫੌਜੀ ਰੰਗਰੂਟ ਔਰ ਕੁਛ ਜਿਹੜੇ ਨੇ JCO ਔਰ ਦੂਸਰੇ ਨਿਕਲੇ,
ਉਹਨਾਂ ਨੂੰ ਪਹੁੰਚਣ ਕਿਹਨੇ ਦੇਣਾ ਸੀ? ਕੋਈ ਮਾਰੇ ਗਏ ਰਾਜ, ਕੋਈ ਗ੍ਰਿਫਤਾਰ ਹੋਏ, ਕੋਈ ਜਿਹੜੇ ਨੇ ਉਹ ਘੇਰ ਲਏ ਗਏ ਇਸ ਤਰੀਕੇ ਦੇ ਨਾਲ। ਹੁਣ ਇਹ ਜਿਹੜਾ ਵਰਤਾਰਾ ਹੈ, ਕਿਉਂਕਿ ਇਹ ਸਾਨੂੰ ਬਾਰ-ਬਾਰ ਦੇਖਣਾ ਪਏਗਾ ਵੀ ਜਿਹੜੀ ਇੰਟੈਂਟ ਸੀ ਉਹ ਪਹਿਲੇ ਦਿਨ ਤੋਂ ਹੀ ਮਾੜੀ ਸੀ। ਫਿਰ ਅਸੀਂ ਸਿਸਟਮੈਟਿਕਲੀ ਪਾਣੀ ਸਾਨੂੰ ਕਿਵੇਂ, ਕਿਉਂਕਿ ਜੈਨੋਸਾਈਡ ਦਾ ਮਤਲਬ ਵੈਸੇ ਜੇ ਉਹਨੂੰ ਸਾਦਾ ਪੰਜਾਬੀ 'ਚ ਇੱਕ ਜ਼ਮਾਨੇ 'ਚ ਜਦੋਂ ਅਸੀਂ ਪੰਜਾਬੀ ਲਿਟਰੇਚਰ 19ਵੀਂ ਸਦੀ ਦੇ ਅਖੀਰ ਜਾਂ 20ਵੀਂ ਸਦੀ ਦਾ, ਤੇ ਲਫ਼ਜ਼ ਹੁੰਦਾ ਸੀ ਬੀਜ ਨਾਸ। ਬੀਜ ਹੁਣ ਜ਼ਾਹਰ ਹੈ ਕਿ ਵੀ ਜਿਹੜੀ ਹਿਊਮਨ ਰੇਸ ਹੈ ਉਹਦੇ 'ਚ ਵੀ ਜਿਹੜਾ ਬੀਜ ਹੈ, ਮਰਦ ਔਰ ਔਰਤ, ਉਹਨਾਂ ਦੀ ਅੱਗੋਂ ਹੀ ਕ੍ਰੀਏਸ਼ਨ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਪੌਦੇ ਜਾਂ ਦੂਜੇ ਕਰਦੇ ਹਾਂ ਉਹ ਵੀ ਬੀਜ ਨਾਲ ਜੁੜਿਆ। ਹੁਣ ਬੀਜ ਨਾਸ ਦਾ ਮਤਲਬ ਹੁੰਦਾ ਹੈ ਕਿ ਜੇ ਤੁਸੀਂ ਯੰਗ ਮੈਨ ਨੂੰ ਮਾਰ ਦਿੰਦੇ ਹੋ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹਨਾਂ ਦੇ ਜਿਹੜਾ ਇੱਕ ਫੌਜੀ ਬ੍ਰਿਗੇਡੀਅਰ ਉਸਨੇ ਜਦੋਂ ਇਹ 1990 ਦੇ ਵਿੱਚ ਝਬਾਲ ਦੇ ਏਰੀਏ ਦੇ 20-25 ਪਿੰਡਾਂ ਦੇ ਸਰਪੰਚ ਔਰ ਉਹਨਾਂ ਦੇ ਮੋਹਤਬਰਾਂ ਨੂੰ ਇਕੱਠੇ ਕੀਤਾ, ਕਿਉਂਕਿ ਇਹ ਉਹ ਬੈਲਟ ਸੀ ਜਿੱਥੋਂ ਜੁਝਾਰੂ ਸਿੰਘ ਬੜੇ ਲੜਾਕੇ ਜਿਹੜੇ ਨੇ ਉਹ ਆਪਣੀ ਕੌਮੀ ਆਜ਼ਾਦੀ ਦੇ ਲਈ ਨਿਕਲੇ ਸੀ। ਔਰ ਜਿਹੜੀ ਗੱਲ ਉਹਦੇ 'ਚ ਉਹਨੇ ਕਹੀ ਉਹ ਐਕਸਪਲੇਨ ਕਰੇਗਾ ਕਿ ਵੀ ਇਹ ਜੈਨੋਸਾਈਡ ਦਾ ਇਨਫੈਕਟ ਮਤਲਬ ਕੀ ਹੁੰਦਾ ਹੈ। ਹਾਲਾਂਕਿ ਜਿਹੜਾ ਫਿਜ਼ੀਕਲ ਜੈਨੋਸਾਈਡ ਹੈ, ਇਸ ਤੋਂ ਇਲਾਵਾ ਇਕਨੋਮਿਕਲ ਆਰਥਿਕ ਜੈਨੋਸਾਈਡ, ਜਦੋਂ ਸਾਡਾ ਪਾਣੀ ਇੱਕੋ ਇੱਕ ਦੌਲਤ ਲੁੱਟ ਲਈ, ਉਹ ਆਰਥਿਕ ਨਸਲਕੁਸ਼ੀ ਸੀ। ਫਿਰ ਲੈਂਗੁਏਜ ਵਾਈਜ਼ ਜੇ ਸਾਨੂੰ ਲਗਭਗ ਜਿਹੜਾ ਉਹ 16-17 ਸਾਲ ਸਟਰਗਲ ਕਰਨੀ ਪੈਂਦੀ ਹੈ ਆਪਣੀ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਬਣਾਉਣ ਦੇ ਲਈ, ਉਹ ਤੁਹਾਡਾ ਲਿੰਗੁਇਸਟਿਕ ਜੈਨੋਸਾਈਡ ਸੀ। ਔਰ ਉਹ ਚਲਦੇ ਖੇਤੀ ਕਾਨੂੰਨਾਂ ਤੱਕ ਪਹੁੰਚਦੇ ਆ, ਫਿਰ ਇਕਨੋਮਿਕਲ ਜੈਨੋਸਾਈਡ। ਹੁਣ ਉਹ ਜਿਹੜੀ ਗੱਲ ਫੌਜੀ ਬ੍ਰਿਗੇਡੀਅਰ ਨੇ ਕਹੀ, ਔਰ ਜੋ ਕੁਛ ਇਹਨਾਂ ਨੇ ਨਾਰਥ ਈਸਟ ਦੇ ਵਿੱਚ ਕੀਤਾ, ਨਾਗਿਆਂ ਦੇ ਨਾਲ ਵੀ ਕੀਤਾ, ਮਨੀਪੁਰ 'ਚ ਵੀ ਕੀਤਾ, ਅੱਜ ਕਸ਼ਮੀਰ 'ਚ ਵੀ ਕਰ ਰਹੇ ਨੇ, ਪੰਜਾਬ 'ਚ ਵੀ ਇਹਨਾਂ ਦੀ ਜਿਹੜੀ ਆ ਉਹ ਇਹ ਨੀਤੀ ਰਹੀ ਹੈ। ਉਹਨੇ ਉਹਨਾਂ ਨੂੰ ਕਿਹਾ ਇਕੱਠੇ ਕਰਕੇ ਕਿ ਵੀ ਵਿਲ ਕਿਲ ਆਲ ਯੋਰ ਮੇਲ ਮੈਂਬਰਸ ਐਂਡ ਵਿਲ ਕਨਫਾਈਨ ਯੋਰ ਵਿਮਨ ਟੂ ਆਵਰ ਕੰਟੋਨਮੈਂਟਸ ਐਂਡ ਵਿਲ ਬਰੀਡ ਏ ਨਿਊ ਰੇਸ ਵਿਚ ਵਿਲ ਬੀ ਲਾਇਲ ਟੂ ਇੰਡੀਆ। ਕਿ ਅਸੀਂ ਤੁਹਾਡੇ ਸਾਰੇ ਮਰਦ ਮਾਰ ਦਿਆਂਗੇ, ਤੁਹਾਡੀਆਂ ਔਰਤਾਂ ਨੂੰ ਆਪਣੀਆਂ ਫੌਜੀ ਛਾਉਣੀਆਂ 'ਚ ਰੱਖਾਂਗੇ ਤੇ ਨਵੀਂ ਨਸਲ ਪੈਦਾ ਕਰਾਂਗੇ ਜਿਹੜੀ ਕਿ ਭਾਰਤ ਦੇ ਨਾਲ ਵਫਾਦਾਰ ਹੋਏ। ਔਰ ਇਸ ਦੇ ਤਹਿਤ ਜੇ ਤੁਸੀਂ ਨਵੰਬਰ 84 'ਚ ਦੇਖੋ, ਉਹ ਜਦੋਂ ਵਿਡੋ ਕਾਲੋਨੀ ਦੀ ਗੱਲ ਈਵਨ ਜਿਹੜਾ ਕੈਲੀਫੋਰਨੀਆ ਅਸੈਂਬਲੀ ਨੇ ਰੈਕਗਨਾਈਜ਼ ਕੀਤਾ ਹੈ ਜੈਨੋਸਾਈਡ, ਉਹਦੇ 'ਚ ਵੀ ਮੈਂਸ਼ਨ ਹੈ। ਹੁਣ ਉਹਦੇ 'ਚ 4 ਜਨਰੇਸ਼ਨਾਂ, ਹਸਬੈਂਡ ਵੀ ਮਾਰ ਦਿੱਤਾ ਹੈ, ਪਿਓ ਵੀ ਮਾਰ ਦਿੱਤਾ ਹੈ, ਭਰਾ ਵੀ ਮਾਰ ਦਿੱਤਾ ਹੈ, ਪੁੱਤਰ ਵੀ ਮਾਰ ਦਿੱਤਾ ਉਹਨਾਂ ਦੇ ਸਾਹਮਣੇ, ਔਰ ਉਹਨਾਂ ਦੇ ਨਾਲ ਗੈਂਗ ਰੇਪ ਹੋ ਰਿਹਾ, ਜਬਰ ਜਨਾਹ ਹੋ ਰਿਹਾ। ਹੁਣ ਇਹ ਉਸ ਜੈਨੋਸਾਈਡ, ਕਿਉਂਕਿ ਔਰਤ ਨੂੰ ਐਜ਼ ਏ ਔਰ ਪੰਜਾਬ 'ਚ ਜਿਹੜੀ ਟਾਰਚਰ ਲਾਈਨ ਤਾਂ ਸੀ, ਅੱਜ ਜੋ ਟਾਰਚਰ ਹੋ ਰਿਹਾ ਹਰ ਇੱਕ ਫੜੇ ਜਾਣ ਵਾਲੇ ਨੂੰ, ਪਰ ਬੀਬੀਆਂ ਜਿਹੜੇ ਸਿੰਘ ਇਸ ਪਾਸੇ ਸੀ, ਉਹਨਾਂ ਦੀਆਂ ਭੈਣਾਂ, ਉਹਨਾਂ ਦੀਆਂ ਮਾਵਾਂ, ਉਹਨਾਂ ਦੀਆਂ ਡਾਟਰਸ, ਉਹਨਾਂ ਦੇ ਨਾਲ ਕੀ ਹੋਇਆ ਉਹ ਕਹਾਣੀ ਬਹੁਤ ਕਦੇ ਬਾਹਰ ਨਹੀਂ ਆਈ। ਬਹੁਤ ਫਿਊ ਕੇਸਿਸ ਨੇ, ਔਰ ਜਿਹੜੀਆਂ ਥਾਣੇ 'ਚ ਗਈਆਂ ਰਹਿ ਆਈਆਂ, ਜਾਂ ਤਾਂ ਕੁਝ ਦਿਨਾਂ ਬਾਅਦ ਉਹ ਸਦਮੇ ਨਾਲ ਮਰ ਗਈਆਂ, ਜਾਂ ਉਹਨਾਂ ਦੀ ਜ਼ਬਾਨ ਹੀ ਨਹੀਂ ਕਦੇ ਖੁੱਲੀ, ਕਿਉਂਕਿ ਦੂਸਰੇ ਪਾਸੇ ਸੋਸ਼ਲ ਐਕਸੈਪਟੈਂਸ ਦੀ ਲਾਈਨ ਆ ਜਾਂਦੀ ਹੈ ਵੀ ਕਿਸ ਚੋਂ ਤੁਸੀਂ ਗੁਜ਼ਰਦੇ। ਹੁਣ ਇਹ ਸਾਰਾ ਜਿਹੜਾ ਵਰਤਾਰਾ ਹੈ ਸਿੱਖ ਕੌਮ ਦੇ ਨਾਲ ਹੁੰਦਾ ਚਲਾ ਗਿਆ, ਹੋ ਰਿਹਾ ਲਗਾਤਾਰਤਾ ਨਾਲ। ਇਸ ਤੋਂ ਪਹਿਲਾਂ ਨਾਰਥ ਈਸਟ ਦੇ ਵਿੱਚ ਨਾਗਾਲੈਂਡ ਔਰ ਮਿਜ਼ੋਰਮ ਔਰ ਉਹਨਾਂ ਸਟੇਟਾਂ 'ਚ ਈਸਾਈਆਂ ਦੇ ਨਾਲ, ਕਿਉਂਕਿ ਉਹ ਈਸਾਈ ਮੂਲ ਵਾਲੇ ਨੇ, ਇਹੀ ਵਰਤਾਰਾ ਜਿਹੜਾ ਅਸੀਂ ਕਸ਼ਮੀਰ ਦੇ ਵਿੱਚ ਦੇਖਦੇ ਹਾਂ ਲਗਾਤਾਰਤਾ ਦੇ ਨਾਲ। ਕਿਸ ਲੈਵਲ ਜਦੋਂ ਤੁਸੀਂ ਉੱਥੋਂ ਰਿਪੋਰਟਸ ਦੇਖੋ ਵੀ ਕੀ ਹੁੰਦਾ ਹੈ, ਕਿਵੇਂ ਹੈ, ਫਿਰ ਅੰਦਾਜ਼ਾ ਹੁੰਦਾ ਹੈ ਕਿ ਭਾਈ ਇਹ ਜਿਹੜੀ ਸਟੇਟ ਡੈਮੋਕ੍ਰੇਸੀ ਦੇ ਨਾਂ ਥੱਲੇ ਕਿਸ ਕਿਸਮ ਦੇ ਜ਼ੁਲਮ ਇਹ ਕਰ ਰਹੀ ਹੈ। ਔਰ ਇਸ ਨੂੰ ਜਿਵੇਂ ਅਸੀਂ ਜਦੋਂ ਜੈਨੋਸਾਈਡ ਲਫ਼ਜ਼ ਦੇ ਲਈ ਆਪਣਾ ਲਫ਼ਜ਼ ਘੱਲੂਕਾਰਾ, ਇਹਨੂੰ ਬਾਅਦ ਦੇ ਵਿੱਚ ਹੋਲੋਕਾਸਟ ਯਹੂਦੀਆਂ ਨੇ ਜ਼ਿਆਦਾ ਪਪੂਲਰ ਕੀਤਾ। ਐਥਨਿਕ ਕਲੀਨਜ਼ਿੰਗ ਵੀ, ਕਿ ਵੀ ਜਦੋਂ ਅਸੀਂ ਡੈਮੋਗ੍ਰਾਫੀ ਬਦਲਣੀ ਜੋ ਕਸ਼ਮੀਰ 'ਚ ਕਰ ਰਹੇ ਨੇ, ਜੋ ਪੰਜਾਬ ਦੇ ਵਿੱਚ ਹਾਲਾਤ ਪੈਦਾ ਕਰਤੇ, ਜਦੋਂ ਸਾਰੇ ਕਿਸਮ ਦੇ ਜੈਨੋਸਾਈਡ ਚੱਲ ਰਹੇ ਨੇ, ਨਾਲ ਤੁਸੀਂ ਡਰੱਗਸ ਵੀ ਲਿਆ ਕੇ ਸੁੱਟ ਦਿਓ, ਫਿਰ ਤੁਸੀਂ ਉਹ ਹਾਲਾਤ ਪੈਦਾ ਕਰ ਦਿਓ ਕਿ ਵੀ ਲੋਕ ਉੱਥੋਂ ਨਿਕਲਣ ਤੇ ਮਜਬੂਰ ਹੋਣ। 2 ਵੇਲੇ ਦੀ ਰੋਟੀ ਦਾ ਮਾਮਲਾ ਹੈ। ਔਰ ਜੇ 2-2.5 ਲੱਖ ਨੌਜਵਾਨ ਔਰ ਉਹੀ ਯੰਗ ਸਿੰਘ ਔਰ ਸਿੰਘਣੀਆਂ ਪਿੰਡੂ ਸਮਾਜ ਦੇ ਜਿਹੜੇ ਚਾਈਲਡ ਪ੍ਰੋਡਿਊਸਿੰਗ ਏਜ ਦੇ ਨੇ, ਹੁਣ ਜੈਨੋਸਾਈਡ ਕਿਵੇਂ? ਔਰ ਅੱਜ ਤੁਹਾਨੂੰ ਪੰਜਾਬ ਦੇ ਬਹੁਤ ਸਾਰੇ ਪਿੰਡਾਂ 'ਚ ਬਹੁਤ ਛੋਟੇ ਬੱਚੇ ਜਿਨ੍ਹਾਂ ਦੇ ਅਜੇ ਵੀਜ਼ੇ ਲੱਗੇ ਨਹੀਂ ਹੈ, ਤੇ ਜਾਂ ਬਜ਼ੁਰਗ ਮਿਲਣਗੇ, ਕੋਠੀਆਂ ਵੱਡੀਆਂ ਜਿਹੜੀਆਂ ਉਹਨੇ ਬਣਾਈਆਂ ਵੀ ਨੇ ਬਾਹਰੋਂ ਭੇਜ ਕੇ, ਉਹ ਸਭ ਖਾਲੀ ਹੋਇਆ। ਹੁਣ ਉੱਥੇ ਲਿਆ ਕੇ ਬਈਆਂ ਨੂੰ ਵਸਾਇਆ ਜਾ ਰਿਹਾ। ਔਰ ਕਿਸੇ ਨੇ ਕਿਹਾ ਸੀ, ਉਹਨੇ ਕਿਹਾ ਜੀ ਤੁਸੀਂ ਕਦੇ ਅੰਦਾਜ਼ਾ ਲਾਓ ਵੀ ਪੁਲਿਸ ਤੋਂ ਲੈ ਕੇ ਤਹਿਸੀਲਦਾਰ ਕਿੰਨੇ ਗੈਰ ਸਿੱਖ
ਜਿਹੜੇ ਨੇ ਉੱਥੇ ਲੱਗੇ ਹੋਏ ਨੇ। ਕੱਲ ਨੂੰ ਜਦੋਂ ਤੁਸੀਂ ਕੋਈ ਤੁਹਾਡਾ ਜਨਰੇਸ਼ਨ ਦਾ ਜਾ ਕੇ ਫੈਸਲਾ ਵੀ ਕਰ ਲਿਆ ਵੀ ਵਾਪਸ ਮੁੜ ਕੇ ਸੈਟਲ ਹੋਣਾ ਹੈ, ਤੇ ਉਹਨਾਂ ਨੇ ਬਈਆਂ ਨੇ ਕਬਜ਼ਾ ਕਰਕੇ ਤੁਹਾਨੂੰ ਨੇੜੇ ਨਹੀਂ ਲੱਗਣ ਦੇਣਾ। ਔਰ ਪਟਵਾਰੀਆਂ ਨੇ ਵੀ ਉਹਨਾਂ ਦੇ ਨਾਂ ਕੀਤੇ ਹੋਣੇ ਨੇ, ਜ਼ਮੀਨਾਂ ਵੀ, ਔਰ ਜੋ ਚੱਲ ਵੀ ਰਿਹਾ ਇਹ ਵਰਤਾਰਾ ਕੋਈ ਇਹ ਨਹੀਂ ਹੈ ਕਿ ਬਈ ਇਹ ਕੋਈ ਅਸੀਂ ਕੋਈ ਬਹੁਤ ਹਾਈਪੋਥੇਸਿਸ ਦੇ ਰਹੇ ਹਾਂ ਜਿਹੜਾ ਪੋਸੀਬਲ ਨਹੀਂ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਇਹ ਅਸੀਂ ਆਪਣੀ ਜਿਹੜੀ ਹੈ ਕਹਾਣੀ ਕਹਿ ਰਹੇ ਹਾਂ, ਲੇਕਿਨ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨਸਲਕੁਸ਼ੀਆਂ 20ਵੀਂ ਸਦੀ 'ਚ ਪਹਿਲਾਂ ਅੱਜ ਵੀ ਬੋਸਨੀਆ 'ਚ ਵੀ ਸਾਡੀਆਂ ਅੱਖਾਂ ਸਾਹਮਣੇ ਹੋਇਆ ਜੋ ਸਰਬਾਂ ਨੇ ਕੀਤਾ, ਫਲਸਤੀਨ 'ਚ ਕੀ ਚੱਲ ਰਿਹਾ ਹੈ। ਔਰ ਇਸ ਦੇ ਨਾਲ ਨਾਲ ਅਸੀਂ ਰਵਾਂਡਨ ਜੈਨੋਸਾਈਡ ਦੀ ਗੱਲ ਕੀਤੀ, ਹਾਲਾਂ ਉਹ ਭਾਵੇਂ ਕਬੀਲਿਆਂ ਦੀ ਲੜਾਈ ਸੀ। ਦੁਨੀਆ ਜਿਹੜੀ ਔਰ ਉਸ ਤੋਂ ਪਹਿਲਾਂ ਨਾਜ਼ੀਆਂ ਨੇ ਜੋ ਨਸਲਕੁਸ਼ੀ ਕੀਤੀ ਯਹੂਦੀਆਂ ਦੀ, ਜਿਪਸੀਆਂ ਦੀ, ਫਿਜ਼ੀਕਲੀ ਹੈਂਡੀਕੈਪਡ, ਸਿਵਲ ਲਿਬਰਟੇਰੀਅਨ, ਦੂਜੇ ਤੀਜੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਇਹ ਹੁੰਦਾ ਕੀ ਹੈ ਜੈਨੋਸਾਈਡ। ਇਹਦੇ ਲਈ ਕਿਉਂਕਿ ਜ਼ਾਹਰ ਹੈ ਕਿ ਜੈਨੋਸਾਈਡ ਇੱਕ ਛੋਟਾ ਤਬਕਾ ਤਾਂ ਵੱਡੇ ਦਾ ਜੈਨੋਸਾਈਡ ਨਹੀਂ ਕਰਦਾ, ਵੱਡੀ ਕਮਿਊਨਿਟੀ ਜਾਂ ਵੱਡਾ ਭਾਈਚਾਰਾ ਜਾਂ ਮੈਜੋਰਿਟੀ ਜਿਹੜੀ ਹੈ ਉਹ ਮਾਈਨੋਰਿਟੀਜ਼ ਦੀ ਨਸਲਕੁਸ਼ੀ ਕਰਦੀ ਹੈ। ਅੱਛਾ, ਪਰ ਇਹ ਕਿਵੇਂ ਪੋਸੀਬਲ ਹੋ ਜਾਂਦਾ ਹੈ ਕਿ ਵੀ ਜੇ ਇੱਕ ਧਿਰ ਕਰ ਵੀ ਰਹੀ ਹੈ ਪੋਲਰਾਈਜ਼, ਜੋ ਅੱਜ ਹਿੰਦੂਤਵਾ ਆਈਡੀਓਲੋਜੀ ਵਾਲੇ ਕਰ ਰਹੇ ਨੇ ਕਿ ਹਿੰਦੂਤਵੀਆਂ ਨੇ ਜਿਸ ਕਿਸਮ ਦੀ ਨਫ਼ਰਤ ਅੱਜ ਫੈਲਾਈ ਹੋਈ ਹੈ ਘੱਟ ਗਿਣਤੀਆਂ ਦੇ ਖਿਲਾਫ, ਭਾਈ ਅਮਰਤਪਾਲ ਸਿੰਘ ਦੇ ਹਵਾਲੇ ਨਾਲ ਸਿੱਖ ਕੌਮ ਨੂੰ ਟਾਰਗੇਟ ਕੀਤਾ ਹੋਇਆ। ਮੁਸਲਮਾਨ ਤਾਂ ਬੜੀ ਬੁਰੀ ਤਰ੍ਹਾਂ 2014 ਤੋਂ ਬਾਅਦ ਇਹਨਾਂ ਦੇ ਨਿਸ਼ਾਨੇ ਤੇ ਨੇ। ਔਰ ਇਹਨਾਂ ਦਾ ਹਾਲ ਇਹ ਹੈ ਕਿ ਵੀ ਈਵਨ ਸੀਤਾਰਮਨ ਜਿਹੜੀ ਇਹਨਾਂ ਦੀ ਫਾਈਨੈਂਸ ਮਿਨਿਸਟਰ ਅਮਰੀਕਾ ਆਈ ਹੋਈ ਹੈ, ਔਰ ਉਹਨੇ ਪਿਛਲੇ ਦਿਨਾਂ 'ਚ ਅਜੇ ਅਮਰੀਕਾ 'ਚ ਹੀ ਹੋਏਗੀ, ਉਸਨੇ ਇੱਕ ਇੰਟਰਵਿਊ ਇੱਥੇ ਦਿੱਤਾ ਪੈਟਰਸਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਇਕਨੋਮਿਕਸ, ਤੇ ਉਹਦੇ 'ਚੋਂ ਕਹਿੰਦੀ ਹੈ ਕਿ ਵੀ if there was violence against Muslims in India, would their population be growing? Says Nirmala Sitharaman. Says those blaming India on minorities issues have no clue about ground realities. ਉਹਨੇ ਇੱਕ ਸਵਾਲ ਪੁੱਛਿਆ ਇਹਨੇ ਪੈਟਰਸਨ ਇੰਸਟੀਚਿਊਟ ਵਾਲੇ ਨੇ, ਐਡਮ ਪੋਜ਼ਨ ਨੇ, ਕਿ ਵੀ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਉੱਤੇ ਬਹੁਤ ਧੱਕਾ ਹੋ ਰਿਹਾ, ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ। ਕਹਿੰਦੀ ਬਿਲਕੁਲ ਝੂਠ, ਵੈਸਟ ਨੂੰ ਕੀ ਪਤਾ ਕੀ ਹੋ ਰਿਹਾ। ਜੇ ਇਵੇਂ ਹੁੰਦਾ, ਮੁਸਲਮਾਨਾਂ ਦੀ ਦੇਖੋ ਆਬਾਦੀ ਵੱਧ ਰਹੀ ਹੈ, ਮੁਸਲਮਾਨ ਬੱਚੇ ਉਹਨਾਂ ਦੇ ਸਾਡੇ ਸਕਾਲਰਸ਼ਿਪ ਤੇ ਪੜ੍ਹਦੇ, ਬਹੁਤ ਪ੍ਰੋਗਰੈਸ, ਅਸੀਂ ਤਾਂ ਸੈਕੰਡ ਲਾਰਜੈਸਟ ਪਾਪੂਲੇਸ਼ਨ ਮੁਸਲਮਾਨਾਂ ਦੀ ਸਾਡੇ ਮੁਲਕ 'ਚ ਹੈ। ਕੌਣ ਕਹਿੰਦਾ ਜ਼ੁਲਮ ਹੋ ਰਹੇ ਨੇ? ਹੁਣ ਇਸ ਧੜੱਲੇ ਨਾਲ ਅੱਜ ਦੇ ਯੁੱਗ ਦੇ ਵਿੱਚ ਜਦੋਂ ਕਿ ਇੱਕ ਤੋਂ ਬਾਅਦ ਫਰੀडम ਹਾਊਸ ਦੀ ਰਿਪੋਰਟ, US ਸਰਫ ਦੀ ਰਿਪੋਰਟ, US ਸਟੇਟ ਡਿਪਾਰਟਮੈਂਟ ਦੀ ਰਿਪੋਰਟ, ਲਗਾਤਾਰ ਤਾਂ ਨਾਲਾ ਪਿਛਲੇ ਹਫ਼ਤੇ 10 ਦਿਨ ਦੇ ਵਿੱਚ ਰਾਮਨੌਮੀ ਦੇ ਦੌਰਾਨ 100 ਤੋਂ ਜ਼ਿਆਦਾ ਮਸੀਤਾਂ ਸਾੜੀਆਂ ਗਈਆਂ ਨੇ। ਔਰ ਤੁਸੀਂ ਜੇ ਸੋਸ਼ਲ ਮੀਡੀਆ ਦੇ ਉੱਤੇ ਦੇਖੋ ਕਿ ਭਾਈ ਇਹ ਲਗਾਤਾਰ ਤਾਂ ਨਾਲ ਇਹ RSS ਦੇ ਨਾਂ ਥੱਲੇ ਇਹ ਪਾਰਟ ਚੱਲ ਰਿਹਾ ਕਿ ਵੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਐਗਜ਼ੋਰਟਿੰਗ ਹਿੰਦੂਜ਼ ਟੂ ਐਂਟਰੈਪ ਮੁਸਲਿਮ ਗਰਲਸ। ਇਹ 2 ਸਫ਼ੇ ਦਾ ਇੱਕ ਲੈਟਰ ਹੈ, ਉਹਨਾਂ ਨੇ ਹਿੰਦੂਆਂ ਨੂੰ ਕਾਲ ਦਿੱਤੀ ਹੈ ਕਿ ਮੁਸਲਮਾਨ ਕੁੜੀਆਂ ਫਸਾਓ ਔਰ ਉਹਨਾਂ ਦਾ ਧਰਮ ਪਰਿਵਰਤਨ ਕਰੋ, ਉਹਨਾਂ ਨੂੰ ਵਾਪਸ ਸਨਾਤਨ ਹਿੰਦੂ ਧਰਮ 'ਚ ਲਿਆਓ। ਔਰ ਉਹ ਲਗਾਤਾਰਤਾ ਨਾਲ ਇਸ ਕਿਸਮ ਦਾ, ਔਰ ਉਹਨਾਂ ਦੀ ਫਾਈਨੈਂਸ ਮਿਨਿਸਟਰ DC 'ਚ ਬਹਿ ਕੇ ਕਹਿ ਰਹੀ ਹੈ ਕਿ ਜੀ ਇੱਥੇ ਤਾਂ ਕੁਝ ਨਹੀਂ ਹੋ ਰਿਹਾ, ਬਿਲਕੁਲ ਇਹ ਐਵੇਂ ਦੇਖੋ ਕਿੰਨੀ ਆਬਾਦੀ ਵੱਧ ਗਈ। ਹੁਣ ਉਹਦੇ ਲਈ ਇਹ ਜਿਹੜੀਆਂ 10 ਸਟੇਜਿਸ ਜੈਨੋਸਾਈਡ ਦੀਆਂ ਰੈਕਗਨਾਈਜ਼ ਕੀਤੀਆਂ ਹੋਈਆਂ ਨੇ UN ਨੇ, ਕਿਉਂਕਿ ਉਹਨਾਂ ਦਾ ਜੈਨੋਸਾਈਡ ਦੇ ਉੱਤੇ ਸਪੈਸ਼ਲ ਰੈਪੋਰਟੀਅਰ ਹੈ UN ਦੇ ਵਿੱਚ। ਔਰ ਜਿਵੇਂ ਡਾਕਟਰ ਇਕਤਾਰ ਕਰਾਮਤ ਚੀਮਾ, ਈਵਨ ਉਹਨਾਂ ਦੀ ਜਿਹੜੀ ਸਟੀਅਰਿੰਗ ਕਮੇਟੀ ਹੈ ਉਸ ਦੇ ਮੈਂਬਰ ਨੇ, ਜੈਨੋਸਾਈਡ ਦੇ ਉੱਤੇ ਜਿਹੜੀ ਅੱਖ ਰੱਖਦੀ ਹੈ ਕੀ ਹੈ। ਹੁਣ ਇਹਦੇ 'ਚ ਮੈਂ ਡੀਟੇਲਸ ਤਾਂ ਨਹੀਂ ਜਾਵਾਂਗਾ, ਲੇਕਿਨ 10 ਸਟੇਜਿਸ ਨੇ ਕਿ ਬਈ ਪਹਿਲਾਂ ਕਿਵੇਂ ਜਿਹੜੀ ਮੈਜੋਰਿਟੀ ਜਿਵੇਂ ਨਾਜ਼ੀਆਂ ਤੋਂ ਇਹ ਗੱਲ ਸ਼ੁਰੂ ਕਰਨੀ ਹੋਏ ਤਾਂ ਅੱਜ ਹਿੰਦੂਤਵੀਆਂ ਦਾ ਜਿਹੜੇ ਹਿੰਦੂਤਵਾ ਔਰ ਨਾਜ਼ੀ ਆਈਡੀਓਲੋਜੀ ਪੈਰਲਲ ਰਨ ਕਰਦੀਆਂ, ਰਾਦਰ ਉਹਨਾਂ 'ਚੋਂ ਹੀ ਇਨਸਪੀਰੇਸ਼ਨ ਇਹਨਾਂ ਨੇ ਲਈ ਕਿ ਭਾਈ ਸਭ ਤੋਂ ਪਹਿਲਾਂ ਤਾਂ ਕਲਾਸੀਫਿਕੇਸ਼ਨ ਹੁੰਦੀ ਹੈ। ਜਿਵੇਂ ਉਹਨਾਂ ਨੇ ਸਿੱਖਾਂ ਨੂੰ ਮਾਰਕ ਕਰਤਾ ਕਿ ਕ੍ਰਿਮੀਨਲ ਟ੍ਰਾਈਬ ਹੈ ਕਿ ਬਈ ਔਰ ਬਾਕੀਆਂ ਦੇ ਲਈ ਤਾਂ ਕੋਈ ਉਹਨਾਂ ਨੂੰ ਪਛਾਣ ਰੱਖਣੀ ਪੈਂਦੀ ਹੋਏਗੀ। ਅਸੀਂ ਤਾਂ ਆਪਣੀਆਂ ਪੱਗਾਂ ਦਾੜੀਆਂ ਦੇ ਨਾਲ ਪਹਿਲਾਂ ਹੀ ਪਤਾ ਹੈ ਕਿ ਸਿੱਖ ਕੌਣ ਹੈ, ਕਿ ਕਲਾਸੀਫਾਈ ਕਰ ਦਿਓ ਵੀ ਇਹ ਕ੍ਰਿਮੀਨਲ ਲੋਕ ਨੇ। ਫਿਰ ਸਿੰਬੋਲਾਈਜੇਸ਼ਨ, ਉਹਨਾਂ ਦੇ ਸਿੰਬਲ ਕੀ ਕੀ ਹੋ ਸਕਦੇ ਨੇ, ਸਾਡੇ ਵੀ ਕਲਾਸੀਫਿਕੇਸ਼ਨ ਔਰ ਸਿੰਬੋਲਾਈਜੇਸ਼ਨ ਦੋਨੋਂ ਹੀ ਇੱਕੋ ਜਿਹਾ ਆ ਜਾਂਦੇ ਨੇ। ਫਿਰ ਡਿਸਕ੍ਰਿਮੀਨੇਸ਼ਨ, ਫਿਰ ਤੁਸੀਂ ਉਹਨਾਂ ਦੇ ਨਾਲ ਵਿਤਕਰਾ ਹਰ ਫੀਲਡ 'ਚ ਮਾਰਕ ਹੋਏ ਵੀ ਇਹ ਜਿਹੜੇ ਨੇ ਦੇਸ਼ ਧਰੋਹੀ। ਹੁਣ ਅੱਜ ਕੱਲ੍ਹ ਜਿਹਨੂੰ ਕਹੋ ਦੇਸ਼ ਧਰੋਹੀ ਹੈ, ਮੁਸਲਮਾਨਾਂ ਨੂੰ ਕਹੀ ਜਾਓ ਜੀ ਪਾਕਿਸਤਾਨੀ ਹੈ, ISI ਦਾ ਏਜੰਟ ਹੈ। ਸੋ ਇਹ ਉਹਨਾਂ ਦੀ ਤੁਸੀਂ ਜਿਹੜੀ ਹੈ ਉਹਦੇ ਬੇਸ ਡਿਸਕ੍ਰਿਮੀਨੇਸ਼ਨ ਕਰੋ। ਡੀਹਿਊਮਨਾਈਜੇਸ਼ਨ, ਹੁਣ ਡੀਹਿਊਮਨਾਈਜੇਸ਼ਨ ਇਵੇਂ ਹੀ ਹੈ ਜਿਵੇਂ ਜਿਹੜਾ ਉਹ ਕਹਾਣੀਆਂ ਸਾਰੀਆਂ ਘੁੰਮਦੀਆਂ ਸੀ
ਕਿ ਜੀ ਮੈਂ ਉਹਨੂੰ ਕੋਈ ਮੀਟਿੰਗ 'ਚ ਲੇਟ ਹੋਇਆ, ਉਹਨੂੰ ਕਿਹਾ कि भाई तू मीटिंग 'ਚ लेट होया, कहना भी हाँ रास्ते में एक जगह मुझे सांप मिला और वहीं एक सरदार जी भी थे। उन्हें कहा जी फिर सांप को मारा कि सरदार नहीं, सरदार जी को मारा, वो सांप से ज्यादा खतरनाक है। ये है डीह्यूमनाइजेशन। जहाँ जिवें अमित शाह ने असम और दूसरे जिहड़े कहा कि विल किल ऑल दोज बांग्लादेश इज लाइक कॉकरोचेस, हुण तुसीं उन्हां नूं ये है कि भी ਉਹਦੇ ਤੇ ਤਾਂ ਕੋਈ ਹੈ ਹੀ ਨਹੀਂ, ਤੁਸੀਂ ਮਸਲ ਦੇਾਂਗੇ। ਉਹਨਾਂ ਕਹਾ ਜੀ ਅਸੀਂ ਮਸਲ ਦੇਾਂਗੇ। ਹੁਣ ਮਸਲਣਾ ਕੀ ਹੈ? ਇਹਨੂੰ ਮਸਲਣਾ ਕਹਿੰਦੇ ਨੇ ਵੀ ਇਹਨਾਂ ਦੇ ਤਾਂ ਹੋਂਦ ਹੀ ਨਹੀਂ, ਇਹਨਾਂ ਤੋਂ ਅਸੀਂ ਹਿਊਮਨ ਬੀਇੰਗ ਹੀ ਨਹੀਂ ਮੰਨਦੇ। ਖਾਲਿਸਤਾਨੀਆਂ ਕੋ ਮਸਲ ਦੇਂਗੇ, ਕੁਚਲ ਦੇਂਗੇ। ਇਹ ਸਾਰੀ ਜਿਹੜੀ ਸ਼ਬਦਾਵਲੀ ਹੈ ਇਹ ਡੀਹਿਊਮਨਾਈਜੇਸ਼ਨ ਹੈ। ਫਿਰ ਆਰਗੇਨਾਈਜੇਸ਼ਨ ਕਿ ਵੀ ਜਿਹਨੇ ਐਗਜ਼ੀਕਿਊਟ ਕਰਨਾ ਹੈ ਸੰਭਵ ਸਿੱਖਾਂ ਦੇ ਮਾਮਲੇ 'ਚ ਤਾਂ ਸਟੇਟ ਹੀ ਸੀ ਸਿੱਧੇ ਤੌਰ ਤੇ। ਅੱਜ ਸਟੇਟ ਵੀ ਹੈ ਔਰ RSS ਵੀ ਹੈ ਜਿਹਦੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਨੈਟਵਰਕ ਹੈ ਜਿਹੜਾ ਐਗਜ਼ੀਕਿਊਟ ਕਰਨ ਦਾ। ਫਿਰ ਪੋਲਰਾਈਜੇਸ਼ਨ ਜੋ ਅੱਜ ਐਗਜ਼ੈਕਟਲੀ ਹਿੰਦੂ ਤਵੀ ਕਰ ਰਹੇ ਨੇ ਕਿ ਬਈ ਆਪਣੇ ਆਪ ਨੂੰ ਅੱਡ, ਜੇ ਉਹਨਾਂ ਦਾ ਗੁਜਰਾਤੀਆਂ ਦਾ ਗਰਬਾ ਡਾਂਸ ਹੈ ਯਕੀਨੀ ਬਣਾਓ ਕੋਈ ਮੁਸਲਮਾਨ ਉਹਦੇ 'ਚ ਨਹੀਂ। ਹਾਲਾਂਕਿ ਇਹ ਟ੍ਰੈਡੀਸ਼ਨਲ ਇਲਾਕਿਆਂ ਦੇ ਡਾਂਸ ਨੇ, ਨਹੀਂ ਜੀ ਨਹੀਂ, ਇਹ ਉਹਨਾਂ ਜਿਹੜਾ ਹੈ ਉਹ ਮਾਰ ਕੁੱਟ ਕੇ ਕੱਢ ਦਿਓ। ਔਰ ਇਹੀ ਹਾਲ ਕਿ ਜੀ ਦੇਖੋ ਸਿਨੇਮਾ ਘਰਾਂ ਦੇ ਵਿੱਚ ਜਨ ਗਨ ਮਨ ਜਦੋਂ ਪੜ੍ਹਿਆ ਜਾਂਦਾ ਕੌਣ ਖੜਾ ਹੁੰਦਾ ਨਹੀਂ ਹੁੰਦਾ, ਉਹ ਸਾਰੇ ਜਿਹੜੇ ਨੇ। ਜਾਂ ਮੋਦੀ ਨੇ ਕਿਹਾ ਕਿ ਜੀ ਖਾਸ ਪਹਿਰਾਵੇ ਵਾਲੇ ਲੋਕ ਦੇਸ਼ ਦਰੋਹ ਕਰਤੇ। ਹੁਣ ਖਾਸ ਪਹਿਰਾਵਾ ਕੀ ਹੈ? ਜਿਹਦੇ ਸਿਰ ਤੇ ਪੱਗ ਹੈ ਜਾਂ ਜਿਹਦੇ ਤੇ ਤੁਰਕੀ ਟੋਪੀ ਹੈ ਜਾਂ ਦਾੜੀ ਰੱਖੀ ਹੋਈ ਹੈ, ਉਹਨਾਂ ਦੇ ਨਾਲ ਜਿਹੜਾ। ਸੋ ਇਹ ਹੈ ਪੋਲਰਾਈਜੇਸ਼ਨ, ਧਰੁਵੀਕਰਨ ਜਿਹੜਾ ਇਸ ਵੇਲੇ ਉਹ ਨਫ਼ਰਤ ਦੇ ਉੱਤੇ। ਜਦੋਂ ਤੁਸੀਂ ਫਿਰ ਜਿਹੜਾ ਪ੍ਰੈਪਰੇਸ਼ਨ ਕਿ ਕੋਈ ਨਾ ਕੋਈ ਤਿਆਰੀ ਕਰੋ ਕਿਵੇਂ ਕਰਨਾ। ਜਿਵੇਂ ਹੁਣ ਤਰਸ਼ੂਲ ਵੰਡੇ ਜਾ ਰਹੇ ਨੇ, ਨਵੰਬਰ 84 ਤੋਂ ਪਹਿਲਾਂ ਉਹਨਾਂ ਨੇ ਇੱਕੋ ਸਾਈਜ਼ ਦੇ ਸਰੀਏ, ਵਾਈਟ ਪਾਊਡਰ, ਦੂਜੇ ਤੀਜੇ ਘਰਾਂ ਦੀ ਸ਼ਨਾਖਤ, ਵੋਟਰ ਲਿਸਟਾਂ, ਇਹ ਸਾਰੀ ਪ੍ਰੈਪਰੇਸ਼ਨ ਸੀ ਕਿ ਜਦੋਂ ਹੀ ਉੱਤੋਂ ਅਗਵਾਈ ਆਏਗੀ ਤੁਸੀਂ ਮਾਰ ਮਰਾਈ ਜਾਂ ਸਾੜ ਫੂਕ ਸ਼ੁਰੂ ਕਰ ਦੇਣੀ। ਫਿਰ ਪਰਸੀਕਿਊਸ਼ਨ ਲਗਾਤਾਰਤਾ ਨਾਲ ਹੋ ਰਹੀ ਹੈ। ਤੁਸੀਂ ਜਿਹਨੂੰ ਮਰਜ਼ੀ ਚੁੱਕੋ, NSA ਥੱਲੇ ਦਿਓ, ਕਸ਼ਮੀਰ 'ਚ ਜਿਹਨੂੰ ਮਰਜ਼ੀ ਚੁੱਕੋ, ਕਿਸੇ ਨੂੰ ਮਨੀ ਲਾਂਡਰਿੰਗ ਨਾਲ ਜੋੜੋ, ਕਿਸੇ ਨੂੰ ਪਾਕਿਸਤਾਨ ਨਾਲ ਜੋੜੋ। ਐਕਸਟਰਮੀਨੇਸ਼ਨ ਫਾਈਨਲ ਸਟੇਜ ਕਾਲ, ਜਿਵੇਂ ਇਹਨਾਂ ਦੀ ਧਰਮ ਸੰਸਦ ਨੇ ਕਾਲ ਦਿੱਤੀ ਹਿੰਦੂਆਂ ਦੀ ਜਿਹੜੇ ਨੇ ਧਾਰਮਿਕ ਕਿ ਸਫਾਈ ਕਰ ਦਿਓ ਉਹਨਾਂ ਦੀ, ਇਹਨਾਂ ਦੀ ਨਸਲਕੁਸ਼ੀ ਕਰ ਦਿਓ। ਫਾਈਨਲ ਸਟੇਜ ਜਿਹੜੀ ਹੈ ਡਿਨਾਇਲ, ਮੁੱਕਰ ਜਾਓ ਨਾ ਦੇਖੋ ਮੁਸਲਮਾਨ ਕਿੰਨੇ ਪ੍ਰੋਸਪਰਸ ਨੇ। ਸਾਡੇ ਤਾਂ ਸੈਕੰਡ ਲਾਰਜੈਸਟ ਪਾਪੂਲੇਸ਼ਨ ਹੈ ਮੁਸਲਮਾਨ। ਸਿੱਖ ਦੇਸ਼ ਭਗਤ ਸਿੱਖਾਂ ਤੋਂ ਬਿਨਾਂ ਤਾਂ ਅਸੀਂ ਜਿਹੜਾ ਹੈ ਉਹ ਸਰਵਾਈਵ ਹੀ ਨਹੀਂ ਕਰ ਸਕਦੇ। ਸਿੱਖੋਂ ਕੀ ਬਹੁਤ ਬੜੀ ਦੇਣ ਹੈ, ਬਹੁਤ ਬੜਾ ਬਲੀਦਾਨ ਹੈ, ਬਹੁਤ ਬੜਾ ਫਲਾਣ ਹੈ ਟੋਟਲ। ਔਰ ਨਾਲ ਦੀ ਨਾਲ ਤੁਸੀਂ ਕੰਮ ਕਰੀ ਜਾਓ, ਮੁਸਲਮਾਨ ਵੀ ਸਾਫ਼ ਕਰ ਦਿਓ, ਦੂਸਰਾ ਵੀ ਕਰ ਦਿਓ। ਔਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਇਹ ਸਭ ਅੱਜ ਦੀ ਸੁਸਾਇਟੀ 'ਚ 21ਵੀਂ ਸਦੀ 'ਚ ਡੈਮੋਕ੍ਰੇਸੀ ਦੇ ਚੱਲਦਿਆਂ ਵੀ ਕਿਵੇਂ ਪੋਸੀਬਲ ਹੈ, ਕਿਵੇਂ ਹੋ ਰਿਹਾ। ਔਰ ਮੈਂ ਜਿਵੇਂ ਕਾਰਟਰ ਨੂੰ ਕੋਟ ਕੀਤਾ ਸੀ, ਉਹਨੇ ਇਹ ਕਿਹਾ ਸੀ ਕਿ ਵੀ 6 ਮਿਲੀਅਨ ਯਹੂਦੀ ਮਾਰੇ ਗਏ ਤੇ ਨਾਜ਼ੀ ਪਾਰਟੀ ਦੀ ਮੈਂਬਰਸ਼ਿਪ ਵੀ 6 ਮਿਲੀਅਨ ਤੋਂ ਜ਼ਿਆਦਾ ਨਹੀਂ ਸੀ। ਇਹ ਕਿਵੇਂ ਹੋ ਗਿਆ ਵੀ 6 ਮਿਲੀਅਨ ਨੇ 6 ਮਿਲੀਅਨ ਨੂੰ ਮਾਰਤਾ? ਉਹਨੇ ਕਿਹਾ ਇਸ ਲਈ ਹੋਇਆ ਕਿ ਜਿਹੜੇ 60 ਮਿਲੀਅਨ ਬਾਕੀ ਜਰਮਨ ਸੀ ਉਹ ਚੁੱਪ ਬੈਠੇ ਸੀ, ਉਹ ਬਿਲਕੁਲ ਚੁੱਪ ਸੀ। ਤੇ ਚੁੱਪੀ ਦਾ ਮਤਲਬ ਹੈ ਕਿ ਉਹ ਜਿਹੜੇ ਨਸਲਕੁਸ਼ੀ ਕਰਨ ਵਾਲੇ ਸੀ ਉਹਨਾਂ ਦਾ ਸਾਥ ਦੇ ਰਹੇ ਸੀ। ਔਰ ਮੈਂ ਕਨਕਲੂਡ ਕਰਾਂ, ਅੱਜ ਕਿਸੇ ਨੇ ਸਾਰਾ ਜੋ ਨਾਜ਼ੀਆਂ ਨੇ ਕੀਤਾ ਅੱਜ ਚੱਲ ਰਿਹਾ ਉਹਨੂੰ ਕੁਛ ਲਾਈਨਾਂ 'ਚ ਉਹਨੇ ਕਲਮਬੰਦ ਕੀਤਾ। ਤੇ ਮੈਨੂੰ ਲੱਗਾ ਕਿ ਭਾਈ ਜਦੋਂ ਅਸੀਂ ਕੈਲੀਫੋਰਨੀਆ ਦੇ ਜੈਨੋਸਾਈਡ ਨਾਲ ਸੰਬੰਧਿਤ ਰੈਜ਼ੋਲੂਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਇਹ ਯਾਦ ਦਹਾਨੀ ਇਕੱਲਾ ਇਹ ਮੈਜੋਰਿਟੀ ਕਮਿਊਨਿਟੀ ਤੇ ਹੀ ਨਹੀਂ ਲਾਗੂ ਹੁੰਦਾ, ਇਹ ਸਾਡੇ ਵੀ ਵੱਡਾ ਇੱਕ ਹਿੱਸਾ ਸਿੱਖਾਂ ਦਾ ਜਾਂ ਮੁਸਲਮਾਨਾਂ ਦਾ, ਉਹ ਭਾਰਤੀ ਮੁਸਲਮਾਨ ਹੋਣ ਜਾਂ ਦੂਸਰੇ ਹੋਣ ਜਿਨ੍ਹਾਂ ਨੂੰ ਲੱਗਦਾ ਕਿ ਵੀ ਮੈਨੂੰ ਤਾਂ ਨਹੀਂ ਕੁਝ ਵੀ ਹੋਇਆ, ਮੇਰੇ ਟੱਬਰ ਨੂੰ ਤਾਂ ਨਹੀਂ ਹੋਇਆ, ਉਹ ਵੀ ਯਾਦ ਰੱਖਣ ਕਿ ਭਾਈ ਇਹ ਸੂਨਰ ਔਰ ਲੇਟਰ ਜਿਹੜੇ ਨੇ ਉਹ ਵੀ ਇਸ ਦਾ ਸ਼ਿਕਾਰ ਹੁੰਦੇ ਨੇ, ਜਿਹੜੇ ਚੁੱਪ ਕਰਕੇ ਬੈਠੇ ਹੁੰਦੇ ਨੇ। ਔਰ ਇਹ ਹੈ ਕਿ ਇਟ ਡਿਡਨਟ ਸਟਾਰਟ ਵਿਦ ਗੈਸ ਚੈਂਬਰਸ, ਇਟ ਸਟਾਰਟਡ ਵਿਦ ਵਨ ਪਾਰਟੀ ਕੰਟਰੋਲਿੰਗ ਦਾ ਮੀਡੀਆ। ਕਿ ਵੀ ਜਿਹੜਾ ਐਂਡ ਹੈ ਯਹੂਦੀਆਂ ਦਾ ਜਾਂ ਜਿਪਸੀਆਂ ਦਾ ਉਹ ਗੈਸ ਚੈਂਬਰਾਂ ਤੋਂ ਨਹੀਂ ਸ਼ੁਰੂ ਹੋਇਆ, ਇਹ ਪਹਿਲਾਂ ਜਦੋਂ ਕਿ ਮੀਡੀਆ ਕੰਟਰੋਲ ਕੀਤਾ। ਵਨ ਪਾਰਟੀ ਕੰਟਰੋਲਿੰਗ ਦਾ ਮੈਸੇਜ ਮੀਡੀਆ 'ਚੋਂ ਨੈਰੇਟਿਵ ਜੋ ਅੱਜ ਤੁਸੀਂ ਇੰਡੀਅਨ ਮੀਡੀਆ 'ਚ ਦੇਖ ਰਹੇ ਹੋ, ਵਨ ਪਾਰਟੀ ਡਿਸਾਈਡਿੰਗ ਵਾਟ ਇਜ਼ ਟਰੂਥ, ਉਹ ਤੁਹਾਨੂੰ ਦੱਸ ਰਹੇ ਨੇ ਕਿ ਸੱਚ ਕੀ ਹੈ, ਤੁਹਾਡੇ ਕੋਲ ਕੋਈ ਮਾਧਿਅਮ ਹੀ ਨਹੀਂ ਹੈ ਆਪਣੀ ਗੱਲ ਨੂੰ ਜਿਹੜਾ ਉਹ ਪਹੁੰਚਾਉਣ ਦਾ। ਵਨ ਪਾਰਟੀ ਸੈਂਸਰਿੰਗ ਸਪੀਚ ਐਂਡ ਸਾਇਲੈਂਸਿੰਗ ਆਪੋਜੀਸ਼ਨ, ਅੱਜ ਤੁਹਾਡਾ ਫੇਸਬੁੱਕ ਤੋਂ ਵੀ ਗਾਇਬ ਹੈ, ਟਵਿੱਟਰ ਤੋਂ ਵੀ ਗਾਇਬ ਹੈ। RSS ਦਾ ਕੰਟਰੋਲ ਮੀਡੀਆ ਦੂਜੇ ਤੇ
ਕੀ ਉਹਨਾਂ ਨੇ ਲੋਕਾਂ ਤੱਕ ਪਹੁੰਚਾਉਣ ਦੇਣਾ ਜੀ। ਔਰ ਸਪੀਚ ਐਂਡ ਸਾਇਲੈਂਸਿੰਗ ਆਪੋਜੀਸ਼ਨ, ਵਨ ਪਾਰਟੀ ਸੈਂਸਰਿੰਗ ਸਪੀਚ ਐਂਡ ਸਾਇਲੈਂਸਿੰਗ ਆਪੋਜੀਸ਼ਨ ਜਿਹਨੂੰ ਮਰਜ਼ੀ ਐਮਪੀ ਚੋਂ ਕੱਢ ਦਿਓ, ਜਿਹਨੂੰ ਵਨ ਪਾਰਟੀ ਡਿਵਾਈਡਿੰਗ ਸਿਟੀਜ਼ਨਸ ਇਨਟੂ ਅਸ ਐਂਡ them, ਕਿ ਅਸੀਂ ਔਰ ਉਹ, ਪੋਲਰਾਈਜੇਸ਼ਨ, ਧਰੂਵੀਕਰਨ, ਐਂਡ ਕਾਲਿੰਗ ਔਨ देयर ਸਪੋਰਟਰਸ ਟੂ ਹਰਾਸ them, ਕਿ ਵੀ ਉਹਨਾਂ ਨੂੰ ਜਿਹਦੇ ਮਰਜ਼ੀ ਮਗਰ ਪਾ ਦਿਓ। ਇਟ ਸਟਾਰਟਡ when good people turned a blind eye and let it happen, ਕਿ ਇਸ ਸਭ ਦੇ ਨਾਲ ਇਹ ਉਦੋਂ ਹੀ ਹੋਇਆ ਜਿਹੜੇ ਚੰਗੇ ਲੋਕ ਸੀ, ਜਿਹੜੇ ਨਫ਼ਰਤ ਵਾਲੇ ਨਹੀਂ ਸੀ, ਉਹਨਾਂ ਨੇ ਪਾਸਾ ਵੱਟ ਲਿਆ, ਔਰ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਦੇਖਿਆ ਨਹੀਂ, ਅਸੀਂ ਸੁਣਿਆ ਨਹੀਂ। ਔਰ ਇਹ ਅਲਟੀਮੇਟਲੀ ਜੋ ਜਿਮੀ ਕਾਰਟਰ ਨੇ ਕਿਹਾ ਕਿ ਜੇ 60 ਮਿਲੀਅਨ ਨਾਜ਼ੀ ਜਿਹੜੇ ਜਰਮਨ ਨੇ ਉਹ ਸਾਇਲੈਂਟ ਨਾ ਹੁੰਦੇ ਤਾਂ ਫਿਰ 6 ਮਿਲੀਅਨ ਨਾਜ਼ੀ ਜਿਹੜੇ ਨੇ ਉਹ 6 ਮਿਲੀਅਨ ਯਹੂਦੀਆਂ ਨੂੰ ਨਾ ਮਾਰ ਸਕਦੇ। ਇਹੀ ਅੱਜ ਭਾਰਤ ਦੇ ਬਾਰੇ ਵੀ ਸੱਚਾਈ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਈ ਅੰਮ੍ਰਿਤਪਾਲ ਸਿੰਘ ਦੇ ਨੇੜਲੇ ਸਾਥੀ ਪਪਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਵਿੱਚ ਪਹੁੰਚਾ ਦਿੱਤਾ ਹੈ। ਔਰ ਡਿਬਰੂਗੜ੍ਹ ਭੇਜਣ ਦੇ ਦੌਰਾਨ ਪਪਲਪ੍ਰੀਤ ਸਿੰਘ ਨੇ ਮੀਡੀਆ ਨੂੰ ਇੱਕੋ ਲਾਈਨ ਕਹੀ, ਮੈਂ ਚੜ੍ਹਦੀ ਕਲਾ ਵਿੱਚ ਹਾਂ ਅਤੇ ਪੁਲਿਸ ਦੇ ਕਹਿਣ ਮੁਤਾਬਕ ਮੈਨੂੰ ਅੱਜ ਹੀ ਹਿਰਾਸਤ ਵਿੱਚ ਲਿਆ ਗਿਆ ਹੈ। ਸੋ ਇਸ ਕੇਸ ਨਾਲ ਸੰਬੰਧਿਤ ਜੋ ਕੁਝ ਚੱਲ ਰਿਹਾ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 18 ਮਾਰਚ ਤੋਂ ਜਿਹੜੀ ਨੌਟੰਕੀ ਸੈਂਟਰਲ ਏਜੰਸੀਆਂ NIA ਨੇ ਅਜੀਤ ਡੋਵਲ ਦੀ ਕਮਾਂਡ ਥੱਲੇ ਔਰ NIA ਚੀਫ ਜਿਹੜਾ ਉਸ ਦੀਆਂ ਹਦਾਇਤਾਂ ਥੱਲੇ ਦਿਨਕਰ ਗੁਪਤਾ ਔਰ ਪੰਜਾਬ ਦੇ ਵਿੱਚ ਉਹਨਾਂ ਦਾ ਅੱਗੋਂ ਸਟਲੀ ਗੌਰਵ ਯਾਦਵ ਜਿਹੜਾ ਦਰਬਾਰ ਸਾਹਿਬ ਆ ਕੇ ਨਤਮਸਤਕ ਹੋਣ ਦਾ ਡਰਾਮਾ ਵੀ ਕਰ ਰਿਹਾ ਹੈ, ਉਸ ਨੇ ਪੂਰੀ ਫੋਰਸ ਦੇ ਨਾਲ, ਜਿਹਦੇ ਚ ਸੈਂਟਰਲ ਏਜੰਸੀਆਂ ਦੀਆਂ ਪੂਰੀਆਂ ਕੰਪਨੀਆਂ ਸ਼ਾਮਲ ਨੇ, ਪੰਜਾਬ ਨੂੰ ਇੱਕ ਜਿਹੜਾ ਉਹ ਘੇਰਾਬੰਦੀ ਕੀਤੀ ਹੋਈ ਹੈ ਸਾਰੇ ਪੰਜਾਬ ਦੀ। ਤਲਾਸ਼ੀਆਂ ਦਾ ਸਿਲਸਿਲਾ ਔਰ ਈਵਨ ਜਿਹੜੇ ਖਾਸ ਤੌਰ ਤੇ ਬਾਹਰੋਂ ਗਏ ਲੋਕ ਨੇ ਉਹਨਾਂ ਨੂੰ ਘਰਾਂ ਚੋਂ ਚੁੱਕ ਕੇ ਉਹਨਾਂ ਦੇ ਫੋਨ ਰਖਾ ਲੈਣੇ, ਉਹਨਾਂ ਤੋਂ ਜਿਹੜੀ ਸਾਰੀ ਜਾਣਕਾਰੀ ਔਰ ਕੁਝ ਜਾਣਕਾਰੀਆਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਨੇ, ਉਹਨਾਂ ਕੋਲ ਬਾਹਰਲੇ ਸਿੱਖਾਂ ਦੀ ਐਕਟੀਵਿਟੀਜ਼ ਦੀਆਂ ਵੀ ਇੰਨੀਆਂ ਮਾਈਨਿਊਟ ਡਿਟੇਲਸ ਨੇ। ਉਹਨਾਂ ਨੇ ਕਿਹਾ ਜੀ ਜਿਹੜੇ ਫੈਕਟ ਸਾਨੂੰ ਵੀ ਭੁੱਲੇ ਹੋਏ ਸੀ ਉਹ ਯਾਦ ਦਹਾਨੀ ਕਰਵਾ ਰਹੇ ਨੇ ਜੀ ਕਿ ਤੁਹਾਡਾ ਮੁੰਡਾ ਜਾਂ ਤੁਹਾਡਾ ਭਰਾ ਜਾਂ ਦੂਜਾ ਉਹ ਝੰਡਾ ਚੁੱਕ ਕੇ ਇੱਥੇ ਗਿਆ, ਉੱਥੇ ਗਿਆ, ਉਹ ਇਹ ਕੰਮ ਕਰਦਾ, ਉਹਦੇ ਬੱਚੇ ਇੰਨੇ ਨੇ, ਉਹਦੇ ਫਲਾਣੇ। ਸੋ ਉਹਨਾਂ ਨੇ ਇਹ ਜਿਹੜੀ ਸਾਰੀ ਡੀਟੇਲ ਹੈ ਇਹ ਹਰਾਸਮੈਂਟ ਦੇ ਲਈ ਵੀ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜੇ ਵੀ ਜਿਨ੍ਹਾਂ ਦੇ ਲੋਕ ਬਾਹਰ ਗਏ ਨੇ ਉਹਨਾਂ ਤੋਂ ਅੱਗੋਂ ਪੈਸੇ ਬਟੋਰਨ ਦੇ ਲਈ ਵੀ। ਔਰ ਇਸ ਵੇਲੇ ਵੱਡੇ ਪੈਮਾਨੇ ਤੇ ਜਿਹੜੇ ਚੁੱਕੇ ਜਾ ਰਹੇ ਨੇ ਪੈਸਾ ਵੀ, ਉਹ ਕਹਿੰਦੇ ਨੇ ਜੀ ਕਿ ਇਹ ਸਰਕਾਰ ਦੇ ਵੇਲੇ ਤਾਂ ਕਰਪਸ਼ਨ ਦੀਆਂ ਜਿਹੜੀਆਂ ਸਾਰੀਆਂ ਹੀ ਹੱਦਾਂ ਟੱਪ ਗਈਆਂ ਨੇ ਔਰ ਇਸ ਕਿਸਮ ਦਾ ਇੱਕ ਮਾਹੌਲ ਸਿਰਜਿਆ ਹੋਇਆ। ਹੁਣ ਇਸ ਨੂੰ ਮੀਡੀਆ ਨੇ ਜਿਵੇਂ 18 ਮਾਰਚ ਤੋਂ ਬਾਅਦ ਇੱਕ ਬਿੱਲੀ ਚੂਹੇ ਦੀ ਖੇਡ ਵਾਂਗ ਪ੍ਰੈਜ਼ੈਂਟ ਕੀਤਾ, ਜਿਸ ਤਰੀਕੇ ਨਾਲ ਪੂਰਾ 7 ਜ਼ਿਲ੍ਹਿਆਂ ਦੀ ਪੁਲਿਸ ਔਰ ਸੈਂਟਰਲ ਏਜੰਸੀਆਂ ਦੇ ਦਸਤਿਆਂ ਦੇ ਬਾਵਜੂਦ
ਭਾਈ ਅੰਮ੍ਰਿਤਪਾਲ ਸਿੰਘ ਔਰ ਪਪਲਪ੍ਰੀਤ ਸਿੰਘ ਹੋਰਾਂ ਦਾ ਨਿਕਲਣਾ, ਫਿਰ ਉਸ ਨੂੰ ਉਹਨਾਂ ਨੇ, ਜਿਵੇਂ ਤੁਸੀਂ ਕਦੇ ਫਿਲਮਾਂ ਦੇ ਵਿੱਚ ਇੱਕ ਕਹਾਣੀ ਦੇਖਦੇ ਸੀ ਕਿ ਵੀ ਕਿਵੇਂ ਉਹ ਰੋਚਕ ਬਣਾਈ ਜਾਂਦੀ ਹੈ ਕਿ ਉਹ ਕਿਵੇਂ ਨਿਕਲ ਗਿਆ, ਪਾਣੀ 'ਚ ਉਹਨੇ ਛਾਲ ਮਾਰਤੀ, ਪੁਲਿਸ ਵਾਲੇ ਨੇ ਵੀ ਮਾਰਤੀ, ਉਹ ਬਿਲਡਿੰਗ ਤੇ ਚੜ ਗਿਆ, ਉਹ ਕੋਠਿਆਂ ਦੇ ਉੱਤੇ ਛਾਲਾਂ ਮਾਰ ਕੇ ਇੱਧਰ ਚਲਾ ਗਿਆ ਉੱਧਰ। ਸੋ ਉਹ ਜਿਹੜੀ ਰੋਚਕਤਾ ਹੈ, ਉਹਨਾਂ ਨੇ ਤਾਂ ਫਿਲਮ ਦੇ 3 ਘੰਟੇ ਪੂਰੇ ਕਰਨੇ ਹੁੰਦੇ ਸੀ, ਤਾਂ ਉਹ ਰੋਚਕਤਾ ਦੇ ਵਿੱਚ ਫਿਰ ਕਿਤੇ ਨਾ ਕਿਤੇ ਮੁਕਾਬਲਾ ਹੋ ਗਿਆ, ਡੁਸ਼ਮ ਹੋਈ, ਉਹਨੇ ਉਹਨੂੰ ਸੁੱਟ ਲਿਆ, ਉਹਨੇ ਉਹਨੂੰ ਕਰ ਲਿਆ, ਔਰ ਫਿਰ ਐਂਡ ਦੇ ਵਿੱਚ ਜਿਹੜਾ ਹੈ ਉਹ ਇੱਕ ਜਿਹਨੂੰ ਗੁੱਡ ਬਣਾਇਆ ਹੋਇਆ ਹੀਰੋ ਜਿੱਤ ਜਾਂਦਾ ਔਰ ਦੂਜਾ ਜਿਹੜਾ ਐਂਡ ਹੋਇਆ। ਹੁਣ ਜੇ ਤੁਸੀਂ ਇਸ ਸਾਰੇ ਪੀਰੀਅਡ ਨੂੰ ਵੀ ਦੇਖੋਗੇ ਤੇ ਕੋਈ ਵੀ ਬੰਦਾ ਜਿਹੜਾ ਥੋੜਾ ਬਹੁਤ ਜਿਹੜਾ ਹੈ ਉਹ ਬੈਲੈਂਸ ਰੱਖਦਾ ਹੈ, ਉਹਨੂੰ ਸਮਝ ਆਏਗੀ ਕਿ ਵੀ ਇਹ ਜਿਹੜਾ ਸਾਰਾ ਪਲਾਟ ਹੈ ਇੱਕ ਬੜੇ ਨਿਸ਼ਚਿਤ ਅੰਦਾਜ਼ ਦੇ ਵਿੱਚ ਪਲਾਨਡ ਤਰੀਕੇ ਦੇ ਨਾਲ ਅਨਫੋਲਡ ਕੀਤਾ ਗਿਆ ਕਿਵੇਂ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਗਵੰਤ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਇਸ ਨੇ ਸਰੈਂਡਰ ਕੀਤਾ, ਲਾ ਐਂਡ ਆਰਡਰ ਸਬਜੈਕਟ ਜਿਹੜਾ ਸਟੇਟ ਦਾ ਉਹ ਉਹਨਾਂ ਦੇ ਹਵਾਲੇ ਕੀਤਾ, ਔਰ ਜਿਸ ਅੰਦਾਜ਼ ਦੇ ਵਿੱਚ ਇੰਨਾ ਵੱਡਾ ਜਿਹਨੂੰ ਆਪਰੇਸ਼ਨ ਦਾ ਨਾਂ ਦਿੱਤਾ ਗਿਆ, ਜਿੰਨਾ ਖੌਫ ਪੈਦਾ ਕੀਤਾ ਗਿਆ, ਜਿੰਨਾ ਪ੍ਰਚਾਰ ਕੀਤਾ ਗਿਆ, ਉਸ ਤੋਂ ਬਾਅਦ ਵੀ ਕਿਤੇ ਇਹ ਸਵਾਲ ਤਾਂ ਨਹੀਂ ਉੱਠਿਆ ਕਿ 18 ਮਾਰਚ ਤੋਂ ਮੁੜ ਕੇ 18 ਮਾਰਚ ਆਉਣ ਵਾਲਾ ਹੈ, ਜਿਹੜਾ ਤੁਹਾਡਾ ਪ੍ਰਾਈਮ ਟਾਰਗੇਟ ਜੇ ਅੰਮ੍ਰਿਤਪਾਲ ਸਿੰਘ ਸੀ, ਉਹਨਾਂ ਦੇ ਕਹਿਣ ਮੁਤਾਬਕ ਵੱਡਾ ਜੰਗੀ ਅਪਰਾਧੀ, ਔਰ ਪਤਾ ਨਹੀਂ ਉਹਨੇ ਤੁਹਾਡੇ ਭਾਰਤ ਮਾਤਾ ਦੀ ਜਿਹੜੀ ਹੈ ਉਹ ਕੀ ਉਹਨੇ ਵਿਗਾੜ ਦਿੱਤਾ ਸੀ ਉਹਦਾ। ਲੇਕਿਨ ਜੇ ਇਹਨਾਂ ਦੇ ਕਹਿਣ ਮੁਤਾਬਕ ਉਹ ਪਹੁੰਚ ਤੋਂ ਬਾਹਰ ਹੈ ਤੇ ਫਿਰ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਭਾਈ ਇਸ ਦੇ ਲਈ ਕਿਸੇ ਨੇ ਕੋਈ ਸਵਾਲ ਨਹੀਂ ਚੁੱਕਿਆ ਹੈ। ਇਸ ਦੇ ਉਲਟ ਰਾਦਰ ਭਾਈ ਪਪਲਪ੍ਰੀਤ ਸਿੰਘ ਜਿਨ੍ਹਾਂ ਦੀ ਗ੍ਰਿਫਤਾਰੀ ਦੀ ਖਬਰ ਜਿਹੜੀ ਕੱਥੂ ਨੰਗਲ ਤੋਂ ਪਹਿਲਾਂ ਅਸੀਂ ਦੱਸਿਆ ਸੀ ਕਿ ਦਿੱਲੀ ਤੋਂ ਫੜਨ ਦੀਆਂ ਖਬਰਾਂ ਚੱਲਦੀਆਂ ਰਹੀਆਂ, ਦਿੱਲੀ ਪੁਲਿਸ ਨੇ ਫੜਿਆ, ਫਿਰ ਹੁਸ਼ਿਆਰਪੁਰ ਨਾਲ ਜੁੜਿਆ ਆਇਆ, ਫਿਰ ਦੂਸਰਾ ਆਇਆ, ਫਿਰ ਐਨ ਫਾਈਨਲ ਕਿ ਵੀ ਇੱਕ ਪਾਸੇ ਤਾਂ ਜੇ ਕੋਈ ਸਾਈਕਲ ਚੋਰ ਵੀ ਮਨਜਿੰਦਰ ਬਿੱਟੇ ਵਰਗਾ ਫੜਿਆ ਜਾਂਦਾ ਸੀ, ਉਹਨੂੰ ਵੀ ਲਿਜਾ ਕੇ ਇੱਕ ਵਾਰੀ ਤਾਂ ਪੁੱਛਦੇ ਸੀ ਕਿ ਵੀ ਦੱਸ ਅੱਜ ਦਾ ਇਹ ਸਾਈਕਲ ਤਾਂ ਤੂੰ ਚੋਰੀ ਕੀਤਾ ਹੈ, ਹੋਰ ਕਿਹਦੇ ਸਾਈਕਲ ਚੁੱਕੇ ਨੇ। ਹੁਣ ਜੇ ਪਪਲਪ੍ਰੀਤ ਸਿੰਘ ਕੱਲ ਗ੍ਰਿਫਤਾਰ ਹੁੰਦੇ ਨੇ ਜੋ ਹੈ, ਤੇ ਫਿਰ ਉਹਨਾਂ ਨੂੰ ਇੱਕਦਮ ਡਿਬਰੂਗੜ੍ਹ ਨੂੰ ਚੜਾ ਦਿੱਤਾ ਜਾਂਦਾ ਹੈ, ਕਾਲੇ ਪਾਣੀ ਨੂੰ। ਔਰ ਕਿਉਂਕਿ ਜਦੋਂ ਅਸੀਂ ਡੀਕੋਡਿੰਗ ਕਹਿੰਦੇ ਹਾਂ, ਕਿਉਂਕਿ ਅੱਜ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੀ ਇਹਦੀ ਚਰਚਾ ਰਹੀ ਹੈ ਕਿ ਵੀ ਜਿਹੜਾ ਇੱਕ ਕੰਮ ਜਦੋਂ ਪਪਲਪ੍ਰੀਤ ਸਿੰਘ ਹੋਰਾਂ ਨੂੰ ਲਿਆਂਦਾ ਗਿਆ ਔਰ ਉਹਨਾਂ ਨੂੰ ਅੰਮ੍ਰਿਤਸਰ ਲਿਆ ਕੇ ਉਹ ਜਹਾਜ਼ ਸਵਾਰ ਕੀਤਾ ਜਾ ਰਿਹਾ ਡਿਬਰੂਗੜ੍ਹ ਭੇਜਣ ਲਈ, ਤੇ ਮਾਈਕ ਵਾਲੇ ਕਿਵੇਂ ਪਹੁੰਚ ਗਏ ਜਦੋਂ ਕਿ ਇੰਨਾ ਕਿਉਂਕਿ ਇਹ ਉਹਨਾਂ ਦਾ ਸਾਰਾ, ਔਰ ਉਹਨਾਂ ਨੇ ਪੁਲਿਸ ਨੇ ਪ੍ਰਵੇਲ ਕੀਤਾ ਹੋਏਗਾ ਕਿ ਭਾਈ ਤੁਸੀਂ ਸਾਡੀ ਕਹਾਣੀ ਨੂੰ ਹੀ ਕਹਿਣਾ, ਪਰ ਕਿਉਂਕਿ ਪਪਲਪ੍ਰੀਤ ਸਿੰਘ ਖੁਦ ਮੀਡੀਆ 'ਚ ਰਿਹਾ ਔਰ ਇਹ ਨਹੀਂ ਹੈ ਵੀ ਪਹਿਲੀ ਵਾਰ ਪੁਲਿਸ ਦੀ ਹਿਰਾਸਤ 'ਚੋਂ ਗਿਆ, 2015 'ਚ UAPA ਦੇ ਥੱਲੇ ਵੀ, ਔਰ ਉਦੋਂ ਜਿਹੜਾ ਸਰਬੱਤ ਖਾਲਸਾ ਚੱਬੇ 'ਚ ਹੋਇਆ, ਪਪਲਪ੍ਰੀਤ ਸਿੰਘ ਨੇ ਜੇਲ੍ਹ 'ਚੋਂ ਸ਼ਾਇਦ ਉਦੋਂ ਨਾਰਾਇਣ ਸਿੰਘ ਚੌੜਾ ਜੇਲ੍ਹ 'ਚ ਸਨ ਜਾਂ ਉਹਨਾਂ ਦੇ ਮੈਸੇਜ ਨੂੰ ਪੜ੍ਹਿਆ ਸੀ ਜਾਂ ਕੀ ਸੀ, ਲੇਕਿਨ ਉਹਨਾਂ ਦੇ ਉੱਤੇ UAPA ਯੂਆਪਾ ਜਿਹਨੂੰ ਕਿਹਾ ਜਾਂਦਾ ਉਹ ਲਾਇਆ ਗਿਆ ਸੀ। ਔਰ ਇਸ ਤੋਂ ਇਲਾਵਾ ਵੀ ਜਿਹੜਾ ਹੈ ਉਹ ਇਸ ਸਾਰੇ ਪੀਰੀਅਡ 'ਚ ਉਹਨਾਂ ਨੂੰ ਉਸ ਸਿਸਟਮ ਨੂੰ ਸਮਝਦੇ ਨੇ। ਹੁਣ ਉਹਨਾਂ ਨੇ ਇੱਕ ਗੱਲ ਤਾਂ ਜ਼ਾਹਰ ਸੀ ਕਿ ਵੀ ਉਹਨਾਂ ਦੀ ਚਾਲ ਢਾਲ ਤੋਂ ਜਿਵੇਂ ਆਮ ਨੂੰ ਲੱਗਾ ਕਿ ਇਮੀਡੀਏਟ ਜੇ ਫੜ ਕੇ ਟਾਰਚਰ ਵਾਲੀ ਤਾਂ ਕੋਈ ਲਾਈਨ ਨਹੀਂ ਸੀ। ਹਾਂ ਇਹ ਹੁੰਦਾ ਵੀ ਜਦੋਂ ਤੁਸੀਂ ਯੰਗ ਬੰਦੇ ਜਿਹੜੇ ਨੇ ਔਰ ਮਿਡਲ ਏਜ ਤੱਕ ਵੀ ਜਿਹਨਾਂ ਨੂੰ ਤੁਸੀਂ ਟਾਰਚਰ ਕਰਦੇ ਹੋ, 2 ਹਫ਼ਤੇ ਦਾ ਪੀਰੀਅਡ ਜਿਹੜਾ ਉਹ ਤੁਹਾਨੂੰ ਜੇ ਮਿਲ ਜਾਂਦਾ 8-10 ਦਿਨ ਦਾ ਤੇ ਉਹ ਰਿਕਵਰ ਵੀ ਹੋ ਜਾਂਦਾ ਖੜੇ ਹੋਣ ਜੋਗੇ ਜਾਂ ਦੂਜੇ। ਹੁਣ ਜਦੋਂ ਉਹਨਾਂ ਦੀ ਐਗਜ਼ੈਕਟ ਲਾਈਨ ਜਿਹੜੀ ਉਹਨਾਂ ਨੇ ਜਦੋਂ ਕੈਮਰੇ ਉਹ ਸਾਹਮਣੇ ਮਾਈਕ ਉਹਨਾਂ ਦੇ ਕੀਤਾ ਗਿਆ, ਉਹਨਾਂ ਨੇ ਇਹ ਕਿਹਾ ਕਿ ਮੈਂ ਚੜ੍ਹਦੀ ਕਲਾ 'ਚ ਹਾਂ, ਚੜ੍ਹਦੀ ਕਲਾ 'ਚ ਹਾਂ, ਜੋ ਕੁਝ ਹੈ ਸਹੀ ਹੈ, ਪੁਲਿਸ ਦੇ ਹਿਸਾਬ ਨਾਲ ਮੇਰੀ ਕੱਲ੍ਹ ਹੀ ਗ੍ਰਿਫਤਾਰੀ ਹੋਈ ਹੈ। ਇਹ ਲਾਈਨ ਰਿਪੀਟ ਜਦੋਂ ਅੱਜ ਸਾਰੇ ਪਾਸੇ ਹੋ ਰਿਹਾ ਸੀ ਕਿ ਵੀ ਉਹਨੇ ਇਹ ਨਹੀਂ ਕਿਹਾ ਵੀ ਮੈਨੂੰ ਕੱਲ ਗ੍ਰਿਫਤਾਰ ਕੀਤਾ, ਪੁਲਿਸ ਦੇ ਹਿਸਾਬ ਨਾਲ। ਸੋ ਮਤਲਬ ਇਹ ਹੈ ਕਿ ਵੀ ਉਹਨੂੰ ਕਿਤੇ ਨਾ ਕਿਤੇ ਇਹ ਵੀ ਹੈ ਕਿ ਵੀ ਇਹ ਡਿਬਰੂਗੜ੍ਹ ਦੇ ਭੇਜਣ ਤੋਂ ਪਹਿਲਾਂ ਹੋਰ ਛਲਾਈ ਨਾ ਕਰਨ, ਜਾਂ ਉਹਨਾਂ ਨੇ ਮੈਸੇਜ ਵੀ ਆਪਣੇ ਕੋਡ ਵਰਡ 'ਚ ਦਿੱਤਾ ਕਿ ਭਾਈ ਜੋ ਕੁਝ ਹੈ ਸਹੀ ਹੈ, ਕਿ ਵੀ ਇਹਨਾਂ ਨੇ ਪੁਲਿਸ ਦੇ ਹਿਸਾਬ ਨਾਲ ਮੇਰੀ ਕੱਲ ਹੀ ਗ੍ਰਿਫਤਾਰੀ, ਪੁਲਿਸ ਦੇ ਹਿਸਾਬ ਨਾਲ। ਹੁਣ ਇਸ ਨੇ ਇਹ ਦੋ ਇਸ ਦੇ ਉੱਤੇ ਥਾਟ ਨੇ, ਔਰ ਜ਼ਾਹਰ ਹੈ ਕਿ ਜਿਹੜਾ ਵੀ ਕੋਈ ਥੋੜਾ ਬਹੁਤ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਕਿ ਉਸ ਨੇ ਪਪਲਪ੍ਰੀਤ ਨੇ ਇੰਟੈਲੀਜੈਂਟਲੀ ਇਹ ਲਫ਼ਜ਼ ਵੀ ਨਾਲ ਜੋੜ ਕੇ ਕਿ ਪੁਲਿਸ ਦੇ ਹਿਸਾਬ ਨਾਲ, ਹਾਲਾਂਕਿ ਮੈਜੋਰਿਟੀ ਦਾ ਇਹ ਖਿਆਲ ਹੈ ਕਿ ਵੀ ਆਲਰੇਡੀ ਜੇ ਇਹ ਵੀ ਮੰਨ ਲਿਆ ਜਾਏ, ਕਿਉਂਕਿ ਉਸ ਤੋਂ ਪਹਿਲਾਂ ਇੱਕ ਥਾਂ ਤੇ ਉਹਨੇ ਕਿਹਾ ਕਿ ਜੀ ਅੰਮ੍ਰਿਤਪਾਲ ਸਿੰਘ ਬਾਰੇ ਜਦੋਂ ਪੁੱਛਿਆ ਗਿਆ ਉਹਨੂੰ ਕਿਹਾ ਜੀ ਸੀ 28 ਮਾਰਚ ਨੂੰ ਸੈਪਰੇਟ ਹੋ ਗਏ ਸੀ।
ਸੋ ਇਸ ਗੱਲ ਦੀ ਪੋਸੀਬਿਲਿਟੀ ਹੈ ਵੀ ਉਹਨਾਂ ਦੀ ਸੈਪਰੇਸ਼ਨ 'ਚ ਪਪਲਪ੍ਰੀਤ ਸਿੰਘ ਕਾਬੂ ਆ ਗਿਆ ਹੋਏ, ਔਰ ਆਲਰੇਡੀ 28 ਮਾਰਚ ਔਰ ਜਦੋਂ ਅਸੀਂ 10 ਅਪ੍ਰੈਲ ਤੱਕ ਦੀ ਗੱਲ ਕਰਦੇ ਹਾਂ 9 ਅਪ੍ਰੈਲ ਤੱਕ ਆਲਮੋਸਟ 12-13 ਦਿਨ ਬਣ ਜਾਂਦੇ ਨੇ। ਔਰ ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ NSA ਲਾਣਾ ਹੈ ਪਪਲਪ੍ਰੀਤ ਸਿੰਘ ਦੇ ਉੱਤੇ, ਔਰ ਅੱਜ ਹੀ ਸੁਪਰੀਮ ਕੋਰਟ ਦਾ ਇੱਕ ਕੇਸ ਦੇ ਕੰਟੈਕਸਟ ਦੇ ਵਿੱਚ ਇੱਕ ਜਜਮੈਂਟ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਪ੍ਰੀਵੈਂਟਿਵ ਡਿਟੈਂਸ਼ਨ ਲਾਜ਼ colonial legacy must be used only in rarest of the rare cases। और उन्होंने कहा जी कि ये ਜਿਹੜੇ ਪ੍ਰੀਵੈਂਸ਼ਨ ਡਿਟੈਂਸ਼ਨ ਲਾਅ ਨੇ ਜਾਂ ਇਹ ਸੈਡੀਸ਼ਨ ਜਾਂ NSA ਇਹ ਬ੍ਰਿਟਿਸ਼ ਪੀਰੀਅਡ ਦੀ ਲੈਗੇਸੀ ਹੈ, ਔਰ ਉਹਨਾਂ ਨੂੰ ਰੇਅਰੈਸਟ ਆਫ ਦਾ ਰੇਅਰ ਘੱਟ ਤੋਂ ਘੱਟ ਉਹਦਾ ਇਸਤੇਮਾਲ ਜਿਹਦੇ 'ਚ ਜਿਵੇਂ ਡੈਥ ਸੈਂਟੈਂਸ ਬਾਰੇ ਜਿਹੜਾ ਖਿਆਲ ਹੈ ਇੰਡੀਅਨ ਪੀਨਲ ਕੋਡ ਦੇ ਵਿੱਚ ਕਿ ਡੈਥ ਸੈਂਟੈਂਸ ਰੇਅਰੈਸਟ ਆਫ ਦਾ ਰੇਅਰ ਕੇਸ ਦਿੱਤੀ ਜਾਣੀ ਚਾਹੀਦੀ ਹੈ। ਲੇਕਿਨ ਇੱਧਰ ਅਸੀਂ ਦੇਖਦੇ ਹਾਂ ਕਿ ਵੀ ਜੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਹੈਬੀਅਸ ਕਾਰਪਸ ਦਲਜੀਤ ਕਲਸੀ ਦੇ ਹਵਾਲੇ ਨਾਲ ਹੁੰਦਾ, ਹੁਣ ਦਲਜੀਤ ਕਲਸੀ ਨੇ ਵੀ ਉਹ ਇੱਕ ਦੋਸਤ ਪੰਥ ਪਿਆਰ ਨੂੰ ਪਿਆਰ ਕਰਨ ਵਾਲਾ, ਕਰੋੜਾਂ ਦਾ ਵਪਾਰ ਕਰਨ ਵਾਲਾ ਵਪਾਰੀ ਵੀ, ਐਕਟਰ ਵੀ, ਦੂਜਾ ਵੀ ਉਹਦਾ ਬਹੁਤ ਰਿਚ ਬੈਕਗ੍ਰਾਉਂਡ ਤੋਂ, ਪਰ ਉਹਦੇ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਹਾਈ ਕੋਰਟ 'ਚ ਉਹਨਾਂ ਨੇ ਕਿਹਾ ਜੀ ਅਸੀਂ ਡਿਊ ਪ੍ਰੋਸੈਸ ਕੀਤੀ ਦਲਜੀਤ ਕਲਸੀ ਨੂੰ ਫੜਨ ਦੇ ਲਈ। ਅੰਮ੍ਰਿਤਪਾਲ ਜਿਹੜਾ ਦਲਜੀਤ ਕਲਸੀ ਡਿਟੇਨਡ ਅੰਡਰ NSA ਆਫਟਰ ਡਿਊ ਪ੍ਰੋਸੈਸ ਆਫ ਲਾਅ, ਪੰਜਾਬ ਗਵਰਨਮੈਂਟ ਟੈਲਸ ਹਾਈ ਕੋਰਟ ਗਵਰਨਮੈਂਟ ਸਟੇਟਡ he was helping the fugitive profess radical ideology and wage war against the state for a separate ਖਾਲਿਸਤਾਨ। ਕਿ ਜੀ ਉਹ ਜਿਹੜਾ ਭਗੌੜਾ ਹੈ ਫਿਊਜੀਟਿਵ ਹੈ ਉਹਨਾਂ ਦੀ ਜਿਹੜੀ ਹੈ ਰੈਡੀਕਲ ਆਈਡੀਓਲੋਜੀ ਉਸ ਦੀ ਹਮਾਇਤ ਕਰ ਰਿਹਾ ਸੀ, ਔਰ ਕਿਉਂਕਿ ਉਹ ਖਾਲਿਸਤਾਨ ਦੀ ਮੰਗ ਜਿਹੜੀ ਹੈ ਉਹਦੀ ਉਹ ਭਾਰਤ ਦੇ ਖਿਲਾਫ ਜੰਗ ਹੈ। ਹੁਣ ਜੇ ਤੁਸੀਂ ਸੁਪਰੀਮ ਕੋਰਟ ਦੇ ਆਪਣੇ ਫੈਸਲੇ ਦੇਖੋ ਜਸਟਿਸ ਮਾਰਕੰਡੇ ਦਾ ਕਿ ਪੀਸਫੁਲੀ ਖਾਲਿਸਤਾਨ ਦੀ ਮੰਗ ਕਰਨਾ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਨਹੀਂ ਹੈ। ਇਹੀ ਕਾਰਨ ਹੈ ਕਿ ਸਰ ਸਿਮਰਨਜੀਤ ਸਿੰਘ ਮਾਨ ਅੱਜ ਤੱਕ ਖਾਲਿਸਤਾਨ ਦੀ ਗੱਲ ਵੀ ਕਰਦੇ ਨੇ, ਇਸ ਮੁੱਦੇ ਤੇ ਚੋਣ ਵੀ ਲੜਦੇ ਨੇ। ਲੇਕਿਨ ਹੁਣ ਦਲਜੀਤ ਕਲਸੀ ਵੀ, ਪਪਲਪ੍ਰੀਤ ਸਿੰਘ ਵੀ, ਔਰ ਅੱਜ ਹਾਲਾਂ ਮੈਂ ਕਿਸੇ ਦਿਨ ਇਹਨੂੰ ਡੀਟੇਲ 'ਚ ਡਿਸਕਸ ਕਰਾਂਗਾ, ਕਾਫੀ ਡੀਟੇਲ ਆਈ ਹੈ ਕਿ ਭਾਈ ਜਿਹੜੇ 9 ਪੋਲੀਟੀਕਲ ਪ੍ਰਿਜ਼ਨਰ ਜਿਨ੍ਹਾਂ ਨੂੰ ਡਬਰੂਗੜ੍ਹ ਦੇ ਵਿੱਚ ਉਹਨਾਂ ਨੇ ਭੇਜਿਆ, ਦਰਸ਼ਕ ਉਹਨਾਂ ਦੀਆਂ ਪਿਕਚਰਸ ਵੀ ਦੇਖ ਸਕਦੇ ਨੇ ਕਿ ਭਾਈ ਉਹਨਾਂ ਦੀ ਬੈਕਗ੍ਰਾਉਂਡ ਤਾਂ ਉਹ ਬੜੇ ਹੰਬਲ ਬੈਕਗ੍ਰਾਉਂਡ 'ਚੋਂ ਉਹਨਾਂ ਦੇ ਵਿੱਚ ਗੁਰਮੀਤ ਸਿੰਘ ਬੁੱਕਣਵਾਲਾ, ਇਹ ਪਿੰਡ ਬੁੱਕਣਵਾਲਾ ਜ਼ਿਲ੍ਹਾ ਮੋਗਾ ਦੇ ਵਸਨੀਕ ਨੇ, ਔਰ ਉਹ ਜਿਹੜੇ ਨੇ ਉਹਨਾਂ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ, ਔਰ ਉਹਨਾਂ ਨੇ ਕਿਉਂਕਿ ਸਾਥੀ ਸੀ ਉਹਨਾਂ ਦਾ ਸਾਥ ਦੇ ਰਹੇ ਸੀ, ਉਹ ਵੀ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਦੇਸ਼ ਨੂੰ ਖਤਰਾ ਹੈ। ਬਸੰਤ ਸਿੰਘ ਦੌਲਤਪੁਰਾ, ਇਹ ਪਿੰਡ ਦੌਲਤਪੁਰਾ ਜ਼ਿਲ੍ਹਾ ਮੋਗਾ ਦੇ ਆ ਗਰੀਬ ਪਰਿਵਾਰ ਚੋਂ ਨੇ, ਇਹ ਦੀਪ ਸਿੱਧੂ ਦਾ ਸਾਥ ਦਿੰਦੇ ਰਹੇ, ਔਰ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੀ ਕੁਰਬਾਨੀ ਤੋਂ ਪ੍ਰੇਰਿਤ ਹੋ ਕੇ ਆਪਣਾ ਨੌਕਰੀ ਕਾਰੋਬਾਰ ਛੱਡ ਕੇ ਪਹਿਲੇ ਦਿਨ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਪਰਛਾਵਾਂ ਬਣ ਕੇ ਰਹੇ। ਉਹਨਾਂ ਦੇ ਕਹਿਣ ਮੁਤਾਬਕ ਕਿ ਉਹ ਨਸ਼ਾ ਛਡਾਊ ਸੈਂਟਰ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੀ, ਔਰ ਬੱਚਿਆਂ ਨੂੰ ਜਿਹੜਾ ਉਹ ਨਸ਼ੇ ਤੋਂ ਮੁਕਤ ਕਰਨ ਲਈ ਉਹਨਾਂ ਨੇ ਜਿਹੜਾ ਆਪਣਾ ਵਕਤ ਸਾਰਾ ਦਿੱਤਾ। ਔਰ ਉਹ ਜਦੋਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਭਾਈ ਇਹ ਉਹਨਾਂ ਨੇ ਜਲੰਧਰ ਦੇ ਵਿੱਚ ਹਮਲਾ, ਇਹ ਨਾਲ ਵੀ ਨਹੀਂ ਸੀ, ਇਹ ਤਾਂ ਪਿੰਡ ਗਿਆ ਉਹਨਾਂ ਦੇ ਜੱਲੂਪੁਰ ਖੇੜੇ ਹਮਦਰਦੀ ਪਰਿਵਾਰ ਨਾਲ, ਔਰ ਉੱਥੋਂ ਚੁੱਕ ਕੇ ਉਹ ਵੀ ਦੇਸ਼ ਦੇ ਖਿਲਾਫ ਜੰਗ ਔਰ NSA ਲਾ ਦਿੱਤਾ। ਦਲਜੀਤ ਸਿੰਘ ਕਲਸੀ ਕਰੋੜਪਤੀ ਕਾਰੋਬਾਰੀ, ਔਰ ਉਹਨਾਂ ਦੀ ਮੈਂ ਜ਼ਿਕਰ ਕੀਤਾ ਹੀ ਹੈ ਕਿ ਭਾਈ ਉਹਨਾਂ ਨੇ ਕਿ ਵਰਿੰਦਰ ਸਿੰਘ ਫੌਜੀ, ਹੁਣ ਜਿਸ ਦੇ ਉੱਤੇ ਬੜਾ ਇਹਨਾਂ ਨੇ ਬਣਾਇਆ ਕਿ ਜੀ ਉਹਨੇ ਪਿੰਡ ਜਾ ਕੇ ਗੋਲੀਆਂ ਚਲਾਤੀਆਂ। ਹੁਣ ਉਹ ਜਿਹੜਾ ਪਿੰਡ ਉਹਨਾਂ ਦਾ ਜੋੜ ਸਿੰਘ ਵਾਲਾ ਪੱਟੀ ਤਰਨਤਾਰਨ ਦਾ, ਔਰ ਇਹ ਜਿਹੜੇ ਨੇ ਸੁਰੱਖਿਆ ਗਾਰਡ ਦੀ ਦੱਖਣੀ ਭਾਰਤ 'ਚ ਨੌਕਰੀ ਕਰ ਰਹੇ ਸੀ, 50,000 ਦੇ ਕਰੀਬ ਉਹਨਾਂ ਦੀ ਤਨਖਾਹ ਸੀ। ਜਦੋਂ ਉਹ ਮਿਲੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਤਾਂ ਉਹਨਾਂ ਨੂੰ ਲੱਗਾ ਕਿ ਭਾਈ ਮੈਂ ਨੌਕਰੀ ਬਥੇਰੀ ਕਰ ਲਈ, ਹੁਣ ਮੈਂ ਜਿਹੜਾ ਕੌਮ ਦੀ ਸੇਵਾ ਲਈ ਆਉਣਾ, ਔਰ ਆਪਣੀ ਨੌਕਰੀ ਛੱਡ ਕੇ ਔਰ ਚਾਅ ਨਾਲ ਇਹਨਾਂ ਦੀ ਸੇਵਾ ਦੇ ਵਿੱਚ ਉਹ ਵੀ ਉਹਨਾਂ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਅਨੰਦਪੁਰ ਸਾਹਿਬ ਅੰਮ੍ਰਿਤਪਾਨ ਕੀਤਾ। ਉਹ ਵੀ ਦੇਸ਼ ਦੇ ਲਈ ਵੱਡਾ ਖਤਰਾ, ਦੇਸ਼ ਦੇ ਖਿਲਾਫ ਜੰਗ। ਗੁਰਿੰਦਰਪਾਲ ਸਿੰਘ, ਇਹ ਕੁੱਕੜ ਪਿੰਡ ਜ਼ਿਲ੍ਹਾ ਜਲੰਧਰ ਦੇ ਜੰਮਪਲ ਨੇ, ਇਹ ਜਲੰਧਰ ਦੇ ਬਿਲਕੁਲ ਨਾਲ ਹੈ ਪਿੰਡ, ਔਰ ਇੰਗਲੈਂਡ ਵਿੱਚ ਕਈ ਸਾਲਾਂ ਤੋਂ ਪੱਕੇ ਤੌਰ ਤੇ ਆਪਣੇ ਪਰਿਵਾਰ ਨਾਲ ਰਹਿ ਰਹੇ ਸੀ। ਪਹਿਲਾਂ ਦੀਪ ਸਿੱਧੂ ਨਾਲ ਦੋਸਤੀ ਸੀ, ਦੀਪ ਸਿੱਧੂ ਜਦੋਂ ਇੰਗਲੈਂਡ ਜਾਂਦਾ ਸੀ ਇਹਨਾਂ ਕੋਲ ਠਹਿਰਦਾ ਸੀ, ਔਰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਆਏ ਤੇ ਉਹ ਵੀ ਆਪਣੇ ਪਰਿਵਾਰ ਤੇ ਛੋਟੇ ਬੱਚਿਆਂ ਨੂੰ ਇੰਗਲੈਂਡ ਛੱਡ ਕੇ
3 ਮਹੀਨੇ ਭਾਈ ਸਾਹਿਬ ਦੇ ਜਥੇ 'ਚ ਸੇਵਾਵਾਂ ਕਰਦੇ ਰਹੇ। ਖਾਲਸਾ ਵਹੀਰ ਦੀ ਤਿਆਰੀਆਂ ਲਈ ਨਾਲ ਆਏ ਔਰ ਉਹਨਾਂ ਨੂੰ ਵੀ ਇਹ ਬ੍ਰਿਟਿਸ਼ ਨੇ, ਲੇਕਿਨ ਇਧਰ ਉਹਨਾਂ ਦੇ ਉੱਤੇ ਵੀ ਕੇਸ ਜਿਹੜਾ ਹੈ ਦੇਸ਼ ਧਰੋਹ ਤੇ ਦੇਸ਼ ਦੇ ਖਿਲਾਫ ਜੰਗ। ਇਸੇ ਤਰ੍ਹਾਂ ਕੁਲਵੰਤ ਸਿੰਘ ਰੌਂਕੇ, ਇਹ ਪਿੰਡ ਰੌਂਕੇ ਜ਼ਿਲ੍ਹਾ ਮੋਗਾ, ਇਹ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਨੇ ਔਰ ਇਹ ਜਿਹੜੇ ਮਾਲਵਾ ਜ਼ੋਨ ਦੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੀ ਆਗੂ ਰਹੇ ਔਰ ਉਹਨਾਂ ਨੇ ਵੀ, ਉਹ ਤਾਂ ਜਿਹੜੇ ਨੇ ਉਹਨਾਂ ਦੇ ਪਿਤਾ ਜੀ ਵੀ ਇਹ 25 ਮਾਰਚ 1993 ਨੂੰ ਉਹਨਾਂ ਦੇ ਪਿਤਾ ਜੀ ਨੂੰ ਵੀ ਜਿਹੜਾ ਉਹ ਝੂਠੇ ਪੁਲਿਸ ਮੁਕਾਬਲੇ ਸ਼ਹੀਦ ਕਰਤਾ ਸੀ। ਹੁਣ ਇਹ ਵਿਚਾਰੇ, ਇਹਨਾਂ ਦਾ ਪਰਿਵਾਰ ਵੀ ਅੱਗੋਂ ਤੇ ਉਹਨਾਂ ਨੂੰ ਵੀ ਉਹਨਾਂ ਨੇ ਚੁੱਕ ਲਿਆ। ਉਹ ਤਾਂ ਆਪਣੇ ਪਿਤਾ ਦਾ ਸ਼ਹੀਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸੀ ਤੇ ਇਧਰ ਹੁਣ ਉਹਨਾਂ ਨੇ ਦੇਸ਼ ਦੇ ਖਿਲਾਫ ਜੰਗ। ਇਸੇ ਤਰ੍ਹਾਂ ਉਹਨਾਂ ਦੇ ਚਾਚਾ ਹਰਜੀਤ ਸਿੰਘ, ਜਿਨ੍ਹਾਂ ਨੇ ਖੁਦ ਹੀ ਆਤਮ ਸਮਰਪਣ ਕੀਤਾ, ਉਹ ਉਸ ਗੱਡੀ ਨੂੰ ਡਰਾਈਵ ਕਰ ਰਹੇ ਸੀ, ਵੀ ਕੈਨੇਡਾ ਦੇ ਸ਼ਹਿਰੀ, ਮਤਲਬ ਕੈਨੇਡਾ 'ਚ ਵਸੇ ਹੋਏ ਸੀ। ਜਿਉਂ ਹੀ ਅੰਮ੍ਰਿਤਪਾਲ ਸਿੰਘ ਨੇ ਜਾਣ ਦਾ ਫੈਸਲਾ ਕੀਤਾ ਤੇ ਇਹ ਵੀ ਨਾਲ ਗਏ ਔਰ ਹੁਣ ਇਹ ਵੀ ਦੇਸ਼ ਦੇ ਖਿਲਾਫ ਜੰਗ NSA। ਔਰ ਸਭ ਤੋਂ ਇਨੋਸੈਂਟ ਜਿਹਦਾ ਚਰਚਾ ਜਾਂ ਜ਼ਿਕਰ ਸਾਰੇ ਹੀ ਕਰਦੇ ਨੇ, ਭਗਵੰਤ ਸਿੰਘ, ਜਿਹਨੂੰ ਪ੍ਰਧਾਨ ਮੰਤਰੀ ਕਹਿੰਦੇ ਸੀ, ਪਿੰਡ ਬਾਜੇ ਕੇ, ਜਿਹੜਾ ਹਾਸ-ਰਸ ਦੀਆਂ ਤੋਂ ਸਿੱਧੜ ਬੰਦਾ, ਉਹ ਵਿਚਾਰਾ ਦੌੜ ਰਿਹਾ, ਪੱਠੇ ਵੱਢ ਰਿਹਾ ਸੀ, ਪੁਲਿਸ ਆ ਗਈ। ਉਹਨੂੰ ਵੀ ਮਜ਼ਾਕ ਦੇ ਵਿੱਚ ਉਹਨਾਂ ਨੇ ਉਹਦਾ ਉਹ ਮੀਮ ਬਣਾ ਕੇ ਕੰਗਣਾ ਰਣੌਤ ਤੋਂ ਲੈ ਕੇ ਕਿ ਦੇਖੋ ਜੀ ਕਿੰਨੇ, ਉਹ ਵਿਚਾਰਾ ਸਾਦਾ, ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਖ ਕੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਉਹਨੇ ਅੰਮ੍ਰਿਤਪਾਨ ਕੀਤਾ ਤੇ ਉਹ ਵੀ, ਉਹਨਾਂ ਤੇ ਵੀ NSA ਪਾਇਆ ਹੋਇਆ। ਹੁਣ ਲੇਟੈਸਟ ਇਸ ਲਿਸਟ ਦੇ ਵਿੱਚ ਪਪਲਪ੍ਰੀਤ ਸਿੰਘ ਵੀ ਸ਼ਾਮਲ ਹੋ ਗਏ ਨੇ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਸ ਸਭ ਨੂੰ ਦੇਖ ਕੇ ਵੀ ਜੇ ਸਾਡੇ ਇੱਕ ਤਬਕੇ ਨੂੰ ਲੱਗਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਾਂ ਇਹਨਾਂ ਦੇ ਸਾਰੇ ਹੀ ਉਹਨਾਂ ਸਧਾਰਨ ਪੇਂਡੂ ਘਰਾਣਿਆਂ ਦੇ ਜਿਹੜੇ ਸਟਰਗਲ ਕਰਨ ਵਾਲੇ ਨੇ, ਗੁਰਸਿੱਖੀ ਪਿਆਰ ਨਾਲ ਉਹ ਇੱਧਰ ਤੁਰੇ। ਸੋ ਭਾਈ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਜਿਹੜਾ ਤੱਕ ਵੀ ਸਾਡਾ ਇਹ ਮੈਸੇਜ ਪਹੁੰਚਦਾ ਹੈ ਕਿ ਭਾਈ ਸਾਥ ਦਿਓ, ਇਹ ਤੁਹਾਡੀ ਕੌਮ ਦੀ ਇੱਜ਼ਤ ਗੈਰਤ ਦੇ ਨਾਲ ਜੁੜੀ ਹੋਈ ਗੱਲ ਹੈ। ਤੇ ਜੇ ਇਵੇਂ ਹੀ ਆਪਣੇ ਭਰਾਵਾਂ ਦਾ ਇਹ ਸਾਰਾ ਦੇਖ ਕੇ ਔਰ ਸਾਡੀਆਂ ਅੱਖਾਂ 'ਚ ਕੋਈ ਅਥਰੂ ਨਹੀਂ ਆਉਂਦਾ ਜਾਂ ਸਾਡੇ ਦਿਲ ਨੂੰ ਕੋਈ ਦਿਲ ਦਾ ਰੋਗ ਨਹੀਂ ਭਰਿਆ ਜਾਂਦਾ, ਤਾਂ ਫਿਰ ਅਸੀਂ ਵੀ ਬੇਗੈਰਤ ਔਰ ਉਸ ਨਸਲ ਦੇ ਹੀ ਹਾਂ ਜਿਹੜੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾੜੇ ਦੇ ਟੱਟੂ ਵਿਕਾਊ ਮਾਲ ਅਮਰੀਕੀ ਸਿੱਖਾਂ ਦਾ ਇੱਕ ਡੈਲੀਗੇਸ਼ਨ ਭਾਰਤ ਦੀ ਵਿੱਤ ਮੰਤਰੀ ਸੀਤਾਰਮਨ ਨੂੰ ਮਿਲਿਆ। ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਮੋਦੀ ਵੱਲੋਂ ਲਏ ਗਏ ਸਿੱਖ ਪੱਖੀ ਫੈਸਲਿਆਂ ਕਰਕੇ ਖਾਲਿਸਤਾਨ ਦੀ ਜਿਹੜੀ ਲਹਿਰ ਦਾ ਭੋਗ ਪੈ ਗਿਆ ਹੈ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਉਹਨਾਂ ਵੀਰਾਂ ਭੈਣਾਂ ਨੂੰ ਐਕਨੋਲੇਜ ਕਰਨਾ ਚਾਹੁੰਦੇ ਹਾਂ ਜਿਹੜੇ YouTube ਦੇ ਲਾਈਵ ਚੈਟ 'ਚ ਸ਼ਮੂਲੀਅਤ ਕਰ ਰਹੇ ਨੇ। ਅੱਛਾ। ਸੁਹੇਲ ਚੌਧਰੀ ਕਹਿੰਦੇ ਨੇ, the likelihood of fair trials looks doubtful if people are not even released after completing their sentences। ਬਿਲਕੁਲ, ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ 30 32 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਪਹਿਲਾਂ ਤਾਂ ਅਜੇ ਚਾਰਜ ਸ਼ੀਟ ਹੀ ਨਹੀਂ ਕਈ ਸਾਲ ਫਾਈਲ ਹੁੰਦੀ। ਜੱਗੀ ਜੌਲ UK ਸਿਟੀਜ਼ਨ 5 ਸਾਲ ਤੋਂ ਹੈ, ਉਹਦੀ ਅਜੇ ਤੱਕ ਕੋਈ ਚਾਰਜ ਸ਼ੀਟ ਵੀ ਨਹੀਂ ਫਾਈਲ ਹੋਈ। ਫਿਰ ਜਿਹੜੇ ਕੰਪਲੀਟ ਕਰ ਲੈਂਦੇ ਨੇ ਜੋ ਕਾਨੂੰਨ ਮੁਤਾਬਕ, ਉਹਨਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ। ਸੋ ਫੇਅਰ ਟ੍ਰਾਇਲ ਤਾਂ ਬੜੀ ਦੂਰ ਦੀ ਗੱਲ ਹੈ। ਖਾਨ ਬਨਾਰਸ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ ਜਗਜੀਤ ਸਿੰਘ ਸਿੱਧੂ। ਇਹ ਉਹਨਾਂ ਨੇ ਇੱਕ ਡਰਪੋਕ ਵਿਦਵਾਨ ਹੈ, ਉਹ ਆਇਆ ਨਹੀਂ, ਕਿਸੇ ਦਾ ਜ਼ਿਕਰ ਉਹ ਕਰ ਰਹੇ ਨੇ। ਪੁਨੀਤ ਸੰਧੂ ਕਹਿੰਦੇ ਨੇ ਇਲਾਕੇ ਵਿੱਚ ਪਤਾ ਹੀ ਨਹੀਂ, ਸਾਡੇ ਕੱਥੂ ਨੰਗਲ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਜੀ। ਇਹ ਬਿਲਕੁਲ ਹਕੀਕਤ ਆ ਜਾਏਗੀ ਬਾਹਰ ਵਕਤ ਪਾ ਕੇ, ਕਿਉਂਕਿ
ਜਿਸ ਕਿਸਮ ਦੀ ਇਹਨਾਂ ਦਾ ਇਹ ਰਿਹਾ ਸਾਰਾ ਟ੍ਰੈਂਡ ਚੁੱਕਦੇ ਕਿਤੋਂ ਨੇ, ਟਾਰਚਰ ਕਿਤੇ ਕਰਦੇ ਨੇ, ਬਿਲਕੁਲ ਪ੍ਰਾਈਵੇਟ ਘਰ ਵੀ ਇਹਨਾਂ ਨੇ ਰੱਖੇ ਹੋਏ ਨੇ ਟਾਰਚਰ ਕਰਨ ਲਈ, ਕਿਉਂਕਿ ਇਹਨਾਂ ਨੂੰ ਕੋਰਟ ਦਾ ਵੀ ਡਰ ਹੁੰਦਾ ਹੈ ਕਿ ਕੋਈ ਹੈਬੀਅਸ ਕਾਰਪਸ ਪਾ ਕੇ ਡਾਇਰੈਕਟ ਕੋਈ ਵਾਰੰਟ ਆਫੀਸਰ ਨਾ ਆ ਜਾਏ। ਸੋ ਉਹਨਾਂ ਨੇ ਹਰ ਸ਼ਹਿਰ ਦੇ ਵਿੱਚ, ਵੱਡੇ ਸ਼ਹਿਰਾਂ 'ਚ ਪ੍ਰਾਈਵੇਟ ਹਾਊਸ ਲਏ ਨੇ ਜਿੱਥੇ ਉਹ ਡਿਟੇਨ ਕਰਕੇ ਰੱਖਦੇ ਨੇ। ਫਿਰ ਜਿਹੜੇ ਜਗਸੀਰ ਸਿੰਘ ਸਿੱਧੂ ਕਾਫੀ ਦਿਨਾਂ ਬਾਅਦ ਆਏ ਨੇ, ਉਹਨਾਂ ਨੇ ਫਤਿਹ ਤੁਹਾਨੂੰ ਵੀ ਮੈਨੂੰ ਵੀ ਬੁਲਾਈ ਹੈ, ਖਾਲਿਸਤਾਨ ਜ਼ਿੰਦਾਬਾਦ। ਔਰ ਫਿਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਆਈਡੀ ਤੋਂ ਡਾਕਟਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਸਰੀਰਕ ਤੌਰ ਤੇ ਬਿਮਾਰ ਚੱਲ ਰਹੇ ਸਨ ਤੇ ਕਾਫੀ ਕਮਜ਼ੋਰ ਵੀ ਹੋ ਗਏ ਸੀ। ਇਹ ਬਿਲਕੁਲ ਠੀਕ ਹੈ। ਉਹਨਾਂ ਦੇ ਘਰੇਲੂ ਸਾਧਨਾਂ ਤੋਂ ਵੀ ਸਾਨੂੰ ਇਹੀ ਪਤਾ ਲੱਗਾ, ਜਿੱਦਣ ਉਹ ਗਏ ਵੀ ਨੇ ਉਸ ਤੋਂ 2 ਦਿਨ ਪਹਿਲਾਂ ਤੱਕ ਉਹਨਾਂ ਕੁਝ ਖਾਧਾ ਨਹੀਂ ਸੀ, ਉਹਨਾਂ ਨੂੰ ਕੋਈ ਸਟਮਕ ਰਿਲੇਟਡ ਵੀ ਕਾਫੀ ਸਮੱਸਿਆ ਸੀ। ਅੱਛਾ ਜ਼ੁਬੈਰ ਯਾਕੂਬ ਸਾਹਿਬ ਕਹਿੰਦੇ ਨੇ ਲਾਸਟ 10 ਡੇਜ਼ ਆਫ ਮਾਹ ਰਮਜ਼ਾनुल मुबारक होश करो मुसलमानों सेव मस्जिद अक्सा। बिल्कुल शुक्रिया ਜ਼ੁਬੈਰ ਯਾਕੂਬ ਸਾਹਿਬ ਔਰ ਸਾਡੇ ਸਾਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਵੀ ਮਾਹ ਰਮਜ਼ਾਨ ਮੁਬਾਰਕ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਜ਼ਰਾਈਲ ਬਿਲਕੁਲ ਜ਼ੁਲਮ ਤੇ ਉਤਰਿਆ ਹੋਇਆ ਹੈ ਔਰ ਉਹਦੀ ਖੂਨ ਦੀ ਪਿਆਸ ਜਿਹੜੀ ਹੈ ਫਲਸਤੀਨੀਆਂ ਦੇ ਖੂਨ ਦੀ ਬੁਝੀ ਨਹੀਂ ਹੈ। ਪਿਛਲੇ ਆਲਮੋਸਟ ਜਿਹੜਾ ਉਹ 48 ਤੋਂ ਇੱਕਦਮ ਬਾਅਦ ਹੀ 72 ਸਾਲ ਤੋਂ ਹੀ ਉਹਨਾਂ ਦੇ ਜ਼ੁਲਮ ਚੱਲ ਰਹੇ ਨੇ। ਔਰ ਅਮਰਜੀਤ ਸੈਣੀ ਉਹਨਾਂ ਨੇ ਫਤਿਹ ਬੁਲਾਈ ਹੈ, ਪ੍ਰੀਤ ਸੰਧੂ ਵੀ ਉਹਨਾਂ ਨੇ ਫਤਿਹ ਬੁਲਾਈ ਹੈ, ਸੁਹੇਲ ਚੌਧਰੀ ਉਹਨਾਂ ਨੇ ਕਿਹਾ ਕਿ ਇਟਸ ਵੈਰੀ ਇੰਪੋਰਟੈਂਟ ਟੂ ਸਪੀਕ ਅਪ ਅਗੇਂਸਟ ਦ ਕਰੂਐਲਿਟੀ ਐਂਡ ਆਪਰੈਸ਼ਨ। TV 84 ਇਜ਼ ਦਾ ਪਲੇਸ ਵੇਅਰ ਯੂ ਕੈਨ ਹੀਅਰ ਗੁੱਡ ਪੀਪਲ। ਬਹੁਤ ਬਹੁਤ ਸ਼ੁਕਰੀਆ ਚੌਧਰੀ ਸਾਹਿਬ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਕੰਪਲੀਮੈਂਟ ਕਰ ਰਹੇ ਹੋ। ਔਰ ਉਹਨਾਂ ਨੇ ਈਵਨ ਸਾਡੇ ਪ੍ਰੋਗਰਾਮ ਦੇ ਵੀ ਸ਼ਲਾਘਾ ਜਿਹੜੇ ਨੇ ਅਲਫਾਜ਼ ਲਿਖੇ ਨੇ। ਜਸਬੀਰ ਬਰਾੜ ਜਿਹੜੇ ਨੇ ਉਹਨਾਂ ਨੇ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ, ਫਿਰ 6 ਫॉर ਜਸਟਿਸ ਔਰ ਰੈਫਰੈਂਡਮ ਦੀ ਉਹ ਗੱਲ ਕਰਦੇ ਨੇ। ਔਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਦੇ ਆਈਡੀ ਤੋਂ ਡਾਕਟਰ ਸਾਹਿਬ ਭਾਈ ਪਪਲਪ੍ਰੀਤ ਸਿੰਘ ਬਹੁਤ ਇੰਟੈਲੀਜੈਂਟ ਹਨ। ਤਾਂ ਇਸ ਦਾ ਸਬੂਤ ਇਸ ਤੋਂ ਮਿਲਦਾ ਹੈ ਕਿ ਉਹਨਾਂ ਨੇ ਕੈਮਰੇ ਸਾਹਮਣੇ ਕਿਹਾ ਕਿ ਪੁਲਿਸ ਮੁਤਾਬਕ ਮੇਰੀ ਗ੍ਰਿਫਤਾਰੀ ਕੱਲ ਹੋਈ ਹੈ। ਇਸ ਦਾ ਮਤਲਬ ਗ੍ਰਿਫਤਾਰੀ ਕਾਫੀ ਦਿਨਾਂ ਪਹਿਲਾਂ। ਤੁਸੀਂ ਬਿਲਕੁਲ ਠੀਕ ਕਿਹਾ, ਅਸੀਂ ਡੀਕੋਡ ਕਰਦੇ ਹਾਂ, ਇਹੀ ਗੱਲ ਕਹੀ ਹੈ। ਔਰ ਜਗਪ੍ਰੀਤ ਸਿੰਘ ਕਹਿੰਦੇ ਨੇ ਜਿਹੜੇ ਨੇ ਤੂੰ ਖੂਨ ਦੇ ਹੰਝੂ ਰੋਵੇਂਗੀ ਨਾ ਰੋਣਗੀਆਂ ਸਾਡੀਆਂ ਮਾਵਾਂ, ਆਏ ਤੇ ਆ ਕੇ ਅਸੀਂ ਤਖਤੇ ਪਲਟਦੇ ਨਹੀਂ ਪੁੱਟਦੇ ਹੁੰਦੇ ਆ, ਦਿੱਲੀਏ ਪਹਿਲਾਂ ਵੀ ਸਾਡੀਆਂ ਤੂੰ ਪਰਖੀਆਂ ਨੇ ਬਾਵਾਂ। ਵਾਹ, ਸੋ ਨਾਈਸ। ਸੋ ਜਗਪ੍ਰੀਤ ਸਿੰਘ ਕੀ ਹੋਇਆ ਜੇ ਗਾਲੜ ਲੱਗੇ ਸਾਡੇ ਬਾਗਾਂ ਦੇ ਪਟਵਾਰੀ, ਸਾਡੀ ਧਰਤੀ ਸਾਡੀ ਰਹੇਗੀ ਕੁਝ ਸਮੇਂ ਲਈ, ਤੂੰ ਸਮਝ ਉਧਾਰੀ, ਪਹਿਲਾਂ ਵਾਲੀ ਜੰਗ ਵੀ ਲੜਾਂਗੇ ਪਰ ਕੁਝ ਨੀਤੀਆਂ ਨਵੀਆਂ ਘੜਾਂਗੇ। ਸੋ ਨਾਈਸ, ਬਿਲਕੁਲ। ਔਰ ਅਮਰਦੀਪ ਸੰਧੂ ਅਕਾਲ ਤਖਤ ਵਰਸਸ ਦਿੱਲੀ ਤਖਤ, ਯੂ ਨੋ ਹੂ ਗੋਨਾ ਵਿਨ, ਚੂਜ਼ ਯੋਰ ਸਾਈਡ। ਬਿਲਕੁਲ, ਇੱਕ ਪਾਸੇ ਅਕਾਲ ਤਖਤ ਹੈ, ਸੱਚ ਹੱਕ ਇਨਸਾਫ ਦਾ ਪਹਿਰੇਦਾਰ, ਔਰ ਦੂਸਰੇ ਪਾਸੇ ਕੂੜ ਦੇ ਉੱਤੇ ਔਰ ਜ਼ੁਲਮ ਦੇ ਉੱਤੇ ਮਬਨੀ ਦਿੱਲੀ ਤਖਤ। ਤੇ ਅਲਟੀਮੇਟਲੀ ਅਕਾਲ ਤਖਤ ਨੇ ਹੀ ਪ੍ਰਵੇਲ ਕੀਤਾ 4 ਸਦੀਆਂ ਚ। ਔਰ ਹੁਣ ਵੀ ਇਹਨਾਂ ਦਾ ਹਿੰਦੂਤਵੀ ਰਜੀਮ ਖਾਲਸੇ ਦੇ ਹੱਥੋਂ ਜਿਹੜਾ ਉਹ ਫਨਾਹ ਹੋਏਗਾ ਔਰ ਉਸ ਧਰਤੀ ਦੇ ਉੱਤੇ ਸੱਚ ਹੱਕ ਇਨਸਾਫ ਦਾ ਸੂਰਜ ਚੜ੍ਹੇਗਾ। ਪੰਜਾਬ ਦੇ ਵਿੱਚ ਸਿੱਖ ਆਪਣੀ ਆਜ਼ਾਦੀ ਮਾਣਨਗੇ, ਸਾਡੇ ਕਸ਼ਮੀਰੀ ਭੈਣ ਭਰਾ ਆਜ਼ਾਦ ਹੋਣਗੇ, ਨਾਰਥ ਈਸਟ ਦੇ ਵਿੱਚ ਨਾਗੇ, ਮੀਜ਼ੋ, ਮਨੀਪੁਰ ਔਰ ਭਾਰਤ ਭਰ ਦੇ ਵਿੱਚ ਦਲਿਤ ਭਾਈਚਾਰਾ ਜਿਹੜਾ ਇਹ ਬ੍ਰਾਹਮਣਵਾਦ ਦੀ ਕੈਦ ਚੋਂ, ਗ੍ਰਿਫਤ ਚੋਂ, ਇਹਨਾਂ ਦੇ ਖੂਨੀ ਪੰਜੇ ਚੋਂ ਨਿਜਾਤ ਪਾਏਗਾ। ਹੁਣ ਗੱਲ ਰੈਂਟਾ ਸਿੱਖ, ਪਹਾੜੇ ਦੇ ਟੱਟੂ, ਸੋਲਡ ਆਊਟ ਕਿਹਦੀ ਗੱਲ ਕਰੀਏ, ਹਾਲਾਂ ਇਹਨਾਂ ਨੂੰ ਵਕਤ ਨਹੀਂ ਦੇਣਾ ਚਾਹੀਦਾ, ਪਰ ਜਦੋਂ ਇਹ ਬਹੁਤੇ ਚਾਂਬਲ ਜਾਂਦੇ ਨੇ ਆਪਣੇ ਆਕਾ ਨੂੰ ਖੁਸ਼ ਕਰਨ ਲਈ, ਫਿਰ ਥੋੜਾ ਜਿਹਾ ਜਿਹੜਾ ਉਹ ਜੁੱਤੀ ਦੀ ਨੋਕ ਦੇ ਉੱਤੇ ਇਹਨਾਂ ਨੂੰ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਕਿਸਮ ਦੇ 8-10 ਜਿਨ੍ਹਾਂ ਦੇ ਕੋਲ 4 ਛਿੱਲੜ ਵੀ ਨੇ, ਇੱਕ ਜੈਸੀ ਸਿੰਘ ਦੇ ਨਾਂ ਥੱਲੇ ਜਿਹੜਾ ਉਹ ਸਾਰਿਆਂ ਦੀ ਮੇਜ਼ਬਾਨੀ ਕਰਦਾ ਹੈ ਮੈਰੀਲੈਂਡ ਦੇ ਵਿੱਚ। ਔਰ ਕਿਉਂਕਿ ਪੱਗ ਵਾਲਾ ਐਂਬੈਸਡਰ ਲਾਇਆ ਹੋਇਆ ਤਰਨਜੀਤ ਸਿੰਘ ਸੰਧੂ, ਸੋ ਪਹਿਲਾਂ ਤਾਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਇਹਨਾਂ ਨੇ ਸਿੱਖ ਹੀਰੋ ਅਵਾਰਡ ਆਪ ਹੀ ਅੰਨੀ ਵੰਡੇ ਸ਼ੀਰਨੀ ਮੁੜ ਘਰਦਿਆਂ ਨੂੰ, ਉਹ ਆਪਸ 'ਚ ਉਹ 4 ਇਕੱਠੇ ਹੁੰਦੇ ਨੇ ਉਸ ਕਿਸਮ ਦੇ ਪਿਆਲੇ ਦੇ ਦੁਆਲੇ ਸ਼ਰਾਬ ਦੇ ਪੀ ਕੇ ਇੱਕ ਦੂਜੇ ਨੂੰ ਤੂੰ ਹੀਰੋ ਇਹ ਵੋ। ਹੁਣ ਉਹ ਹੀਰੋ ਤਾਂ ਕਰ ਹਟੇ ਸੀ, ਉਹਨਾਂ ਦੀ ਤਾਂ ਅਸੀਂ ਖਬਰ ਲਈ ਸੀ,
ਲੇਕਿਨ ਅੱਜ ਹੁਣ ਕਿਉਂਕਿ ਇਹਨਾਂ ਦੀ ਫਾਈਨੈਂਸ ਮਿਨਿਸਟਰ ਸੀਤਾਰਮਨ ਆਈ ਹੋਈ ਹੈ ਅਮਰੀਕਾ, ਔਰ ਉੱਥੇ ਵੀ ਆਪਣੇ ਹੱਥ 'ਚ ਆਪ ਹੀ ਜਿਹੜਾ ਉਹ ਪਤਾ ਨਹੀਂ ਉਹ ਇੱਕ ਕੱਪੜਾ ਗੰਦਾ ਚੁੱਕ ਕੇ ਪਹੁੰਚ ਜਾਂਦੇ ਨੇ, ਇੱਕ ਅੱਧਾ ਫੁੱਲਾਂ ਦਾ ਗੁਲਦਸਤਾ ਲੈ ਜਾਂਦੇ ਨੇ ਤੇ ਉਹਨਾਂ ਨੂੰ ਇਹ ਕਹਿਣਗੇ ਜੀ ਅਸੀਂ ਅਮਰੀਕਾ ਦੇ ਸਿੱਖਾਂ ਵੱਲੋਂ ਜਿਹੜਾ ਹੈ ਉਹ ਔਰ ਉਹ ਵੀ ਮੇਕ ਸ਼ੋਰ ਕਰਦੇ ਨੇ ਵੀ ਇਹ ਖਬਰ ANI PTI ਸਾਰੇ ਪਾਸੇ ਹੋਏ, ਕਿਉਂਕਿ ਜਿਹੜੀ ਅਸਲੀ ਹੁਣ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਆਸਟ੍ਰੇਲੀਆ ਦੇ ਵਿੱਚ ਕਿਸ ਲੈਵਲ ਦੀਆਂ 35ਵੀਆਂ ਗ੍ਰੈਂਡ ਸਿੱਖ ਗੇਮਸ ਹੋਈਆਂ ਔਰ ਖਾਲਸਾਈ ਪਰਚਮ ਔਰ ਆਸਟ੍ਰੇਲੀਆ ਔਰ ਸਟੇਟ ਦੇ ਝੰਡੇ ਤੋਂ ਇਲਾਵਾ ਕੋਈ ਚੌਥਾ ਝੰਡਾ ਨਹੀਂ। ਅੱਜ ਮੈਂ ਕੁਦਰਤੀ PTI ਦੀ ਖਬਰ ਦੇਖੀ ਔਰ ਹਾਲਾਂ ਸਾਡੇ ਜਿਹੜੇ ਵੀਰ ਉਹਨਾਂ ਨੇ ਸਾਨੂੰ ਬਰੀਫ ਕੀਤਾ, ਉਹਨਾਂ ਨੇ ਕਿਹਾ ਵੀ ਬਿਲਕੁਲ ਵੈਨਿਊ ਦੇ ਬਾਹਰ ਜੇ ਇੱਕ ਖਾਲੀ ਪੋਲ ਸੀ ਉਹਦੇ ਤੇ ਤਿਰੰਗਾ ਕੋਈ ਟੰਗ ਗਿਆ ਔਰ ਬਾਅਦ 'ਚ ਹਾਲਾਂ ਗਾਇਬ ਹੋ ਗਿਆ 5-7 ਮਿੰਟ ਲਈ, ਪਰ ਉਸ ਫੋਟੋ ਨੂੰ ਜਿਹੜੀ ਉਹਨਾਂ ਨੇ ਆਪ ਹੀ ਉਸ ਕਿਸਮ ਦੇ ਕਿਸੇ ਪਹਾੜੇ ਦੇ ਟੱਟੂ ਤੋਂ ਟੰਗਵਾਇਆ ਉਹ ਲਾ ਕੇ, ਔਰ ਅੱਜ ਖਬਰ ਉਹਨਾਂ ਨੇ ਕੋਈ ਇੰਨੀਆਂ ਗ੍ਰੈਂਡ ਗੇਮਸ 1.5 ਲੱਖ ਲੋਕ ਆਏ 7000 ਐਥਲੀਟ, ਇਹ ਕੋਈ ਖਬਰ ਨਹੀਂ ਹੈ। ਉਹ ਕਹਿ ਰਹੇ ਨੇ 35 ਸਾਲਾਂ 'ਚ ਪਹਿਲੀ ਵਾਰ ਜਿਹੜੀਆਂ ਸਿੱਖ ਗੇਮਸ ਆਸਟ੍ਰੇਲੀਆ 'ਚ ਤਿਰੰਗਾ ਝੂਲਿਆ, ਹਾਲਾਂ ਨਾ ਉਹ ਵੈਨਿਊ ਤੇ ਤਿਰੰਗਾ, ਨਾ ਸਟੇਜ ਤੇ ਤਿਰੰਗਾ, ਨਾ ਉਹਨਾਂ ਦੇ ਕਿਸੇ ਹਾਈ ਕਮਿਸ਼ਨ ਜਾਂ ਦੂਜੇ ਨੂੰ, ਔਰ ਇਸ ਕਿਸਮ ਦੇ ਇੱਕ ਪਹਾੜੇ ਦੇ ਟੱਟੂ ਤੋਂ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਮੋਦੀ ਨੇ ਸੰਦੇਸ਼ ਦੇ ਦਿੱਤਾ। ਹੁਣ ਸੰਦੇਸ਼ ਮੋਦੀ ਦਾ ਤੇ ਤਿਰੰਗਾ ਕਰਕੇ ਉਹ ਇਵੇਂ ਕਰ ਰਹੇ ਨੇ ਜਿਵੇਂ ਉਹ 1.5 ਲੱਖ ਦਾ ਜਿਹੜਾ ਇਕੱਠ ਹੈ ਜਿਹਦੇ ਲਈ ਲੱਖਾਂ ਡਾਲਰ ਸਿੱਖਾਂ ਨੇ ਖਰਚੇ ਨੇ, ਉਹਨਾਂ ਨੇ ਇੰਡੀਆ ਦੇ ਤਿਰੰਗੇ ਨੂੰ ਉਹਨੇ ਕਿਹਾ ਜੀ 35 ਸਾਲ 'ਚ ਕਦੇ ਨਹੀਂ ਝੁੱਲਿਆ। ਸੋ ਇਹਦੇ ਤੋਂ ਇੱਕ ਤਾਂ ਝੂਠ ਇਹਨਾਂ ਦਾ ਇਹ ਜਾਂਦਾ ਹੈ ਕਿ ਵੀ 35 ਸਾਲ ਤੁਹਾਨੂੰ ਜੁੱਤੀ ਦੀ ਨੋਕ ਤੇ ਅੱਜ ਵੀ ਮਾਰ ਰਹੇ ਨੇ, ਪਰ ਅੱਜ ਵਾਲੀ ਗੱਲ ਨੂੰ ਉਹ ਕਨਵਰਟ ਦੂਜੇ ਪਾਸੇ ਕਰ ਰਹੇ ਨੇ। ਹੁਣ ਇਹੀ ਹਾਲ ਕਿਉਂਕਿ ਅਮਰੀਕਾ 'ਚ ਕੈਪੀਟਲ ਹਿੱਲ ਦੇ ਉੱਤੇ ਅਜੇ 2 ਦਿਨ ਪਹਿਲਾਂ ਹੋ ਕੇ ਹਟਿਆ ਇੱਕ ਵੱਡਾ ਮਾਰਚ ਜਿਹੜਾ ਫਰੀडम ਮਾਰਚ ਹੈ, ਥਾਂ ਥਾਈਂ ਜਿਹੜੇ ਨੇ ਖਾਲਸਾ ਸਿਰਜਣਾ ਦਿਵਸ ਦੇ ਨਗਰ ਕੀਰਤਨ ਜਿਨ੍ਹਾਂ 'ਚ ਖਾਲਿਸਤਾਨ ਦੇ ਝੰਡੇ 4 ਚੁਫੇਰੇ ਝੂਲਣਗੇ, ਔਰ ਇਹਨਾਂ ਨੇ ਇਹ ਜਿਹੜਾ ਡੈਲੀਗੇਸ਼ਨ ਮਿਲਿਆ ਇਸ ਦੇ ਜਿਹੜੀ ਦਿਲਚਸਪ ਗੱਲ ਉਹਦੇ 'ਚ ਉਹ ਕਹਿ ਰਿਹਾ ਖਾਲਿਸਤਾਨ ਮੂਵਮੈਂਟ ਫਿਜ਼ਲਿੰਗ ਆਊਟ ਡਿਊ ਟੂ ਪ੍ਰੋ ਸਿੱਖ ਸਟੈਪਸ ਟੇਕਨ ਬਾਈ ਪ੍ਰਾਈਮ ਮਿਨਿਸਟਰ ਮੋਦੀ, ਸਿੱਖ ਡੈਲੀਗੇਸ਼ਨ ਟੂ ਫੋਰਨ ਮਿਨਿਸਟਰ ਸੀਤਾਰਮਨ। ਜਿਵੇਂ ਸੀਤਾਰਮਨ ਨੂੰ ਇਹਨਾਂ ਦੀ ਬਰੀਫਿੰਗ ਦੀ ਲੋੜ ਸੀ ਕਿ ਜੀ ਖਾਲਿਸਤਾਨ ਦੀ ਮੂਵਮੈਂਟ ਤਾਂ ਉੱਡ ਗਈ, ਫਿਜ਼ਲ ਆਊਟ ਹੋ ਗਈ, ਇਸ ਲਈ ਕਿਉਂਕਿ ਮੋਦੀ ਨੇ ਜਿਹੜੀਆਂ ਬਹੁਤ ਪ੍ਰੋ ਸਿੱਖ ਉਹਨਾਂ ਦੀਆਂ ਪਾਲਿਸੀਜ਼ ਨੇ ਔਰ ਉਹਦੇ ਨਤੀਜੇ ਵਜੋਂ ਜਿਹੜਾ ਉਹ ਖਾਲਿਸਤਾਨ ਦੀ ਹੁਣ ਪਹਿਲੀ ਗੱਲ ਤਾਂ ਇਹ ਮੈਂ ਇਸ ਸਟੇਟਮੈਂਟ ਦਾ ਇੱਕ ਹਿੱਸਾ ਪੜ੍ਹ ਲਾਂ ਕਿ ਲੈਡ ਬਾਈ ਇਟਸ ਚੇਅਰਮੈਨ ਜਸਦੀਪ ਜੈਸੀ ਸਿੰਘ ਐਂਡ ਪ੍ਰੈਜ਼ੀਡੈਂਟ ਕਮਲਜੀਤ ਸਿੰਘ ਸੋਨੀ, ਇਹ ਵੀ ਇੱਕ ਟੁਚਾ ਵਰਜੀਨੀਆ ਦੇ ਵਿੱਚ ਹੈਗਾ BJP ਦਾ ਕੁੱਤਾ, ਉਹਨਾਂ ਨੇ ਕਿਹਾ ਜੀ ਉਹਨੇ ਡੈਲੀਗੇਸ਼ਨ ਨੇ ਫੈਲੀਸੀਟੇਟ ਕੀਤਾ ਉਹਨੂੰ ਟ੍ਰੈਡੀਸ਼ਨਲ ਸਿਰੋਪਾਓ ਮੋਮੈਂਟੋ ਐਂਡ ਫਲਾ। ਹੁਣ ਪ੍ਰਾਈਵੇਟ ਫੰਕਸ਼ਨ 'ਚ ਕਿਤੇ ਜਾ ਕੇ ਕਿਸੇ ਦੇ ਗਲ 'ਚ ਪਟਾ ਪਾ ਦੇਣਾ ਉਹ ਸਿਰੋਪਾਓ ਕਿਵੇਂ ਹੋ ਗਿਆ? ਸਿਰੋਪਾਓ ਸਿਰਫ ਗੁਰੂ ਦੀ ਹਜ਼ੂਰੀ ਵਿੱਚ ਹੁੰਦਾ ਹੈ ਔਰ ਇਹਨਾਂ ਦਾ ਇਹ ਡੇਅਰ ਨਹੀਂ ਕਰ ਸਕਦੇ ਸਣੇ ਸੋਨੀ ਜਾਂ ਜੈਸੀ ਸਿੰਘ ਦੇ ਕਿ ਅਮਰੀਕਾ ਦੇ ਕਿਸੇ ਗੁਰਦੁਆਰੇ 'ਚ ਖੁਦ ਜਾ ਕੇ ਜਿਹੜਾ ਉਹ 2 ਮਿੰਟ ਮਾਈਕ ਦੇ ਉੱਤੇ ਟਾਈਮ ਲੈ ਲੈ। ਹੁਣ ਪਰ ਕਿਉਂਕਿ ਇਹਨਾਂ ਨੇ ਆਪਣੀ ਹਾਜ਼ਰੀ ਲਵਾਉਣੀ ਹੈ, ਉਹਨੇ ਵੀ ਜਾ ਕੇ ਦੱਸਣਾ ਔਰ ਖਬਰਾਂ ਕਿਉਂਕਿ PTI ਦੀ ਖਬਰ 4 ਚੁਫੇਰੇ ਲੱਗ ਗਈ ਉੱਥੇ ਇਹ ਲੱਗਣਾ ਕਿ ਵੀ ਇਹ ਜਿਹੜਾ ਉਹਨੇ ਕਿਹਾ ਅਪਲੋਡਿੰਗ ਦਾ ਮੋਦੀ ਗਵਰਨਮੈਂਟ ਫਾਰ ਬੀਇੰਗ देयर ਫॉर ਸਿੱਖਸ ਕਿ ਜੀ ਮੋਦੀ ਸਿੱਖਾਂ ਲਈ ਹੈ ਐਂਡ ਇੰਪਲੀਮੈਂਟਿੰਗ ਦਾ ਸੈਵਰਲ ਡਿਮਾਂਡਸ ਫਰਮ ਦਾ ਸਿੱਖ ਕਮਿਊਨਿਟੀ ਇਨ ਦਾ ਪਾਸਟ 9 ਇਅਰਸ। ਜਦੋਂ ਝੂਠ ਹੀ ਬੋਲਣਾ ਤਾਂ ਫਿਰ ਕੜਾਹ ਬਣਾਉਣਾ ਪਾਈ ਜੋ ਕਿ 9 ਸਾਲਾਂ 'ਚ ਮੋਦੀ ਰਾਜ ਦੇ ਜਿੰਨੀਆਂ ਸਿੱਖਾਂ ਦੀਆਂ ਮੰਗਾਂ ਸੀ ਸਾਰੀਆਂ ਮੋਦੀ ਨੇ ਮੰਨ ਲਈਆਂ। ਜੈਸੀ ਸਿੰਘ ਆਲਸੋ ਸੈਡ ਦੈਟ ਡਿਊ ਟੂ ਥੀਸ ਐਕਸ਼ਨਸ ਆਫ ਪ੍ਰਾਈਮ ਮਿਨਿਸਟਰ ਮੋਦੀ ਖਾਲਿਸਤਾਨ ਮੂਵਮੈਂਟ ਹੈਜ਼ ਫਿਜ਼ਲਡ ਆਊਟ ਇਨ ਦਾ USA। ਇਹਦਾ ਮਤਲਬ ਇਹ ਹੈ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਇਹ ਤਾਂ ਫਿਰ ਮੰਨਦੇ ਨੇ ਵੀ 9 ਸਾਲ ਪਹਿਲਾਂ ਤਾਂ ਖਾਲਿਸਤਾਨ ਦੀ ਮੂਵਮੈਂਟ ਸੀ, ਤਾਂ ਹੁਣ ਮੂਵਮੈਂਟ ਕਿੱਥੇ ਹੈ? ਉਹ ਕੈਪੀਟਲ ਹਿੱਲ ਦੇ ਝੰਡੇ, ਸੈਨ ਫਰਾਂਸਿਸਕੋ ਦੇ ਬਾਹਰ ਇਹਨਾਂ ਦੀ ਦੁਰਦਸ਼ਾ, ਔਰ ਨਿਊਯਾਰਕ 'ਚ ਆਉਣ ਵਾਲੇ 29 ਅਪ੍ਰੈਲ ਨੂੰ ਦੇਖ ਲੈਣ, ਆਉਣ ਵਾਲੇ ਸੰਡੇ ਸਟਾਕਟਨ ਆ ਕੇ ਦੇਖ ਲੈਣ ਕਿ ਭਾਈ ਇਹ ਫਿਜ਼ਲ ਆਊਟ ਹੋਈ ਹੈ ਮੂਵਮੈਂਟ ਕਿ 4 ਚੁਫੇਰੇ ਖਾਲਿਸਤਾਨ ਹੋ ਰਹੀ ਹੈ। ਔਰ ਕੱਲੀ ਇਹੀ ਨਹੀਂ ਹੈ, ਇਹ ਤਾਂ ਇਹਨਾਂ ਦੀਆਂ ਜੇ ਅਸੀਂ ਇਹਨਾਂ ਦੀ ਫਰਸਟ੍ਰੇਸ਼ਨ ਦੇਖੀਏ ਜਿਸ ਹੱਦ ਤੱਕ ਜਾ ਕੇ ਇਹ ਇਸ ਵੇਲੇ ਟਵਿੱਟਰ ਤੇ ਦੂਜੇ ਤੀਜੇ ਨੈਗੇਟਿਵਿਟੀ ਔਰ ਹਕੂਮਤਾਂ ਤੇ ਪ੍ਰੈਸ਼ਰ ਔਰ ਅਦਰਵਾਈਜ਼ ਕਰ ਰਹੇ ਨੇ, ਇਹ ਇਹਨਾਂ ਨੂੰ ਖਾਲਿਸਤਾਨ ਸੌਣ ਹੀ ਨਹੀਂ ਦੇ ਰਿਹਾ। ਮੋਦੀ ਨੂੰ ਵੀ ਨਹੀਂ ਸੌਣ ਦੇ ਰਿਹਾ, ਉਹਦੇ ਇਹਨਾਂ ਕੁੱਤਿਆਂ ਨੂੰ ਵੀ ਨਹੀਂ ਜਿਹੜੇ ਇੱਥੇ ਨੇ, ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਇਹ ਤਾਂ ਆਪਣਾ ਡਰ ਜ਼ਾਹਰ ਕਰ ਰਹੇ ਨੇ ਕਿ ਭਾਈ ਅਸੀਂ ਜਿਹੜਾ ਦੇਖੋ ਅਸੀਂ ਤੁਹਾਡੇ ਨਾਲ ਖਲੋਤੇ ਆ, ਸਾਨੂੰ ਬਚਾ ਲੈਣਾ। ਕਿਉਂਕਿ ਇਹ ਤਾਂ ਫਰੋਮ ਜਦੋਂ ਹੁਣ ਹਰ
ਕੋਨੇ ਦੇ ਵਿੱਚ 3000 ਮੀਲ ਦੇ ਅਮਰੀਕਾ 'ਚ ਗੂੰਜਦਾ ਹੈ ਕਿ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ। ਔਰ ਇਹ ਖਾਲਿਸਤਾਨ ਦੇ ਝੰਡੇ, 4 ਚਫੇਰੇ, ਖਾਲਿਸਤਾਨ ਦੀ ਗੱਲ, ਖਾਲਿਸਤਾਨ ਦੇ ਉੱਤੇ ਹੋ ਰਹੇ ਸੈਮੀਨਾਰ, ਔਰ ਮੀਡੀਆ 'ਚ ਵੀ ਤੁਸੀਂ ਇਸ ਕਿਸਮ ਦੀ ਖਬਰ ਦੇ ਥੱਲੇ ਜੇ ਫਿਰ 100 ਕਮੈਂਟ ਦੇਖੋਗੇ, ਉਹ ਭਾਵੇਂ ਉਹਨਾਂ ਨੇ 30-40 ਜਿਹੜੇ ਨੇ ਉਹ ਆਪਣੇ ਜਾਲੀ ਰੱਖੇ ਹੁੰਦੇ ਨੇ, ਪਰ ਇੱਧਰ ਆਟੋਮੈਟਿਕਲੀ ਜੁੱਤੀ ਤਾਂ ਕਈਆਂ ਨੇ ਇੱਕ ਰੱਖੀ ਹੁੰਦੀ ਆ, ਕਈਆਂ ਨੇ ਦੋਨੋਂ ਰੱਖੀਆਂ ਹੁੰਦੀਆਂ। ਕਈ ਵਾਰੀ ਤਾਂ ਉਹ ਦੋਨਾਂ ਦੇ ਨਾਲ ਹੀ ਜੁੱਤੀਆਂ ਮਾਰ ਰਹੇ ਹੁੰਦੇ ਨੇ ਇਹਨਾਂ ਦੇ ਸਿਰ 'ਚ। ਪਰ ਇਹ ਇਸ ਕਦਰ ਬੇਸ਼ਰਮ ਬੇਹਯਾ ਨੇ ਕਿ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੈ, ਬੇਗੈਰਤੀ ਇਸੇ ਨੂੰ ਹੀ ਕਹਿੰਦੇ ਨੇ। ਪਰ ਦੂਸਰੇ ਪਾਸੇ ਉਹ ਨੇ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਹੋਇਆ ਹੈ, ਜੇ ਅਲਾਮਾ ਇਕਬਾਲ ਦੇ ਲਫ਼ਜ਼ਾਂ 'ਚ, ਕਿ ਉਹਨਾਂ ਨੇ ਉਸ ਸਾਰੇ, ਇਹ ਤਾਂ ਉਹਨਾਂ ਤੋਂ ਫੇਵਰਸ ਲੈਂਦੇ ਨੇ ਸਰਕਾਰਾਂ ਤੋਂ, ਇਹੀ ਟੋਲਾ ਜਿਹੜਾ ਇਹਨੂੰ ਸੀਤਾਰਮਨ ਨੂੰ ਵੈਲਕਮ ਕਰ ਰਿਹਾ, ਇਹੀ ਮੋਦੀ ਨੂੰ ਵੈਲਕਮ ਕਰਨ ਜਿਹੜਾ ਹਿਊਸਟਨ ਵੀ ਗਿਆ ਸੀ, ਜਦੋਂ ਕਿ ਇਹ ਕਹਿ ਰਹੇ ਸੀ ਕਿ ਔਰ ਇਹ ਟਰੰਪ ਦੇ ਸਪੋਰਟਰ ਵੀ ਸੀ ਕਿ ਜੀ ਅਬ ਕੀ ਬਾਰ ਟਰੰਪ ਸਰਕਾਰ, ਉਹ ਜੋ ਟਰੰਪ ਦਾ ਹਾਲ ਹੋਇਆ ਤੇ ਜੋ ਹੁਣ ਮੋਦੀ ਦਾ ਹਾਲ ਹੋਏਗਾ ਅਲਟੀਮੇਟਲੀ। ਤੇ ਅਲਾਮਾ ਇਕਬਾਲ ਨੇ ਇਸ ਕਿਸਮ ਦੇ ਜਿਹੜੇ ਵਿਖੇ ਹੋਏ ਲੋਕ ਨੇ, ਔਰ ਦੂਸਰੇ ਪਾਸੇ ਉਹ ਐ ਤਾਹਿਰ ਲਾਹੂਤੀ, ਉਸ ਰਿਜ਼ਕ ਸੇ ਮੌਤ ਅੱਛੀ ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇ ਕੋਤਾਹੀ। ਐ ਡਿਵਾਈਨ ਬਰਡ, ਐ ਆਜ਼ਾਦ ਪੰਛੀ ਤਾਹਿਰ ਲਾਹੂਤੀ, ਉਹ ਰਿਜ਼ਕ ਨਾ ਕਦੇ ਖਾਈ ਜਿਹਦੇ ਨਾਲ ਤੇਰੀ ਪਰਵਾਜ਼, ਤੇਰੀ ਉਡਾਨ, ਇਸ ਨਾਲ ਸਮਝੌਤਾ ਕਰਨਾ ਪਏ। ਸੋ ਇਹ ਤਾਂ ਵੈਸੇ ਹੀ ਜ਼ਲੀਲ ਖਾਨ ਨੇ, ਜ਼ਲਾਲਤ ਦੇ ਨਾਲ ਭਰੇ ਹੋਏ ਔਰ ਹਰਾਮਖੋਰ ਜਿਹੜੇ ਕਿਸਮ ਦੇ ਲੋਕ, ਔਰ ਇਹਨਾਂ ਦਾ ਜੋ ਵੀ ਇਹਨਾਂ ਦਾ ਅਸਲਾ ਹੈ ਉਹ ਸਿਰਫ ਤੇ ਸਿਰਫ ਪੈਸਾ, ਔਰ ਇਦਾਂ ਦੇ ਤਾਂ ਕਈ ਵਾਰ ਜਾ ਕੇ ਹੱਥ ਮਿਲਾ ਕੇ ਧੋਂਦੇ ਨਹੀਂ ਹਫਤਾ ਹੱਥ ਕਿ ਜੀ ਅਸੀਂ ਸਾਹਿਬ ਨਾਲ ਹੱਥ ਮਿਲਾਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਰਹਿਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਤੁਹਾਡੀਆਂ ਜਿਹੜੀ ਲਿਖਤਾਂ ਨੇ, ਜੋ ਮੈਸੇਜ ਨੇ, ਉਹ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਹੜੇ ਵੀਰ ਭੈਣਾਂ ਨੇ ਫੇਸਬੁੱਕ ਰਾਹੀਂ ਸਾਡੇ ਨਾਲ ਜੁਆਇਨ ਕੀਤਾ, ਉਹਨਾਂ ਨੂੰ ਵੀ ਰੈਕਗਨਾਈਜ਼ ਕਰਨਾ ਚਾਹੁੰਦੇ। ਅੱਛਾ। ਦਵਿੰਦਰ ਸੰਧੂ, ਉਹਨਾਂ ਨੇ ਫਤਿਹ ਅਰਜ਼ ਕੀਤੀ ਹੈ। ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੀ ਕੌਮ ਦੇ ਮੂੰਹ ਵਿੱਚ ਥੁੱਕਿਆ ਜਾਂਦਾ ਸੀ, ਉਹ ਕੌਮ ਅੱਜ ਦੂਸਰਿਆਂ ਤੇ ਜ਼ੁਲਮ ਕਰਨ ਡਈ ਹੈ। ਇਹਨਾਂ ਨੂੰ ਇਹ ਵੀ ਪਤਾ ਹੈ ਕਿ ਸਿੱਖ ਕੌਮ ਭਾਜੀ ਜ਼ਿਆਦਾ ਚਿਰ ਨਹੀਂ ਰੱਖਦੀ ਤੇ ਜਲਦੀ ਹੀ ਮੋੜ ਦਿੰਦੀ ਹੈ। ਢਿੱਲੋਂ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਇਹ ਅਲਾਮਾ ਇਕਬਾਲ ਦੀ ਹੀ ਇੱਕ ਨਜ਼ਮ ਹੈ, ਐਗਜ਼ੈਕਟ ਤਾਂ ਮੈਨੂੰ ਹੁਣ ਯਾਦ ਨਹੀਂ ਹੈ, ਪਰ ਉਹਦੇ 'ਚ ਇਹੀ ਹੈ ਕਿ ਵੀ ਕਈ ਵਾਰ ਰੱਬ ਉਹਨਾਂ ਨੂੰ ਵੀ ਮਹਾਨਤਾ ਦੇ ਦਿੰਦਾ ਹੈ ਜਾਂ ਉਹਨਾਂ ਨੂੰ ਵੀ ਸਰਮੌਰ ਬਣਾ ਦਿੰਦਾ ਹੈ ਜਿਨ੍ਹਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਹੁੰਦਾ, ਪਤਾ ਹੀ ਨਹੀਂ ਹੁੰਦਾ ਕਿ ਭਾਈ ਇਹ ਇਸ ਦੀ ਅਹਿਮੀਅਤ ਕੀ ਹੈ। ਸੋ ਜਿਵੇਂ ਅਸੀਂ ਕਹਿੰਦੇ ਹਾਂ ਵੀ ਕੁੱਤੇ ਦੇ ਗਲ 'ਚ ਕੋਈ ਲਾਲਾਂ ਦਾ ਪਟਾ ਪਾ ਦੇ, ਉਹ ਭਾਵੇਂ ਸਾਰੇ ਜੂਲ ਹੀ ਹੋਣ ਪਰ ਉਹਨੇ ਰਹਿਣਾ ਤਾਂ ਕੁੱਤਾ ਹੀ ਹੈ, ਉਹਦੇ ਲਈ ਉਹ ਪਟਾ ਹੀ ਹੈ, ਉਹ ਲਾਲਾਂ ਦਾ ਹੈ ਜਾਂ ਕੱਪੜੇ ਦਾ ਹੈ। ਸੋ ਇਹਨਾਂ ਨੂੰ ਜਿਹੜਾ ਜਿਨ੍ਹਾਂ ਨੇ 1000 ਸਾਲ ਜੁੱਤੀਆਂ ਖਾਧੀਆਂ, ਮੂੰਹਾਂ 'ਚ ਥੁਕਵਾਇਆ, ਫਿਰ ਵੀ ਹੱਥ ਜੋੜ ਕੇ ਕਹਿੰਦਾ ਸੀ ਦਿਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਤੇ ਜੇ ਸਿੱਖਾਂ ਦੀਆਂ ਕੁਰਬਾਨੀਆਂ ਨੇ ਇਹਨਾਂ ਨੂੰ ਰਾਜ ਭਾਗ ਦੇ ਵਾਰਿਸ ਬਣਾਇਆ, ਔਰ ਇਹ ਗੱਲ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ 1975 'ਚ ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ 300 ਸਾਲਾ ਜਿਹੜਾ ਨਗਰ ਕੀਰਤਨ ਅਨੰਦਪੁਰ ਸਾਹਿਬ ਤੋਂ ਸੀਸਗੰਜ ਸਾਹਿਬ ਤੱਕ ਗਿਆ ਸੀ, ਉਸੇ ਰਸਤੇ ਤੇ ਜਿਹਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ ਸੀ ਸ਼ਹਾਦਤ ਦੇਣ ਲਈ। ਤੇ ਉਹਨਾਂ ਨੇ ਇਹ ਕਿਹਾ ਸੀ ਵੰਗਾਰ ਕੇ ਕਿ ਭਾਈ ਜੋ ਤੁਸੀਂ ਤਾਂ ਅਕਿਰਤ ਕਾਂਡ ਨਾ ਬਣੋ ਤੁਸੀਂ। ਔਰ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਹੈ, ਔਰ ਇਹ ਗੱਲ ਰੈਲੇਵੈਂਟ ਹੁੰਦੀ ਹੈ।
ਉਹਨਾਂ ਨੇ ਕਿਹਾ ਸੀ ਕਿ ਭਾਈ ਜਿੰਨੇ ਤੁਹਾਡੇ ਸਰੀਰ ਤੇ ਰੋਮ ਨੇ ਤੁਸੀਂ ਦੇਣਾ ਹੀ ਨਹੀਂ ਦੇ ਸਕਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਬਿਲਕੁਲ। ਉਹਨਾਂ ਦੀ ਬਦੌਲਤ ਤੁਸੀਂ ਇਸ ਰਾਜ ਭਾਗ ਦੇ ਮਾਲਕ ਹੋ। ਤੇ ਇੱਕ ਗੱਲ ਯਾਦ ਰੱਖੋ, ਜਿਹੜੇ ਸਿੱਖ ਗੁਰੂ ਦੇ ਤੁਹਾਨੂੰ ਰਾਜ ਭਾਗ ਲੈ ਕੇ ਦੇ ਸਕਦੇ ਨੇ ਉਹ ਰਾਜ ਭਾਗ ਖੋ ਵੀ ਹੋ ਵੀ ਸਕਦੇ ਸਕਦੇ ਨੇ। ਔਰ ਜੋ ਕਰਤੂਤਾਂ ਇਹਨਾਂ ਨੇ ਕੀਤੀਆਂ ਨੇ ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ, ਤਾਂ ਇਹਨਾਂ ਨੇ ਜਿਨ ਕੀ ਚੀਰੀ ਦਰਗਾਹ ਪਾਰਟੀ ਤਿਨਾ ਮਰਨਾ ਭਾਈ ਆਪਣੀ ਚਿੱਠੀ ਪੜਵਾ ਲਈ ਹੋਈ ਹੈ। ਔਰ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਭਾਈ ਅਸੀਂ ਭਾਜੀ ਜ਼ਿਆਦਾ ਚਿਰ ਸਿਰ ਤੇ ਨਹੀਂ ਰੱਖਦੇ, ਉਹਨੂੰ ਮੋੜ ਦਿੰਦੇ ਆ। ਔਰ ਇਹੀ ਗੱਲ ਦੀਪ ਸਿੱਧੂ ਨੇ ਜਦੋਂ ਭਾਈ ਜੁਗਰਾਜ ਸਿੰਘ ਵਾਂ ਨੇ ਖਾਲਸਾਈ ਝੰਡਾ ਲਹਿਰਾਇਆ ਤੇ ਦੀਪ ਸਿੱਧੂ ਨੇ ਪਹਿਲੇ ਇੰਟਰਵਿਊ 'ਚ ਹੀ ਉਹਨਾਂ ਨੇ ਕਿਹਾ ਸੀ ਕਿ ਵੀ ਇਹਨਾਂ ਨੇ ਹਮਲਾ ਕਰਕੇ 6 ਜੂਨ 84 ਨੂੰ ਅਕਾਲ ਤਖਤ ਦਸ਼ਮੀ ਡੋੜੀ ਤੇ ਤਿਰੰਗਾ ਲਹਿਰਾਇਆ ਸੀ, ਅਸੀਂ ਤਾਂ ਅਜੇ ਭਾਜੀ ਮੋੜੀ ਹੈ, ਅਸੀਂ ਇਹਨਾਂ ਦੇ ਲਾਲ ਕਿਲੇ ਤੇ ਆਪਣਾ ਝੰਡਾ ਲਹਿਰਾ ਦਿੱਤਾ ਹੈ। ਔਰ ਇਹ ਦੀਪ ਸਿੰਘ ਲਿਖਦੇ ਨੇ ਗੁਰਸਿੱਖ ਢਿੱਲੋਂ ਜਿਹਨੂੰ ਸਮਾਜ ਇੱਥੇ ਮੁਗਲ ਨਹੀਂ ਛੱਡੇ, ਇਹ ਵੀ ਨਹੀਂ ਬਚਣੇ। ਬਿਲਕੁਲ ਇਹ ਜਿਹੜਾ ਵੀ ਜ਼ੁਲਮ ਕਰਨ ਵਾਲਾ, ਸਾਡੀ ਲੜਾਈ ਜ਼ੁਲਮ ਦੇ ਖਿਲਾਫ ਰਹੀ ਹੈ। 18ਵੀਂ ਸਦੀ 'ਚ ਵੀ ਕੋਈ ਇਸਲਾਮ ਦੇ ਖਿਲਾਫ ਲੜਾਈ ਨਹੀਂ ਸੀ, ਜ਼ੁਲਮ ਦੇ ਖਿਲਾਫ। ਅੱਜ ਵੀ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਹਿੰਦੂਤਵਾ ਆਈਡੀਓਲੋਜੀ ਔਰ ਇਹਨਾਂ ਦੇ ਜ਼ੁਲਮ ਦੇ ਖਿਲਾਫ ਔਰ ਆਪਣਾ ਹੱਕ ਲੈਣ ਦੇ ਲਈ ਹੈ। ਸੁਰਿੰਦਰ ਸਿੰਘ ਸੰਧੂ ਲਿਖਦੇ ਨੇ ਘੱਟ ਗਿਣਤੀਆਂ ਨੂੰ ਆਪਣੇ ਹੱਕਾਂ ਵਾਸਤੇ ਇਕੱਠੇ ਹੋ ਕੇ ਡਟ ਕੇ ਲੜਨਾ ਚਾਹੀਦਾ ਹੈ, ਆਜ਼ਾਦ ਸ਼ਹਿਰੀ ਦੇ ਹੱਕ ਪ੍ਰਾਪਤ ਕਰਨੇ ਚਾਹੀਦੇ ਨੇ। ਔਰ ਉਹਦੇ ਚ ਦੀਪ ਸਿੰਘ ਫਿਰ ਕਹਿੰਦੇ ਨੇ ਕਿ ਸੱਚ ਤੇ ਚੱਲਣ ਵਾਲੇ ਸਾਰੇ ਇੱਕ ਹਨ। ਮੁਹੰਮਦ ਜਾਵੇਦ ਨੋ ਹਿੰਦੀ ਨਾ ਹਿੰਦੁਸਤਾਨ ਓਨਲੀ ਖਾਲਿਸਤਾਨ। ਪਰਵ ਕੌਰ ਲਿਖਦੇ ਨੇ ਦੀਪ ਸਿੰਘ ਜੀ ਇਟ ਮੇ ਨਾਟ ਬੀ ਐਨ ਇਸ਼ੂ for you, but we have to preserve our language in our own state just like everyone else। ਫਿਰ ਦੀਪ ਸਿੰਘ ਔਰ ਮੇਰੇ ਖਿਆਲ ਇਹ ਡਿਬੇਟ ਇਹਨਾਂ ਨੇ ਸ਼ੁਰੂ ਕਰ ਲਈ ਕਿ ਵੀ ਆਪਣੀ ਬੋਲੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ 'ਚ 20 ਤੋਂ ਜ਼ਿਆਦਾ ਜ਼ਬਾਨਾਂ 70 ਤੋਂ ਜ਼ਿਆਦਾ ਡਾਇਲੈਕਟ ਨੇ। ਪਰ ਇਸ ਗੱਲ ਦਾ ਵੀ ਧਿਆਨ ਰਹੇ, ਇਹ ਆਪਣੇ ਆਪ ਜਦੋਂ ਅਸੀਂ ਪੰਜਾਬੀ ਜ਼ਬਾਨ ਦੀ ਵੀ ਗੱਲ ਕਰਦੇ ਹਾਂ, ਪੰਜਾਬੀ ਜ਼ਬਾਨ ਨੇ ਅਰਬੀ, ਫਾਰਸੀ, ਸਿੰਧੀ ਹੋਰ ਕਿੰਨੇ ਡਾਇਲੈਕਟ ਚੋਂ ਲਫ਼ਜ਼ ਲਏ ਨੇ। ਪਰ ਇਸ ਵੇਲੇ ਇਹ ਹੈ ਕਿ ਭਾਈ ਜੇ ਵਨ ਨੇਸ਼ਨ, ਵਨ ਰੇਸ, ਵਨ ਪੀਪਲ, ਵਨ ਲੈਂਗੁਏਜ, ਇਹਦੇ ਥੱਲੇ ਉਹਨਾਂ ਨੇ ਆਪਣੀ ਹਿੰਦੀ ਥੋਪਣੀ ਹੈ, ਫਿਰ ਸਾਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਪਏਗਾ ਵੀ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਉਸ ਨੂੰ ਅਪਣਾਈਏ ਵੀ, ਉਸ ਨੂੰ ਆਪਣੇ ਘਰਾਂ 'ਚ ਵੀ ਬੋਲੀਏ ਔਰ ਉਸ ਨੂੰ ਜਿਹੜਾ ਉਤਸ਼ਾਹਿਤ ਵੀ ਕਰੀਏ। ਜਸਪੀਰ ਸਿੰਘ ਕਹਿੰਦੇ ਨੇ ਇੰਡੀਅਨ ਆਕੂਪਾਈਡ ਕਸ਼ਮੀਰ ਐਂਡ ਪੰਜਾਬ ਓਨਲੀ ਹੱਲ, ਆਜ਼ਾਦੀ ਰੋਡ ਮੈਪ, रेफरेंडम। बिल्कुल तुसी ठीक फरमाया। और अज काफ़ी देर बाद साडे वीर मीर फवाद साहब दी लिखत है, अस्सलाम वालेकुम, सत श्री अकाल सर, आई वांट टू नो दैट हाउ विल रेफरेंडम हेल्प cause of Kharistan formation? India doesn't respect self-determination. India is still not allowing plebiscite in Kashmir. Muhammad Ali Jinnah once said to Sheikh Abdullah, Prime Minister Kashmir, Abdullah, Nehru में कभी भरोसा नहीं करना, even if he is your friend। रेफरेंस उन्होंने आतिशे चिनार, एक किताब है बड़ी credible उदा देता है। And after a few years, Prime Minister of Kashmir was jailed by his friend Nehru। A big war is looming between India, China and Pakistan। In Ladakh, out of 75 checkpoints, 26 have been taken by China। फवाद साहब तुसी बिल्कुल ठीक है, जो कुछ कश्मीरी लीडर शेख अब्दुल्ला ने नेहरू ते भरोसा करके कश्मीरियां नूं उन्हां बघियाड़ां दे सामने सुट्टिया, 75 साल तो सफ़र कर रहे हैं। ठीक इवें ही साडी लीडरशिप मास्टर तारा सिंह, बलदेव सिंह ने भी नेहरू ते भरोसा करके उन्हां दे जिहड़े वादियां दे उत्ते इकरार जबानी कलामी करके ही और उन्होंने कौम नूं किस पट्ट दे विच सुट्टिया सी सफ़र कर रहे हैं। और इहदे च भी कोई शक नहीं है कि ना इंडिया ने राइट ऑफ सेल्फ डिटरमिनेशन कश्मीरियां नूं, जिहदे थल्ले तो पार्टी ने एंड बाइंडिंग सी इन्हां दे उत्ते, UN सिक्योरिटी काउंसिल खुद लैके गए सी, इहदे च कोई शक नहीं है कि भी। लेकिन जदों असीं बदलदे हालात देखते हैं और जिवें तुसीं भी ये कहा कि जो हालात इस वेले चाइना, पाकिस्तान और इंडिया के हवाले नाल बन रहे हैं, इंटरनैशनली जो थर्ड फैक्टर आंदा है, उदों जड़ियां दबियां कुचलियां कौमां हुंदियां ने, उन्हां लई मौके भी हुंदे ने। उन्हां चों ही सैकंड वर्ल्ड वॉर तो बाद फर्स्ट वर्ल्ड वॉर मुक्का है, मिडल ईस्ट किन्ने देश निकले, भावें इन्हां दी कॉलोनीज ही बने रहे लंबा वक्त। सैकंड वर्ल्ड वॉर च भावें
ਇਹ ਜਿਹੜੇ ਜਿੱਤ ਗਏ ਬ੍ਰਿਟਿਸ਼ ਔਰ ਇਲਾਈ, ਲੇਕਿਨ ਕਿੰਨੇ ਮੁਲਕ ਜਿਹੜੇ ਕਾਲੋਨੀਜ਼ ਸੀ ਇਹਨਾਂ ਦੀਆਂ ਆਜ਼ਾਦ ਹੋਏ। ਸੋ ਅਸੀਂ ਵੀ ਇਹ ਹੋਪ ਕਰਦੇ ਹਾਂ ਕਿ ਇਹਨਾਂ ਸਰਕਮਸਟੈਂਸਿਸ, ਹਾਂ ਸਿੱਖ ਰੈਫਰੈਂਡਮ ਦੇ ਹਵਾਲੇ ਨਾਲ ਘੱਟੋ ਘੱਟ ਅਸੀਂ ਆਪਣਾ ਰਿਜ਼ੋਲਵ ਤਾਂ ਦੱਸ ਰਹੇ ਹਾਂ, ਔਰ ਇਹ ਰਿਜ਼ੋਲਵ ਵੀ ਅਲਟੀਮੇਟਲੀ ਜਿੱਥੇ ਸਾਡੀ ਸਟਰੈਂਥ ਹੈ ਉੱਥੇ ਇੱਕ ਦਿਨ ਇਹੀ ਯੂਨਾਈਟਿਡ ਨੇਸ਼ਨਸ, ਇਹੀ ਵੈਸਟਰਨ ਪਾਵਰਸ ਇਸੇ ਨੂੰ ਹੀ ਆਧਾਰ ਬਣਾ ਕੇ ਮੰਨਣਗੇ ਜੀ ਵਾਕਿਆ ਹੀ ਸਿੱਖਾਂ ਦਾ ਹੱਕ ਬਣਦਾ ਹੈ, ਸਿੱਖਾਂ ਨੇ ਇਸ ਦੇ ਹੱਕ 'ਚ ਫਤਵਾ ਵੀ ਦਿੱਤਾ ਹੋਇਆ। ਔਰ ਇਹ ਦੀਪ ਸਿੰਘ ਹੋਰਾਂ ਨੇ ਵੀ ਉਹਨਾਂ ਦੇ ਨੁਕਤੇ ਦੀ ਹਮਾਇਤ ਕੀਤੀ ਹੈ ਔਰ ਅਸੀਂ ਇਸ ਦੇ ਉੱਤੇ ਜੋ ਗੱਲ ਕੀਤੀ ਹੈ, ਔਰ ਇਹ ਜਿਹੜਾ ਮੈਂ ਇਸ ਤੋਂ ਅੱਗੇ ਨਾ ਜਾਵਾਂ, ਕਨਕਲੂਜਨ 'ਚ ਜਿਵੇਂ ਅਸੀਂ ਕੁਛ ਨਾ ਕੁਛ ਮੋਟੀਵੇਸ਼ਨਲ ਗੱਲ ਸਾਡੇ ਵਿਊਅਰਸ ਦਾ ਹੀ ਸੀ ਕਿ ਇਸ ਵੇਲੇ ਜੋ ਹਾਲਾਤ ਚੱਲ ਰਹੇ ਨੇ ਸਾਨੂੰ ਕੁਛ ਨਾ ਕੁਛ ਗੱਲ ਕਰਨੀ ਚਾਹੀਦੀ ਹੈ, ਜਿਹੜੀ ਹਾਲਾਂ ਅਸੀਂ ਗੁਰਬਾਣੀ ਵਿਚਾਰ ਰੈਗੂਲਰਲੀ ਕਰਦੇ ਸੀ, ਹੁਣ ਸ਼ੁਰੂ ਕਰਾਂਗੇ, ਪਰ ਇਸ ਵੇਲੇ ਜੋ ਮਾਹੌਲ ਹੈ ਕਿ ਵੀ ਇਹ ਠੀਕ ਹੈ ਵੀ ਬਹੁਤ ਵਾਰ ਜਦੋਂ ਕਸ਼ਟ ਵਾਲਾ ਸਮਾਂ ਆਉਂਦਾ ਹੈ, ਔਖੀ ਸੜਕ ਦੇ ਉੱਤੇ ਔਖੀ ਘਾਟੀ ਚੜ੍ਹਨਾ, ਔਖੀ ਸੜਕ ਤੇ ਤੁਰਨਾ, ਔਖੇ ਰਾਹ ਪੈਣਾ, ਔਖੇ ਪੈਂਡੇ ਜਾਣਾ, ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਔਰ ਹਮੇਸ਼ਾ ਜੇ ਕਿਸੇ ਨੇ ਕੁਝ ਹਾਸਲ ਕੀਤਾ ਇੰਡੀਵਿਜੂਅਲ ਲਾਈਫ 'ਚ ਵੀ, ਕੌਮਾਂ ਦੀ ਜ਼ਿੰਦਗੀ 'ਚ ਵੀ, ਉਹੀ ਮੁਕਾਮ ਤੇ ਪਹੁੰਚੇ ਨੇ ਜਾਂ ਉਹੀ ਕੁਛ ਜਿਨ੍ਹਾਂ ਨੇ ਕੁਛ ਕਰਕੇ ਦਿਖਾਇਆ ਹੈ ਜਾਂ ਜਿਨ੍ਹਾਂ ਨੇ ਵੇਲੇ ਦੇ ਮੁਹਾਰ ਨੂੰ ਮੋੜਿਆ, ਜਿਹੜੇ ਕਿ ਔਖੇ ਪੈਂਡੇ ਨੂੰ ਚੁਣਦੇ ਨੇ। ਰੋਬਰਟ ਫਰੋਸਟ ਦੀ ਨਜ਼ਮ ਹੈ The road not taken. Two roads diverged in a yellow wood, and sorry I couldn't travel both. And be one traveller, long I stood and looked down one as far as I could to where it bent in the undergrowth. ਇਹ ਦੋ ਸੜਕਾਂ ਸੀ, ਉਹ ਇੱਕ ਯੈਲੋ ਵੁੱਡ ਦੇ ਵਿੱਚ ਆ ਕੇ ਜਿਹੜੀਆਂ ਨੇ ਡਾਈਵਰਜ ਹੁੰਦੀਆਂ ਸੀ। ਮੈਂ ਦੋਨਾਂ ਤੇ ਤਾਂ ਜਾ ਨਹੀਂ ਸੀ ਸਕਦਾ, ਮੈਂ ਖੜਾ ਇਹ ਦੇਖ ਰਿਹਾ ਸੀ ਕਿ ਜਿੱਥੋਂ ਤੱਕ ਮੈਨੂੰ ਨਜ਼ਰ ਆਉਂਦਾ ਸੀ ਮੈਂ ਕਿਹੜੀ ਸੜਕ ਲਵਾਂ। Then took the other as just as fair and having perhaps the better claim, because it was grassy and wanted wear. Thou, as for that the passing there, had warned them really about the same. So ਇਸ ਨੂੰ ਮੈਂ ਵਕਤ ਕਰਕੇ ਬਹੁਤਾ ਨਹੀਂ ਐਲੈਬੋਰੇਟ ਕਰਦਾ ਕਿ ਮੈਂ ਉਸ ਚੋਂ ਦੂਸਰੀ ਸੜਕ ਲਈ ਜਿਹੜੀ ਜਿਨ੍ਹਾਂ ਦੇ ਵਿੱਚ ਘਾਹ ਵੀ ਸੀ ਔਰ ਮੈਨੂੰ ਲੱਗਦਾ ਸੀ ਵੀ ਇਹ ਠੀਕ। ਐਂਡ ਬੋਥ ਦੈਟ ਮਾਰਨਿੰਗ ਇਕੁਅਲੀ ਲੇ ਇਨ ਲੀਵਸ ਨੋ ਸਟੈਪ ਹੈਡ ਟ੍ਰੋਡਨ ਬਲੈਕ। Oh, I kept the first for another day, yet knowing how way leads on to way, I doubted if I should ever come back. ਕਿ ਮੈਂ ਇੱਕ ਲੈ ਲਈ, ਫਿਰ ਮੈਨੂੰ ਲੱਗਾ ਵੀ ਮੈਂ ਕਿੱਧਰ ਪੈ ਗਿਆ, ਫਿਰ ਮੈਨੂੰ ਲੱਗਾ ਕਿ ਵੀ ਮੈਂ ਵਾਪਸ ਆ ਜਾ, ਪਰ ਅਖੀਰਲਾ ਕਨਕਲੂਜਨ ਹੈ I shall be telling this with a sigh, somewhere ages and ages hence, two roads diverged in a wood, and I took the one less travelled by, and that has made all the difference. ਕਿ ਮੈਂ ਉਸ ਰਸਤੇ ਨੂੰ ਚੁਣਿਆ ਜਿਹਦੇ ਤੇ ਬਹੁਤੇ ਨਹੀਂ ਸੀ ਤੁਰੇ ਹੋਏ। ਇਸ ਪੰਜਾਬੀ 'ਚ ਦੋ ਲਫ਼ਜ਼ ਨੇ, ਇੱਕ ਲੀਹ ਹੈ, ਇੱਕ ਲੀਹ ਹੈ। ਹੁਣ ਇੱਕ ਲੀਹ ਹੁੰਦੀ ਜਦੋਂ ਲੋਕ ਤੁਰੇ ਜਾਂਦੇ ਨੇ, ਇੱਕ ਪੈਂਡਾ ਬਣ ਜਾਂਦਾ, ਇੱਕ ਲੀਹ ਅਸੀਂ ਕਹਿੰਦੇ ਜੀ ਲੀਹ ਤੇ ਤੁਰਿਆ, ਉਹ ਤੁਰੇ ਜਾਂਦੇ ਨੇ। ਪਰ ਇੱਕ ਉਹ ਹੁੰਦੇ ਨੇ ਜਿਨ੍ਹਾਂ ਦੇ ਜਿਹੜੇ ਤਾਕਤ ਦੇ ਨਾਲ ਕਹਿੰਦੇ ਨੇ ਨਹੀਂ ਅਸੀਂ ਵੱਡੀ ਸੜਕ ਦੇ ਲੀਹਾ ਬਣਾਉਣਾ, ਉਹਨਾਂ ਦੀ ਫਿਰ ਜਿਹੜੀ ਜੋਗ ਹੁੰਦੀ ਹੈ, ਉਹਦੇ ਜਿੰਨੀ ਜਾਨ ਹੁੰਦੀ ਹੈ, ਉਹ ਜੇ ਉਸ ਪਾਸੇ ਮੋੜ ਦੇਣ ਤੇ ਫਿਰ ਉਹ ਲੀਹਾ ਬਣ ਜਾਂਦਾ। ਉਹੀ ਅਲਟੀਮੇਟਲੀ ਜਿਹੜਾ ਆਉਣ ਵਾਲੀਆਂ ਨਸਲਾਂ ਨੂੰ ਲੱਗਦਾ ਹੁੰਦਾ ਵੀ ਸਾਡੇ ਬਾਬੇ ਨੇ ਜਿਹੜਾ ਕਿੰਨਾ ਵੱਡਾ ਲੀਹਾ ਪਾਇਆ। ਜਾਂ ਜਿਸ ਬਾਰੇ ਅਕਸਰ ਇੱਕ ਸ਼ੇਅਰ ਜਿਹੜਾ ਸਾਡੇ ਜ਼ਮਾਨਿਆਂ 'ਚ ਕਿਸੇ ਵੀ ਹੀਰੋ ਦੇ ਉੱਤੇ ਜਦੋਂ ਐਸੇ ਲਿਖਿਆ ਜਾਂਦਾ ਸੀ ਤੇ ਪੰਜਾਬੀ ਹਿੰਦੀ 'ਚ ਸ਼ੇਅਰ ਹੁੰਦਾ ਸੀ ਕਿ ਲੋਗ ਕਹਤੇ ਹੈ ਬਦਲਤਾ ਹੈ ਜ਼ਮਾਨਾ ਅਕਸਰ, ਪਰ ਮਰਦ ਉਹ ਹੈ ਜੋ ਜ਼ਮਾਨੇ ਕੋ ਬਦਲ ਦੇਤੇ हैं। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।